आपको भी खुश आमदेद। वो क्या कहते हैं अताउल्ला साहब का जो गाना है केड़ा आज काला जोड़ा नहीं ਉਹਨਾਂ ਦਾ ਨਹੀਂ ਹੈ ਕਮੀਜ਼ ਤੇਰੀ ਕਾਲੀ ਹੈ कमीज तेरी काली ਹਾਂ ਮਿਕਸ ਕਰ ਗਿਆ ਸਾ ਮਲਕੂ ਤੇ ਅਤਾउल्ला कोई ਸਾਹਿਬ काला जोड़ा तो है ਅੱਜ ਕਾਲਾ ਜੋੜਾ ਪਾ ਕਿਹਦੀ ਫਰਮਾਇਸ਼ ए, थी मेरी अपनी फरमाइश। ओह माशाल्लाह चंगे लगे जनाब ਤੇ ਤੁਹਾਡਾ ਸਾਰਿਆਂ ਦਾ ਜਨਾਬ ਕੀ ਹਾਲ ਹੈ अस्सलाम वालेकुम खुश आमदीद सुबह बखैर जी आया ਨੂੰ ਤੁਸੀਂ ਵੇਖ ਰਹੇ ਹੋ K2 ਸੈਰ पंजाब दे रंग हाँ और जी माशाल्लाह जनाब रंग ਤੁਸੀਂ ਵੇਖ ਰਹੇ ਹੋ ਬਹੁਤ ਸੋਹਣੇ ਰੰਗ ਨੇ ब्लैक एंड वाइट। ब्लैक एंड व्हाइट हाँ नहीं 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 अच्छा लगे तुसी वाइट पाया गोल्डन एंड ब्लैक एंड तुसी दिस सफेद पाया है ओ या पटका ते सफेद मैं- मटका पटका अच्छा पटका नहीं, पटका नहीं, नहीं। तुसी आपने तो क्यों ले जाते हो ਪਤਾ ਨਹੀਂ ਆਈ ਡੋਨਟ ਨੋ ਸਮ ਮੈਨੂੰ ਆਪਣੇ ਯਾਰ ਦੇ ਲਫ਼ਜ਼ ਜਿਹੜੇ ਨੇ ਅਚਾਨਕ ਕੱਪੜੇ ਵਾਲੇ ਅਟਰੈਕਟ ਕਰ ਲੈਂਦੇ ਨੇ ਆਈ ਡੋਨਟ अच्छा ਨੋ एक ਵਾਈ ਜਿਹੜਾ ਮਸਲਾ ਹੈ ਨਾ ਉਹ ਸਾਡੇ ਦੋਨੋਂ ਭੈਣ ਭਾਈ का ਸਾਡੇ ਦੋਵਾਂ ਦਾ ਸਾਡੇ ਦੋਵਾਂ ਦਾ ਯਾਰ ਕ੍ਰੈਡਿਟ ਨਹੀਂ ਲੈਂਦੇ ਅਸੀਂ ਕ੍ਰੈਡਿਟ ਨਹੀਂ ਲੈਂਦੇ ਮਤਲਬ ਉਧਾਰ ਲੈਣ ਤੇ ਤਾਂ ਤਿਆਰ ਰਹਿੰਦੇ ਨੇ ਮਤਲਬ ਤੁਸੀਂ ਗੱਲ ਕੀਤੀ ਸੀ ਜਿਹੜੀ ਮੇਕਅਪ ਰੂਮ ਦੇ ਵਿੱਚ ਕਿ ਕਦੀ ਕਦੀ ਕ੍ਰੈਡਿਟ ਲੈ ਲਿਆ ਕਰੋ ਨਾ ਕਦੀ ਕਦੀ ਹਾਂ ਨਹੀਂ ਮੈਂ ਤਾਂ ਇਹਨਾਂ ਦੀ ਮਾਸ਼ਾਅੱਲਾ ਇਹ ਕਿ ਜਦੋਂ ਵੀ ਤਾਰੀਫ ਕੀਤੀ ਹੈ ਮੈਂ ਜ਼ਿੰਦਗੀ 'ਚ ਨਾ ਕਿ ਅੱਜ ਤੁਸੀਂ ਸੋਹਣੇ ਲੱਗ ਰਹੇ ਹੋ मेकअप का कमाल आज तुसी सोने लग रहे हो मेरे जेनेटिक्स बहुत अच्छे हैं आज तुसी सोने लग रहे हो मैं पानी बहुत पीती हूँ मेरे गुर्दे अच्छे काम करते हैं मकसद माशाल्लाह भी सोने हो चंगे लग रहे नहीं हो माशाल्लाह थैंक यू सो मच वेट गेन ਤੇ weight loss ਦੀ ਇਸ ਲਈ ਗੱਲ ਕਰ ਰਹੇ ਸਾਂ ਨਾ क्यों ਨਹੀਂ ਮੈਂ ਗੱਲ ਕਰਨਾ ਚਾਹ ਰਹੀ ਹਾਂ ना ना कोई जरूरत नहीं की मसला है ਤੁਸੀਂ ਅੱਜ ਥੋੜੇ ਪਤਲੇ ਲੱਗ ਰਹੇ ਹੋ पतले पतले ਹਾਂ ਕਿਉਂ ਕੀ ਕੀਤਾ ਹੈ ਨਾਸ਼ਤਾ ਨਹੀਂ ਕੀਤਾ ਅੱਜ ਅੱਜ ਵੈਸੇ ਮਤਲਬ ਬਾਕੀ ਵੈਸੇ ਗੱਲ ਸਹੀ ਹੈ ਨਾਸ਼ਤਾ ਮੈਂ ਨਹੀਂ ਕੀਤਾ ਐਂਡ ਉਹਦੀ ਵੀ ਰੀਜ਼ਨ ਹੈ ਕਿ ਜਿਹੜੀ ਅੱਜ ਦੀ ਜਿਹੜੀ ਰੈਸਿਪੀ ਹੈ ਨਾ ਉਹ ਮੈਨੂੰ ਬੜੀ ਵੈਰੀ ਕਲੋਜ਼ ਟੂ ਮਾਈ ਹਾਰਟ ਐਂਡ ਪੰਜਾਬੀਆਂ ਨੂੰ ਬੜੀ ਪਸੰਦ ਹੈ ਤੇ ਮਜ਼ੇਦਾਰ ਗੱਲ ਇਹ ਹੈ ਕਿ ਲਾਸਟ ਪ੍ਰੋਗਰਾਮ ਦੇ ਵਿੱਚ ਸਾਡੇ ਇੱਕ ਬੜੇ ਪਿਆਰੇ ਕਾਲਰ ਨੇ ਫਰਮਾਇਸ਼ ਵੀ ਕੀਤੀ ਸੀ ਤੇ ਮੈਂ ਕਿਹਾ ਜਨਾਬ ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਔਰ ਦੱਸ ਦਿਆਂ ਦੇਸੀ ਰੋਟੀਆਂ ਜਨਾਬ ਅਸੀਂ ਅੱਜ ਬਣਾਵਾਂਗੇ ਨਹੀਂ ਮੈਂ ਬੈਠੇ ਦੇਸੀ ਰੋਟੀਆਂ ਅੱਜ ਅਸੀਂ ਬਣਾਵਾਂਗੇ ਤੇ ਔਰ ਇਨਸ਼ਾਅੱਲਾ ਉਹੀ ਗੱਲ ਹੈ ਕਿ ਬੜੇ ਬਾਜ਼ੂਕਾਤ ਹੁੰਦਾ ਹੈ ਕਿ ਕੁਝ ਇਹੋ ਜਿਹੀ ਰੈਸਪੀਜ਼ ਹੁੰਦੀਆਂ ਜਿਹੜੇ ਬੜੇ ਚਿਰ ਬਾਅਦ ਤੁਸੀਂ ਬਣਾਉਂਦੇ ਹੋ ਔਰ ਤੁਸੀਂ ਆਪ ਵੀ ਥੋੜਾ ਜਿਹਾ ਕਨਫਿਊਜ਼ ਹੁੰਦੇ ਕਿਉਂਕਿ ਰੈਗੂਲਰਲੀ ਇਹ ਕੋਈ ਆਈਟਮ ਬਣਨ ਵਾਲਾ ਹੈ ਨਹੀਂ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਭਈ ਅੱਲਾ ਕਰੇ ਕਿ ਅੱਲਾ ਇੱਜ਼ਤ ਸਾਡੀ ਰੱਖੇ ਕਿ ਚੰਗੇ ਤਰੀਕੇ ਨਾਲ ਬਣ ਜਾਣ ਤੇ ਅੱਜ ਮੈਂ ਕੋਸ਼ਿਸ਼ ਕੀਤੀ ਕਿ ਘਰ ਤੋਂ ਤਨਾਸੁਬ ਦੇ ਨਾਲ ਚੀਜ਼ਾਂ ਲੈ ਕੇ ਆਵਾਂ ਲੇਕਿਨ ਆਟਾ ਮੈਂ ਨਹੀਂ ਗੁੰਨਿਆ ਆਟਾ ਗੁੰਨਣਾ ਰਹਿੰਦਾ ਹੈ ਆਟਾ ਗੁੰਨਣਾ ਰਹਿੰਦਾ ਹੈ ਉਹਦੀ ਰੀਜ਼ਨ ਨਹੀਂ ਸੀ ਮੈਂ ਕਿਹਾ ਜੇ ਆਟਾ ਹੀ ਗੁੰਨ ਕੇ ਮੈਂ ਘਰੋਂ ਲੈ ਆਇਆ ਤੇ ਫਿਰ ਲੋਕੀ ਸ਼ੱਕ ਮੇ ਆ ਜਾਂਦੇ ਹਨ ਇਹਨੂੰ ਤੇ ਕੋਈ ਕੰਮ ਕਰਕੇ ਤੁਸੀਂ ਕਰਦੇ ਵੀ ਤੁਸੀਂ ਕੁਕਿੰਗ ਕਰਦੇ ਹੋ ਨਾ ਹਾਂਜੀ ਬਿਲਕੁਲ ਤੇ ਕੀ ਚੀਜ਼ ਇਹ ਤਾਂ ਤੁਹਾਨੂੰ ਪਤਾ ਹੈ ਨਾ ਬਿਲਕੁਲ ਨਹੀਂ ਤੁਸੀਂ ਕੀ ਚੀਜ਼ ਸ਼ੌਕ ਨਾਲ ਬਣਾਉਂਦੇ ਹੋ ਮਾਸ਼ਾਅੱਲਾ ਸਭ ਕੁਝ ਇਹ ਵੀ ਖਾਮ ਖਾਈ ਨਾ ਤੁਸੀਂ ਮਤਲਬ ਤੁਸੀਂ ਚਾਹ ਰਹੇ ਹੋ ਕਿ ਮੈਂ ਕਹਾਂ ਕਿ ਤੁਸੀਂ ਪਤਲੇ ਲੱਗ ਰਹੇ ਹੋ ਮੈਂ ਅੱਜ ਤੁਹਾਨੂੰ ਦੱਸਾਂ ਇਹਦੇ ਚ ਕੋਈ ਉਹ ਮਤਲਬ ਗੱਲ ਛੁਪਾਉਣ ਵਾਲੀ ਨਹੀਂ ਹੈ ਸਵਾਏ ਇੱਕ ਜਾਂ ਦੋ ਆਈਟਮਸ ਹੈ ਉਹ ਵੀ ਮੈਂ ਕੋਈ ਦਾਣਾ ਖਾਸਾ ਨਾ ਗਵਾਰੀ ਨਹੀਂ ਕੋਈ ਮਕਸਦ ਹੈ ਨਹੀਂ ਖਾਂਦਾ या चलो चख लेना बाकी अल्हम्दुलिल्लाह माशाल्लाह सारा कुछ खाईदा रीजन है कि खाना चाहिए मतलब वो एक 2 क्लास च पढ़ी सी डेफिनेशन रिदा साइंस की किताब दे विच अच्छा बैलेंस डाइट दी ना अच्छा a diet which meet all the requirement of the body is called balanced diet रटे ला के हाले तक याद है लेकिन ਉਹਨੂੰ ਸਮਝਣ ਚ ਮੈਨੂੰ ਮਾਸ਼ਾਅੱਲਾ ਬੜਾ ਚਿਰ ਲੱਗ ਗਿਆ ਬੜੀ ਸਾਲ ਅੱਛਾ ਮਸਲਾ ਹੈਗਾ ਕਿ ਸਾਡੇ ਜਿਹੜੀ ਅਸੀਂ ਈਟਿੰਗ ਹੈਬਿਟ ਜਿਹੜੀਆਂ ਨੇ ਉਹ ਹੈਬਿਚੁਅਲ ਨੇ ਮਤਲਬ ਅਸੀਂ ਖੁਸ਼ੀ ਹੋਵੇ ਤਦ ਅਸੀਂ ਖਾਂਦੇ ਨੇ ਉਦਾਸੀ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਮਤਲਬ ਖਾਣਾ ਹੀ ਖਾਣਾ ਨਾ ਫਿਰ ਉਹ ਕੀ ਕਰੀਏ ਮਿਲਣ ਵਾਸਤੇ ਕੋਈ ਬਹਾਨਾ ਸਾਨੂੰ ਚਾਹੀਦਾ ਹੁੰਦਾ ਤੇ ਬਹਾਨਾ ਖਾਣੇ ਤੋਂ ਵਧੀਆ ਫਿਰ ਹੋਰ ਕੋਈ ਹੁੰਦਾ ਨਹੀਂ ਤੇ ਅੱਲਾ ਮਾਫ ਕਰੇ ਖੁਸ਼ੀ ਗਮੀ ਤੇ ਨਾਲ ਜ਼ਿੰਦਗੀ ਤੇ ਚੱਲਦੀ ਰਹਿੰਦੀ ਬਟ ਖੁਸ਼ੀ ਤੇ ਗਮੀ ਉਹਦੇ ਵਿੱਚ ਵੀ ਅਸੀਂ ਪ੍ਰੋਪਰ ਤਮਾਮ ਨਾਲ ਚੀਜ਼ਾਂ ਕਰ ਰਹੇ ਹੋਨੇ ਆ ਜੋ ਨਹੀਂ ਹੋਣਾ ਚਾਹੀਦਾ which is somehow unfortunate but ਚਲੋ ਫਿਰ ਉਹੀ ਗੱਲ ਹੈ ਕਿ ਜਦੋਂ ਤੁਸੀਂ ਬਹਾਨਾ ਹੀ ਬਣਾਉਣਾ ਹੈ ਤੇ ਚਲੋ ਕੋਈ ਗੱਲ ਚੰਗਾ ਬਹਾਨਾ ਬਣਾਓ ਫਿਰ ਤਕੜਾ ਜਿਹਾ ਬਹਾਨਾ ਹੋਣਾ ਚਾਹੀਦਾ ਨਹੀਂ ਲੋਕੀ ਆਂਦੇ ਨਹੀਂ ਨਾ ਮੁਸੀਬਤ ਹੈ ਵੇ ਮਤਲਬ ਉਹ ਸ਼ਾਦੀਆਂ ਦਾ ਕਾਰਡ ਵੀ ਹੁਣ ਤੇ ਖੈਰ ਕਾਰਡ ਨਹੀਂ ਦਿੰਦੇ WhatsApp ਤੇ ਇਨਵੀਟੇਸ਼ਨ ਤੁਹਾਨੂੰ ਆਉਂਦਾ ਬਟ ਜੋ ਸ਼ਾਦੀਆਂ ਦਾ ਕਾਰਡ ਜਦੋਂ ਆਉਂਦਾ ਸੀ ਕਿਸੇ ਜ਼ਮਾਨੇ ਤੇ ਅਰਾਈਵਲ ਆਫ ਬਰਾਤ 7 PM ਡਿਨਰ 8 PM ਲੋਕੀ 8:10 ਤੇ ਆਉਂਦੇ ਸਨ ਕਿਤੇ ਨਾ ਰੋਟੀ ਜਦੋਂ ਆ ਜਾਏ ਖੁੱਲ ਜਾਏ ਸਾਰੀਆਂ ਕਨਾਤਾਂ ਪਰਾਤਾਂ ਲੱਗ ਜਾਣ ਫਿਰ ਅਸੀਂ ਸ਼ੁਰੂ ਕਰੀਏ ਅੱਛਾ ਅੱਜ ਕੱਲ੍ਹ ਇੱਕ ਬੜਾ ਮੈਨੂੰ ਮੈਂ ਤੇ ਇਸ ਗੱਲ ਦੀ ਮੈਂ ਬੜੀ ਐਪਰੀਸ਼ੀਏਟ ਕਰਾਂਗੀ ਕਿ ਜਿਹੜਾ ਹਕੂਮਤ ਨੇ ਵਨ ਡਿਸ਼ ਰੱਖੀ ਹੈ ਉਹ ਮੈਨੂੰ ਲੱਗਦਾ ਕਿ ਬੜੀ ਚੰਗੀ ਗੱਲ ਹੈਗੀ ਹੈ ਬੱਚਤ ਦੀ ਬੱਚਤ ਤੇ ਖਾਣੇ ਦਾ ਜ਼ਿਆ ਨਹੀਂ ਹੁੰਦਾ ਦੂਸਰੀ ਗੱਲ ਕਿ ਟਾਈਮਿੰਗਸ ਜਿਹੜੇ ਰੱਖੇ ਨੇ ਉਹ ਵੀ ਮੈਨੂੰ ਲੱਗਦਾ ਕਿ ਉਹ ਹੋਣੇ ਚਾਹੀਦੇ ਨੇ ਬਿਲਾ ਵਜ੍ਹਾ ਦੇ ਲੇਟ ਨਾਈਟ ਅੱਛਾ ਬਾਹਰੋਂ ਵੀ ਜਦੋਂ ਤੁਸੀਂ ਮੁਲਕ ਤੋਂ ਬਾਹਰ ਜਾਓ ਉੱਥੇ ਵੀ 8 8:30 9 ਮੈਕਸਿਮਮ ਮਾਰਕੀਟ ਜਿਹੜੀ ਨਾ ਖੁੱਲੀਆਂ ਰਹਿੰਦੀਆਂ ਨੇ ਉਦੋਂ ਬਾਅਦ ਉਹ ਕਲੋਜ਼ ਟੋਟਲੀ ਕਲੋਜ਼ ਤੋਂ ਮੈਨੂੰ ਲੱਗਦਾ ਬਿਜਲੀ ਦੀ ਬੱਚਤ એનર્ਜੀ ਦੀ ਬੱਚਤ ਇਹਨਾਂ ਦੇ ਨਾਲ ਉਹਨਾਂ ਦੇ ਨਾਲ ਜੀ ਪੈਸੇ ਦੀ ਬੱਚਤ ਤੇ ਖੁਆਰੀ ਦੀ ਬੱਚਤ
ਜ਼ਰੂਰੀ ਹੈ which is which is good ਲੇਕਿਨ ਫਿਰ ਉਹ ਗੱਲ ਹੈ ਕਿ ਆਪਣੀ ਰੂਟੀਨ ਤੁਸੀਂ ਸੈੱਟ ਕਰ ਲਓ ਉਸ ਹਿਸਾਬ ਨਾਲ। ਮਤਲਬ ਬਹੁਤ ਸਾਰੇ ਲੋਕ ਨੇ ਜਿਹੜੇ ਜਿੱਦਾਂ ਸਾਡੇ ਆ ਰਹੇ ਕਿ ਜਿਹੜੇ ਇਵਨਿੰਗ 'ਚ ਜੌਬ ਕਰ ਰਹੇ ਹੁੰਦੇ ਨੇ ਤੇ ਫਿਰ ਉਹ ਕਹਿੰਦੇ ਨੇ ਯਾਰ ਅਸੀਂ ਚੀਜ਼ਾਂ ਕਦੋਂ ਲਈਏ, ਤਾਂ ਤੁਸੀਂ ਪਹਿਲੇ ਵਾਲਾ ਟਾਈਮ ਯੂਟਿਲਾਈਜ਼ ਕਰ ਸਕਦੇ ਹੋ, ਉਹਦੇ ਵਿੱਚ ਆ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ। ਇਸ ਤਰ੍ਹਾਂ ਅੱਛਾ, ਇੱਕ ਹੁੰਦੀ ਹੈ ਗੋ ਟੂ ਰੈਸਪੀ, ਮਤਲਬ ਕੁਝ ਨਾ ਹੋਵੇ ਤੁਸੀਂ ਉਹ ਬਣਾ ਲਓ, ਹੈ ਨਾ। ਤੇ ਅੱਜ ਮੈਂ ਸਵਾਲ ਦੋ ਤਰ੍ਹਾਂ ਦੇ ਸਵਾਲ ਮੈਂ ਲੈ ਕੇ ਆਈ ਹਾਂ। ਇੱਕ ਤਾਂ ਜੀ ਤੁਸੀਂ ਦੱਸੋ ਗੋ ਟੂ ਰੈਸਪੀ, ਜਦੋਂ ਜੈਸੇ ਦਾਲ ਚਾਵਲ ਹੋਣ, ਕੁਝ ਸਮਝ ਨਹੀਂ ਆ ਰਿਹਾ ਕੀ ਬਣਾਈਏ, ਤੇ ਤੁਸੀਂ ਫੌਰਨ ਉਹ ਚੀਜ਼ ਰੈਡੀ ਕਰ ਸਕਦੇ ਹੋ। 0518094519 ਇੱਕ ਤੁਸੀਂ ਸਾਨੂੰ ਦੱਸਣੀ ਹੈ ਸਾਡੀ ਤੁਹਾਡੀ ਆਪਣੀ ਗੋ ਟੂ ਰੈਸਪੀ, ਫੇਵਰਿਟ ਰੈਸਪੀ, ਈਜ਼ੀ ਟੂ ਮੇਕ। ਤੇ ਦੂਜੀ ਗੱਲ ਕਿ ਮੈਂ ਕੱਲ ਇੱਕ ਪੰਜਾਬੀ ਸ਼ਾਇਰੀ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸਾਂ, ਤੇ ਮੈਂ ਚਾਹਾਂਗੀ ਕਿ ਤੁਸੀਂ 3 ਪੰਜਾਬੀ ਸ਼ੋਰਾ ਜਿਹੜੇ ਨੇ ਸੂਫੀਆਨਾ ਕਲਾਮ, ਬੜਾ ਇੰਪੋਰਟੈਂਟ ਤੇ ਬੜਾ ਖੂਬਸੂਰਤ ਜਿਹੜਾ ਨਾ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੁੰਦਾ ਹੈ, ਬੜੇ ਵੱਡੇ ਵੱਡੇ ਸ਼ਾਇਰ ਨੇ, ਤੁਸੀਂ ਕਾਲ ਕਰਕੇ ਦੱਸ ਸਕਦੇ ਹੋ, ਨਾਂ ਲੈ ਸਕਦੇ ਹੋ ਉਹਨਾਂ ਦਾ, ਤੇ ਤੁਸੀਂ ਕਲਾਮ ਵੀ ਪੜ੍ਹ ਸਕਦੇ ਹੋ। ਤੇ ਮੇਰੇ ਕੱਲ ਦੇ ਫੇਵਰਟ ਜਿਹੜੇ ਸ਼ਾਇਰ ਸਨ ਉਹ ਤੇ ਬਾਬਾ ਨਜਮੀ ਸਾਹਿਬ ਹੈਗੇ ਨੇ, ਪੰਜਾਬੀ ਦੇ, ਬੜੀ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ। ਇੰਟਰਫੇਸ ਬਾਬਾ ਨਜਮੀ ਤਾਂ ਮੈਨੂੰ ਵੀ ਬੜੇ ਪਸੰਦ ਨੇ। ਓਕੇ ਨਹੀਂ ਮਾਸ਼ਾਅੱਲਾ ਬੜਾ ਅੱਛਾ ਕਲਾਮ ਹੈ ਉਹਨਾਂ ਦਾ, ਮੈਂ ਕਹਿ ਰਿਹਾ ਸਾਂ। ਬਿਲਕੁਲ ਇਸ ਤਰ੍ਹਾਂ ਹੀ ਜਿਹੜੀ ਮਾਸ਼ਾਅੱਲਾ ਜਦੋਂ ਕਦੀ ਮਾਸ਼ਾਅੱਲਾ ਜਿਹੜੀ ਪੋਇਟਰੀ ਉਹ ਖਾਸ ਤੌਰ ਤੇ ਸਟੇਟਸ ਤੇ ਲਾਉਂਦੇ ਨੇ, ਉਹ ਵੀ ਕਮਾਲ ਹੈ। ਮਤਲਬ ਲੋਕੀ ਜਿਹੜੀ ਸਟੇਟਸ ਤੇ ਲਾਉਂਦੇ, ਮੈਂ ਕਹਿ ਰਿਹਾ ਕਿ ਬਹੁਤ ਸਾਰੇ ਮਤਲਬ ਇਹੋ ਜਿਹੀਆਂ ਚੀਜ਼ਾਂ ਨੇ ਜਿਹੜਾ ਅਸੀਂ ਮਤਲਬ ਪੜ੍ਹ ਲੈਂਦੇ ਹਾਂ, ਸਟੇਟਸ WhatsApp ਦੇ ਵੇਖ ਲੈਂਦੇ ਹਾਂ, ਲੇਕਿਨ ਉਹੀ ਗੱਲ ਹੈ ਕਿ ਫਿਰ ਸਾਨੂੰ ਪਤਾ ਨਹੀਂ ਹੁੰਦਾ ਕਿ ਕਿੱਦਾਂ ਹੈ, ਕੀ ਮਤਲਬ ਕਲਾਮ ਕਿੱਦਾਂ ਹੈ, ਕੀ ਕੌਣ ਕਹਿਣਾ ਚਾਹ ਰਿਹਾ ਹੈ। ਫਿਰ ਜਦੋਂ ਸਾਨੂੰ ਮਤਲਬ ਪਤਾ ਲੱਗਦਾ ਉਹਦੀ ਗਹਿਰਾਈ ਦਾ, ਫਿਰ ਅਸੀਂ ਕਹਿੰਦੇ ਹਾਂ ਮਤਲਬ ਦਿਸ ਇਜ਼ ਬਿਊਟੀਫੁਲ, ਦਿਸ ਇਜ਼ ਐਕਸਟਰਾਆਰਡਨਰੀ। ਤੇ ਅੱਛਾ, ਹੁਣ ਅੱਜ ਦੀ ਰੈਸਿਪੀ ਤੇ ਜਨਾਬ ਕੀ ਹੋਇਆ, ਸਾਨੂੰ ਅਸੀਂ ਕਿਉਂ ਆ ਰਹੀ ਰੈਸਿਪੀ ਦੀ ਪਾਸੇ ਜਾਣੇ ਹੋ, ਠੀਕ ਹੈ। ਔਰ ਮੈਂ ਉੱਠਣ ਲੱਗਾ ਉੱਠਣ ਲੱਗੇ ਜੀ। ਨਹੀਂ, ਮੈਂ ਉਹਦੀ ਰੀਜ਼ਨ ਹੈ ਜਨਾਬ ਕਿ ਵੀ ਹੈਵ ਵੈਰੀ ਟੈਲੈਂਟਡ ਗੁਲਜ਼ਾਰ ਭਾਈ ਮਾਸ਼ਾਅੱਲਾ ਅਗੇਨ ਬੈਕ ਔਨ ਦ ਪੈਨਲ। ਔਰ ਅੱਛਾ ਬੜੇ ਸਾਰੇ ਓਏ ਹੋਏ ਮਤਲਬ ਇੱਕ ਤੱਕੋ ਨਾ ਗੁਲਜ਼ਾਰ ਭਾਈ ਮਾਸ਼ਾਅੱਲਾ ਜਿਹੋ ਜਿਹਾ ਪੈਨਲ ਕਰ ਰਹੇ ਨੇ ਨਾ, ਮੇਰੇ ਜਿਹੜੇ ਭਰਾ ਨੇ ਖੁਸ਼ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਜਿਹੜੇ ਕੈਮਰਾਮੈਨ ਭਰਾ ਨੇ, ਵਰਨਾ ਉਹ ਮੂਮਨ ਵਿਚਾਰੇ ਇੱਕ ਹੱਥ ਤੇ ਸੋਈ ਜਾਂਦਾ ਹੈ ਅਕਸਰ, ਤੇ ਲੇਕਿਨ ਮਾਸ਼ਾਅੱਲਾ ਅੱਜ ਬੜੇ ਖੁਸ਼ ਨੇ ਉਹ, ਠੀਕ ਹੈ। ਅੱਛਾ ਨਹੀਂ, ਹਾਂ ਉਹ ਕਹਿ ਰਹੇ ਯਾਰ ਇਲੈਬੋਰੇਟ ਕਰ ਦਿਓ। ਨਹੀਂ ਇਲੈਬੋਰੇਟ ਨਹੀਂ ਕਰਨਾ, ਉਹਦੀ ਰੀਜ਼ਨ ਐਵੇਂ ਜਨਾਬ ਹਰ ਇੱਕ ਦੀ ਆਪਣੀ ਖਾਸੀਅਤ ਹੈ, ਸਪੈਸ਼ਲਿਟੀ ਹੈ। ਐਂਡ ਮਾਸ਼ਾਅੱਲਾ ਵੀ ਹੈਵ ਵੈਰੀ ਟੈਲੈਂਟਡ ਪੀਪਲ ਵਿਦ ਅਸ, ਜੋ ਕਿ ਮਤਲਬ ਜਿਨ੍ਹਾਂ ਦਾ ਮਲਟੀ ਟੈਲੈਂਟਡ ਨੇ, ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਆਈ ਮਸਟ ਸੇ ਮਲਟੀ ਟੈਲੈਂਟਡ, ਕੋਈ ਗੱਲ ਨਹੀਂ, ਉਹ ਤੱਕ ਦਿਖਾਣਾ ਚਾਹ ਰਹੇ ਸਨ, ਇੱਥੇ ਵੀ ਦੁਨੀਆ ਤਾਰੀਫ ਕਰਨ ਦੀ ਦੇਰ ਸੀ। ਇਹ ਤੱਕ ਹੈ, ये देखिए मैं इधर से भी आ सकता हूँ। पर खैर ਅੱਜ ਤੁਸੀਂ ਕੈਮਰੇ ਨੂੰ ਫੋਲੋ ਕਰਨਾ ਹੈ, ਕੈਮਰਾ ਫੋਲੋ ਨਹੀਂ ਕਰੇਗਾ। ਗੱਲ ਸੁਣੋ, ਨਹੀਂ ਪਈ ਤੇ ਨਹੀਂ ਆਏ, ਯਾਦ ਉਹਨਾਂ ਦੀ ਆ ਰਹੀ ਹੈ। ਅੱਛਾ ਫੋਨ ਤੋਂ ਬਾਅਦ ਹੀ ਇਹ ਗੱਲ ਕੱਟ ਹੋਇਆ ਹੈ। ਇਹਨਾਂ को बाबरकत नहीं बिल्कुल ठीक है। तो bunch of talented माशाल्लाह मल्टी टैलेंटेड मैं कहांगा। देखो मैं ਤੁਹਾਨੂੰ ਇੱਕ ਗੱਲ ਦੱਸਾਂ, ਡੈਡੀਕੇਟਿਡਲੀ ਬੜੇ ਸਾਰੇ ਮਤਲਬ ਮਲਟੀਨੈਸ਼ਨਲ ਜਿਹੜੀ ਕੰਪਨੀਆਂ ਹੁੰਦੀਆਂ ਨੇ, ਜਿਹੜੇ ਵੀ ਇਦਾਰੇ ਨੇ, ਉਹਨਾਂ ਦੇ ਵਿੱਚ ਮਤਲਬ ਰਿਦਾ ਡੈਜ਼ਿਗਨੇਟਿਡਲੀ ਇੱਕ ਬੰਦਾ ਇੱਕ ਕੰਮ, ਔਰ ਜਦੋਂ ਥੋੜਾ ਜਿਹਾ ਵੀ ਉਹਨੂੰ ਕੋਈ ਕਹਿ ਦਿਓ ਨਾ ਕਿ ਇਹ ਵਾਲਾ ਕੰਮ ਵੀ ਕਰ दीजिए, that's not my job, I can't do it, I don't have the talent ਵਗੈਰਾ ਵਗੈਰਾ ਵਗੈਰਾ। ਬਟ ਅਲਹਮਦੁਲਿल्लाह ਇਹ ਨਹੀਂ ਕਿ ਕੋਈ ਖੁਦਾ ਨਾ ਖਾਸਤਾ ਕਿਸੇ ਦਾ ਮਤਲਬ ਜ਼ਬਰਦਸਤੀ ਹੈ, ਲੇਕਿਨ ਜਿੰਨੇ ਵੀ ਇੱਥੇ EMPLOYEES ਨੇ, ਜਿੰਨੇ ਵੀ ਮਲਟੀਟਾਸਕਿੰਗ ਕਰਨ ਦੀ ਕੋਸ਼ਿਸ਼ ਕੀਤੀ, ਔਰ ਕਿਉਂ ਕੀਤੀ ਹੈ ਕਿ ਮਤਲਬ ਉਹ ਇੱਕ ਤੋਂ ਜ਼ਿਆਦਾ ਕੰਮ ਸਿੱਖਣ ਦੀ ਉਹਨਾਂ ਦੇ ਵਿੱਚ ਅਬਿਲਿਟੀ ਆ ਜੇ, ਅਵੇਲੇਬਿਲਿਟੀ ਵੀ ਆ ਜੇ, ਅਬਿਲਿਟੀ ਵੀ ਆ ਜੇ। ਉਹਦੀ ਰੀਜ਼ਨ ਇਹ ਵੇ ਕਿ ਜਦੋਂ ਮੈਂ ਇਨੀਸ਼ੀਅਲੀ ਸਟਾਰਟ ਕੀਤਾ ਸੀ ਨਾ, ਸਾਨੂੰ ਲੋਕੀ ਕਹਿੰਦੇ ਸਨ ਵੀ ਆਪ ਜਲਦੀ ਸੇ ਜਾइए, एंकर बन जाइए, न्यूज़ पढ़िए, करंट अफेयर्स कीजिए तो आप तो परफेक्ट हैं, आप सेट हैं। बट वन ऑफ माई मेंटर्स माशाल्लाह, बल्कि मतलब उन तो शायद ओनली मेंटर, उन्होंने मैंने क्या इनिशियली उन्होंने मीटिंग हुई कि आपने जब अपनी डिग्री ली है इन मैथ कम्युनिकेशन, तो वाई नॉट कि आप अपने इन स्किल्स को इन्हांस कीजिए। और फिर मतलब उन्होंने मुख्तलिफ मतलब मीडियम्स दे विच, हर मीडियम ਦੇ ਵਿੱਚ ਮਤਲਬ ਪ੍ਰੋਡਕਸ਼ਨ ਦੇ ਵਿੱਚ, ਅਸਿਸਟੈਂਸ ਦੇ ਵਿੱਚ, ਡਾਇਰੈਕਸ਼ਨ ਦੇ ਵਿੱਚ, ਐਜ਼ ਅ ਸ਼ੋ ਰਨਰ, ਐਜ਼ ਅ ਮਿਮਿਕਰੀ ਆਰਟਿਸਟ, ਐਜ਼ ਅ ਸ਼ੈਫ, ਐਜ਼ ਅ ਮਤਲਬ ਵਟ ਨਾਟ, ਮਤਲਬ ਸਟੋਰੀ ਟੈਲਰ, ਰਾਈਟਰ, ਡਾਇਲੌਗ ਰਾਈਟਰ, ਕੰਟੈਂਟ ਕ੍ਰੀਏਟਰ, ਕਾਮੇਡੀ, ਮਤਲਬ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਐਂਡ ਆਈ ਵੁੱਡ ਲਾਈਕ ਟੂ ਮੈਂਸ਼ਨ ਹਮੇਸ਼ਾ ਕਿ ਅੱਲਾ ਉਹਨਾਂ ਨੂੰ ਜਨਾਬ ਖੁਸ਼ ਰੱਖੇ, ਕਿਉਂਕਿ ਮੇਰੇ ਸਕਿੱਲਸ ਜਿਹੜੇ ਨੇ ਉਹ ਮੈਨੂੰ ਨਹੀਂ ਸਨ ਪਤਾ, ਬਟ ਥੈਂਕਸ ਟੂ ਕੇਵਾਨ ਭਾਈ, ਉਹਨਾਂ ਨੇ ਹਮੇਸ਼ਾ ਇਸ ਚੀਜ਼ ਨੂੰ ਮਤਲਬ ਮੈਨੂੰ ਥੋੜਾ ਕੁਛ ਅਰਸੇ ਬਾਅਦ ਨਹੀਂ, ਜਿਹੜਾ ਪੰਜਾਬੀ ਦੇ ਸ਼ੋਅ ਅਸੀਂ ਕਰ ਰਹੇ ਹਾਂ, ਖੋਲ੍ਹ ਦੇਣੇ ਮੇਰੀ ਅੱਖ।
ਪੰਜਾਬੀ ਦਾ ਜਿਹੜਾ ਸ਼ੋਅ ਅਸੀਂ ਕਰ ਰਹੇ ਹਾਂ ਜੀ ਮਾਰਨਿੰਗ ਸ਼ੋਅ, ਇੱਕ ਤੇ ਮੈਨੂੰ ਲੱਗਦਾ ਕਿ ਇਹ ਹੈ ਹੀ ਪਾਕਿਸਤਾਨ ਦਾ ਵਾਹਿਦ ਮਾਰਨਿੰਗ ਸ਼ੋਅ ਪੰਜਾਬੀ ਜ਼ਬਾਨ ਦੇ ਵਿੱਚ। ਦੂਜੀ ਗੱਲ ਕਿ ਜੀ ਸਾਨੂੰ ਇਹ ਸ਼ੋਅ ਦੇਣਾ, ਇਹ ਵੀ ਮਸ਼ਰ ਸਾਹਿਬ ਦਾ, ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਜੀ। ਇਹ ਰਿਸਕ ਲੈਣ ਵਾਲੀ ਗੱਲ ਸੀ ਖਾਸ ਤੌਰ ਤੇ ਮੇਰੇ ਤੇ, लेकिन मैं कोशिश तो हाले तक भी कितने अर्सा हो गया है, साल तो ज़्यादा माशाल्लाह जी। हमने असी स्टार्ट किया थी 2005 छोटी ईद ते हुन माशाल्लाह इसमें मतलब छोटी ईद तो हुन कितना सवा साल हो गया उत्ते हो गया टाइम मतलब एंड माशाल्लाह जी इट्स गोइंग स्ट्रॉन्ग एंड चंगा। और फिर वही गल है कि जो लोगों का एक मिसकनसैप्शन सी जो उन्होंने एक भी मतलब मॉडर्न पीपल कैन नॉट टॉक इन पंजाबी या जोड़े थोड़े पढ़ लिख जाते हैं उन्होंने अपनी रूट्स के नाल प्यार नहीं होंदा, कदर नहीं होंदी। ਅਸੀਂ ਇਹ ਸਾਰੀ ਬ੍ਰੇਕ ਕਰ ਛੜੀ ਆਪਣੇ ਪੁਰਾਣਿਆਂ ਦੀ ਵਜ੍ਹਾ ਨਾਲ। ਇਹੋ ਜਿਹੇ ਲੋਕ ਮਾਸ਼ਾਅੱਲਾ ਆਏ ਨੇ ਕਿ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਕਿਆ ਕਮਾਲ ਗੱਲਾਂ ਕੀਤੀਆਂ ਨੇ ਔਰ ਆਪਣੀ ਸਟੋਰੀਜ਼ ਦੱਸੀਆਂ ਨੇ। ਐਂਡ ਦ ਬੈਸਟ ਪਾਰਟ ਇਜ਼ ਕਿ ਉਹ ਪ੍ਰਾਊਡਲੀ ਹੁਣ ਐਜ਼ ਅ ਪੰਜਾਬੀ ਸਪੀਕਰਸ ਦੁਨੀਆ 'ਚ ਆਪਣੇ ਆਪ ਨੂੰ ਰੈਕਗਨਾਈਜ਼ ਕਰਾਉਂਦੇ ਨੇ। ਦੂਜੀ ਗੱਲ ਜਿਹੜੇ ਥੀਏਟਰ ਤੇ ਟੀਵੀ ਦੀ ਜਿਹੜੀ ਕਾਮੇਡੀ ਪੰਜਾਬੀ ਦੇ ਵਿੱਚ ਉਹ ਪ੍ਰੋਡਿਊਸ ਕਰ ਰਹੇ ਨਾ, ਉਹ ਸਹੀ ਪੰਜਾਬੀ ਮੈਨੂੰ ਲੱਗਦਾ ਉਹ ਪੰਜਾਬੀ ਨਹੀਂ ਹੈਗੀ। ਪੰਜਾਬੀ ਬੜੀ ਸੁਸਤਾ, ਬੜੀ ਖੂਬਸੂਰਤ ਤੇ ਮਿੱਠੀ ਜ਼ੁਬਾਨ ਹੈਗੀ ਹੈ। ਤੇ ਮੈਂ ਵੀ ਲਰਨ ਕਰ ਰਹੀ ਹਾਂ ਜੀ, ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਕੁਝ ਪੰਜਾਬੀ ਦੇ ਵਿੱਚ ਗੱਲ ਪ੍ਰੋਪਰ ਤਰੀਕੇ ਨਾਲ ਕਰਾਂ। ਨਹੀਂ ਮਾਸ਼ਾਅੱਲਾ ਜੀ ਤੁਹਾਡੀ ਪੰਜਾਬੀ ਅੰਗਰੇਜ਼ੀ ਉਰਦੂ ਮਾਈਨਸ ਕਰਕੇ ਇਹੋ ਜੀ ਕੋਈ ਗੱਲ ਨਹੀਂ, ਤੁਸੀਂ ਬੜੀ ਚੰਗੀ ਪੰਜਾਬੀ ਬੋਲ ਰਹੇ ਹੋ। ਮਤਲਬ ਮੈਂ ਦਿਲ ਨਾਲ ਕਹਿ ਰਿਹਾ, ਕੋਈ ਮਜ਼ਾਕ ਵੀ ਨਹੀਂ ਉਡਾ ਰਿਹਾ ਕਿ ਇਨੀਸ਼ੀਅਲੀ ਮੇਰਾ ਤੇ ਮੇਰੀ ਭੈਣ ਦਾ ਇੱਕੋ ਹੀ ਹਾਲ ਸੀ ਸਾਡਾ, ਮਤਲਬ ਓਏ ਹੋਏ ਹੋਏ ਇਹ ਡਰਾਈਵਿੰਗ ਦੀ ਤਰ੍ਹਾਂ ਮੈਨੂੰ ਲੱਗਦੀ। ਲੇਕਿਨ ਹੁਣ ਮਾਸ਼ਾਅੱਲਾ ਉਹ ਮਤਲਬ ਹੈ ਕਿ ਆਸਤਾ ਆਸਤਾ ਅਸੀਂ ਆਪਣੀ ਪਟੜੀ पे आ गए हैं हम। ਅੱਛਾ ਜੀ, ਇੰਗਰੀਡੀਐਂਟਸ ਛੇਤੀ ਨਾਲ ਤੁਹਾਨੂੰ ਦੱਸਦੇ ਹਾਂ। ਉਹਦੀ ਰੀਜ਼ਨ ਇਹ ਹੈ ਕਿ ਆਟਾ ਗੁੰਨ ਕੇ ਥੋੜੀ ਦਿਨ ਨੂੰ ਉਹ ਮਤਲਬ ਰੱਖਣਾ ਵੀ ਪੈਂਦਾ ਹੈ। ਔਰ ਜੇ ਤੁਹਾਡੇ ਘਰ ਆਂਦਾ ਹੈ ਮਾਸ਼ਾਅੱਲਾ ਚੰਗਾ ਚੱਕੀ ਆਟਾ, ਤੇ ਚੱਕੀ ਆਟੇ ਦੇ ਨਾਲ ਫਿਰ ਤੁਸੀਂ ਕੀ ਕਰਨਾ, ਉਹਨੂੰ ਚੱਕੀ ਨਹੀਂ ਮਾਰਨੀ, ਉਹਦੇ ਨਾਲ ਤੁਸੀਂ मैदा ज़रूर शामिल करना है। लेकिन जो मतलब नॉर्मल आटा आता है, जो फाइन आटा जिसको आप कहते हैं, जो भी है वो फिर आप प्लेन ਤੁਸੀਂ ਆਟਾ ਉਹ ਲੈ ਲਓ ਤੇ ਉਹਦੇ ਵਿੱਚ ਤੁਸੀਂ ਬੇਸਨ ਸ਼ਾਮਿਲ ਕਰਨਾ। ਵੀ ਤੁਹਾਡੇ ਕੋਲ ਜਨਾਬ ਚੱਕੀ ਆਟਾ ਹੈ ਮਾਸ਼ਾਅੱਲਾ, ਠੀਕ ਹੈ। ਇਹਦੇ ਬਾਅਦ ਮੈਦੇ ਦੀ ਕੁਆਂਟੀਟੀ ਅਸੀਂ ਜਨਾਬ ਇੱਥੇ ਰੱਖੀ ਹੈ ਔਰ ਬੇਸਨ ਇਕੁਅਲੀ ਅਮਾਊਂਟ ਦੇ ਵਿੱਚ ਤ੍ਰੈਵੇ ਚੀਜ਼ਾਂ ਮੈਂ ਰੱਖੀਆਂ ਹੋਈਆਂ ਨੇ, ਠੀਕ ਹੈ। ਮੈਦਾ ਥੋੜਾ ਜਿਹਾ ਤੁਸੀਂ ਕੱਟ ਕਰ ਸਕਦੇ ਹੋ, ਲੇਕਿਨ ਮੈਨੂੰ ਚੁੱਕੇ ਚੰਗਾ ਲੱਗਦਾ ਪਰਾਠੀਆਂ ਦੇ ਵਿੱਚ ਇੱਕ ਉਹਦੀ ਬੜੀ ਮਜ਼ੇ ਦੀ ਫੀਲ ਆਉਂਦੀ ਹੈ, ਠੀਕ ਹੈ। ਇਸੇ ਤਰ੍ਹਾਂ ਜਨਾਬ ਤ੍ਰੈਵੇ ਚੀਜ਼ਾਂ ਨੂੰ ਅਸੀਂ ਸ਼ਾਮਿਲ ਕਰ ਲੈਣਾ ਹੈ ਇਸ ਬੋਲ ਦੇ ਵਿੱਚ, ਠੀਕ ਹੋ ਗਿਆ। ਔਰ ਉਹਦੇ ਬਾਅਦ ਜਨਾਬ ਜਿਹੜੇ ਡਰਾਈ ਮਸਾਲੇ ਨੇ ਨਾ, ਉਹ ਅਸੀਂ ਇਸੇ ਸਟੇਜ ਦੇ ਵਿੱਚ ਸ਼ਾਮਿਲ ਕਰ ਦੇਣੇ ਨੇ। ਉਹ ਚੁੱਕੇ ਬੇਸਨੀ ਰੋਟੀ ਹੈ ਤੇ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਮਤਲਬ ਕਹਿੰਦੇ ਨੇ ਕਿ ਜਨਾਬ ਬੇਸਨ ਦਾ ਟੇਸਟ ਆਣਾ ਬੜਾ ਮਸਤ ਹੈ। ਤੇ ਉਹ ਕੁਝ ਲੋਕੀ ਕੀ ਕਰਦੇ ਨੇ ਕਿ ਜਨਾਬ ਪਲੇਨ ਆਟੇ ਦੇ ਉੱਤੇ ਵੀ ਬੇਸਨ ਦਾ ਲੇਪ ਲਾ ਕੇ ਤੇ ਉਹਨੂੰ ਬਣਾ ਲੈਂਦੇ ਨੇ। ਬੜਾ ਆਸਾਨ ਜਿਹਾ ਵੀ ਉਹ ਟ੍ਰਿਕ ਹੈ, ਲੇਕਿਨ ਉਹ ਬੇਸਨੀ ਰੋਟੀ ਨਹੀਂ ਹੁੰਦੀ, ਬੇਸਨੀ ਪਰਾਠਾ ਚਲੋ ਉਹਨੂੰ ਤੁਸੀਂ ਕਹਿ ਸਕਦੇ ਹੋ। ਬਟ ਜੇ ਤੁਸੀਂ ਬੇਸਨੀ ਰੋਟੀ ਬਣਾਣੀ ਤੇ ਫਿਰ ਪ੍ਰੋਪਰ ਤੁਸੀਂ ਕੋਸ਼ਿਸ਼ ਕਰੋ ਕਿ ਉਹਨੂੰ ਇਸ ਤਰੀਕੇ ਨਾਲ ਬਣਾਓ, ਠੀਕ ਹੈ। ਅੱਛਾ, ਬੇਸਨ ਤੇ ਚੱਕੀ ਦਾ ਆਟਾ ਤੇ ਮੈਦਾ ਰਲ ਕੇ ਫਿਰ ਤੁਸੀਂ ਇੱਕ ਬੈਟਰ ਬਣਾਉਣਾ ਹੈ। ਨਹੀਂ ਬੈਟਰ ਨਹੀਂ ਗੂੰਦਣਾ ਇਹਨੂੰ, ਨਹੀਂ ਫਿਲਹਾਲ ਇਸਕੋ ਅਸੀਂ ਡਰਾਈ ਨੂੰ ਇਸ ਤਰ੍ਹਾਂ ਮਿਕਸ ਕਰ ਰਹੇ ਹਾਂ, ਠੀਕ ਹੈ। ਸਹੀ ਹੋ ਗਿਆ। ਔਰ ਮਿਕਸ ਕਿਉਂ ਕਰ ਰਹੇ ਹਾਂ ਮੈਂ ਉਹਦੀ ਰੀਜ਼ਨ ਤੁਹਾਨੂੰ ਦੱਸਣਾ, ਤਾਂ ਕਿ ਬਿਲਕੁਲ ਤ੍ਰੈਵੇ ਜਿਹੜੇ ਆਟੇ ਨੇ ਉਹ ਯਕਜਾਨ ਹੋ ਜਾਣ। ਔਰ ਵਿਸਕਰ ਦੀ ਮਦਦ ਨਾਲ ਉਹਨੂੰ ਤੁਸੀਂ ਜਨਾਬ ਪ੍ਰੋਪਰਲੀ ਮਿਕਸ ਕਰ ਲਓ। ਅੱਛਾ, ਐਸੇ ਸਟੇਜ ਦੇ ਵਿੱਚ ਅਸੀਂ ਕੀ ਸ਼ਾਮਿਲ ਕਰਨਾ ਹੈ, ਵਿੱਚ ਨਮਕ ਜ਼ਰੂਰ ਜਨਾਬ ਸ਼ਾਮਿਲ ਕਰੋ। ਥੋੜਾ ਸਾ ਕੁਆਂਟੀਟੀ ਜ਼ਿਆਦਾ ਹੀ ਅਸੀਂ ਰੱਖਣੀ ਹੈ ਤਕਰੀਬਨ, ਕਿਉਂਕਿ ਇਹਦਾ ਹੀ ਟੇਸਟ ਆਏਗਾ। ਮਿੱਠਾ ਸੋਡਾ ਹਲਕਾ ਜਿਹਾ ਇੱਥੇ ਪਿਆ ਹੋਇਆ, ਠੀਕ ਹੈ ਨਾ ਜਨਾਬ, ਇਹ ਚੈੱਕ ਕਰੋ, ਇਹ ਥੋੜਾ ਜਿਹਾ ਮਿੱਠਾ ਸੋਡਾ, not baking powder. Baking powder is different, ladies and gentlemen, ਤੇ ਮਿੱਠਾ ਸੋਡਾ different। ਅੱਛਾ ਸਹੀ, ਠੀਕ ਹੈ। ਮੈਂ ਹਰ ਦਫਾ ਤੁਹਾਨੂੰ ਦੱਸ ਰਿਹਾ ਹਾਂ ਕਿਉਂਕਿ ਜਨਾਬ ਅਸੀਂ ਅਕਸਰ ਇਹਨੂੰ ਮਿਕਸ ਕਰ ਜਾਂਦੇ ਹਾਂ। ਇਹ ਵੀ ਪਾਊਡਰ ਫॉर्म ਦੇ ਵਿੱਚ ऐसे स्टेज से शामिल कर दो, ठीक है। ज़ीरा थोड़ा सा उसको आप ऐसे हाथ की मदद से ग्राइंड कर लीजिए, ठीक है ना, वो तुसी शामिल करो, ਉਹਦਾ ਬੜਾ ਮਜ਼ੇਦਾਰ ਇਹਦੇ ਵਿੱਚ ਨਾ ਟੇਸਟ ਆਏਗਾ। ਤੇ ਧਨੀਆ ਪਾਊਡਰ ਜੇ ਸਾਡੇ ਕੋਲ ਨਹੀਂ ਹੈ ਕੋਈ ਗੱਲ ਨਹੀਂ, ਲੇਕਿਨ ਧਨੀਆ ਪਾਊਡਰ ਉਹਦੇ ਵਿੱਚ ਜ਼ਰੂਰ ਤੁਸੀਂ ਸ਼ਾਮਿਲ ਕਰਨਾ, ਉਹਦਾ ਬੜਾ ਮਜ਼ੇਦਾਰ ਟੇਸਟ ਆਉਂਦਾ ਹੈ, ਠੀਕ ਹੈ। ਤੇ ਕਿੰਨੇ ਨੇ ਸਾਡੇ ਕਾਲਰਸ 05180945995 ਯਾ ਅੱਲਾ ਖੈਰ 8094 519 ਇਹ ਬੇਸਨ ਦਾ ਖੁਮਾਰ ਚੜ ਗਿਆ ਮੈਨੂੰ। ਨਹੀਂ ਮਾਸ਼ਾਅੱਲਾ ਜਨਾਬ, ਕੱਲ ਤੁਸੀਂ ਇਹਦੇ ਕਰ ਖੁਸ਼ ਹੋ ਕੱਲ ਤੋਂ? ਹਾਂ ਤਾਂ ਚੰਗੀ ਗੱਲ ਨਹੀਂ ਹੈਗੀ। ਮੈਂ ਕਹ ਦੋ ਕਿਆ ਮਤਲਬ ਮੈਂ ਤਾਂ ਤਾਰੀਫ ਕਰ ਰਿਹਾ ਜਨਾਬ, ਅੱਛੀ ਗੱਲ ਹੈ। ਅੱਛਾ ਜੀ, ਐਸੇ ਸਟੇਜ ਦੇ ਵਿੱਚ ਹੁਣ ਅਸੀਂ ਕੀ ਸ਼ਾਮਿਲ ਕਰਨਾ ਹੈ, ਪ੍ਰੋਪਰਲੀ ਜਿਹੜਾ ਬੇਕਿੰਗ ਸੋਡਾ ਸੀ ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਇਸ ਤਰ੍ਹਾਂ। ਅੱਛਾ, ਇੱਕ ਹੋਰ ਵੀ ਲੋਕੀ ਕੀ ਕਰਦੇ ਨੇ ਕਿ ਉਹ ਐਸੇ ਆਟੇ ਨੂੰ ਛਲਣੀ ਦੀ ਮਦਦ ਸੇ, ਛਲਣੀ ਦੀ ਮਦਦ ਨਾਲ ਉਹਨੂੰ ਇੱਕ ਵਾਰੀ ਫਿਰ ਛਾਣ ਲੈਂਦੇ ਨੇ। फिर तो कोई शक की गुंजाइश नहीं ना रहती, ठीक हो गया। नमक भी मीठा सोडा भी सब कुछ इक्वली तो जनाब विच मिक्स हो जाता है, ठीक है। अच्छा, परसों मैं रेसिपी वेखी सी बेसन दी रोटी दी, बट वो बेसन दा जेड़ा ना वो आटा नहीं सी, ਉਹਨੂੰ ਲਿਕੁਇਡ ਫਾਰਮ ਚ ਬਿਲਕੁਲ ਪਾਣੀ ਵਰਗੋ ਕਰਕੇ ਨਾ ਬੈਟਰ ਜਿਹਾ ਬਣਾ ਕੇ ਤੇ ਫਿਰ ਰੋਟੀ ਬਣਾ। ਬਿਲਕੁਲ ਬਿਲकुल ਉਹ ਵੀ ਤਰੀਕਾ ਹੈ ਵੇ, ਲੇਕਿਨ ਫਿਰ ਉਹੀ ਗੱਲ ਹੈ ਕਿ ਮਾਸ਼ਾਅੱਲਾ ਜਨਾਬ ਜੇ ਤੁਸੀਂ ਰੋਟੀਆਂ ਪੁਰਾਣੀਆਂ ਹੈ ਫਿਰ ਤੁਸੀਂ ਆਪਣੇ
ਭਾਈਆਂ ਨਾਲ ਅੰਬਾਂ ਹੋਤੀਆਂ ਉੱਤੇ ਕਰ ਲਓ, ਠੀਕ ਹੈ, ਚੰਗੇ ਤਰੀਕੇ कॉलर जी, कॉलर पहले कॉलर ने, कॉलर। अस्सलाम वालेकुम जी। वालेकुम अस्सलाम रीदा जी, की हाल है? ठीक है, आपसे ठीक-ठाक गल जी। कर रहे हैं लाहौर तो जी फरमाइश का खाना बन रहा है। हाँ जी। ਤੁਸੀਂ ਨਾਂ ਤੇ ਦੱਸੋ, ਮੈਂ ਭੁੱਲ ਗਈ ਹਾਂ। आसिफ आसिफ आतिफ आसिम भाई, हाँ जी, फरमाइशी आज रोटी। ASIF आसिफ। आसिम, आतिफ, नहीं, सॉरी, आसिफ। आतिफ, आतिफ, नो आतिफ, नो 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 ASIF। आसिफ। जी जी। ओए शुक्र है। ते We आसिफ have भाई, some phonetic issues, आसिफ भाई, please don't mind। की ਕੀ ਹਾਲ ਹੈ हाल ਤੁਸੀਂ है ਭਾਈਨ, ਠੀਕ ਹੋ? हाँ जी। ਤੇ ਜਨਾਬ ਅੱਜ ਤੁਹਾਡੀ ਫਰਮਾਇਸ਼ ਅਸੀਂ ਕੋਸ਼ਿਸ਼ आया ਕੀਤੀ ਪੂਰੀ तुसी ਕਰੀਏ। मेरे मैं कहना कि मैं खुश हो गया देख के, मेरा भरा मेरे लिए सारा कुछ बनाने लिए लेके आया है, आटा गूंद रहा है, तो पटका पा के आया, परना पा के आया, पंजाबी माहौल पूरा बना के आया। जबरदस्त। ਬਹੁਤ ਸ਼ੁਕਰੀਆ ਆਸਿਫ ਭਾਈ, ਬਹੁਤ ਸ਼ੁਕਰੀਆ ਤੁਹਾਡੀ ਜਨਾਬ ਫਰਮਾਇਸ਼ ਸੇ ਰੱਖਾਂ ਤੇ ਜਨਾਬ ਹੋਰ ਹਾਂਜੀ। ਤੁਸੀਂ ਦੱਸੋ ਜਨਾਬ ਕਿਹੋ ਜਿਹਾ ਤੁਹਾਡਾ ਹਫਤਾ ਗੁਜ਼ਰਿਆ ਹੈ ਤੇ ਕੀ ਕੀਤਾ ਤੁਸੀਂ? बहुत अच्छा हफ्ता गुजरिया, अच्छी शुक्र अल्लाह अल्लाह का का। शुक्र है, जेड़ा वक्त लंघ जाए ना चंगा, बस ओदा शुक्र अदा करना। बेशक, ਇਹ बेशक, ਤੇ ਜ਼ਬਰਦस्त। ਚੰਗੀ ਗੱਲ ਕੀਤੀ और रीता जी ने जिन्ना अच्छा सूट पाया था, दुपट्टा ही बड़ा ज्यादा जबरदस्त है, प्लास्टिक जबरदस्त है। डबल इस्त्री ਕੀਤੀ ਹੈ ਜੀ ਮੈਂ ਇਸ ਵਾਰੀ। पूरी तो तुसी कीती, मगर सूट का दुपट्टा बड़ा प्यारा है। ਬਹੁਤ ਸ਼ੁਕਰੀਆ ਆਸਿਫ ਭਾਈ, ਬਹੁਤ ਸ਼ੁਕਰੀਆ ਇਨੀ ਪਜ਼ੀਰਾਈ ਦਾ, ਹੌਸਲਾ ਬਣਾਉਣ ਦਾ। के काली जुत्ती सारा कुछ बड़ा मैच हो गया, बड़ा जबरदस्त लगा। ते चुमके- ते मेरे चुमके तुसी नहीं वेखे? ना तुसी होर ज्यादा लुकिंग गुड लगन लगते हो। थैंक यू सो मच जी, बहुत बहुत शुक्रिया जी। मैं बड़ी कॉन्शियस हो गई सा लास्ट कॉल के बाद, मैं कहा जरा अपना कुछ ख्याल रखना शुरू ਤੁਹਾਡੇ करा। ਵਾਲ ਬੜੇ ਸੋਹਣੇ ਹੋ ਗਏ ਨੇ, ਵੱਡੇ ਹੋ ਗਏ ਨੇ, ਬੜੇ ਸੋਹਣੇ। ਉਹ ਜਿਹੜੇ ਛੋਟੇ ਸੀ ਨਾ, ਉਹ ਥੋੜੇ ਨਹੀਂ ਫੇਸ ਨੂੰ ਸੂਟ ਕਰ ਰਹੇ ਸੀ, ਹੁਣ ਬੜੇ ਅੱਛੇ ਲੱਗ ਰਹੇ ਨੇ। ਹੁਣ ਤੁਸੀਂ ਮੇਰੇ ਭਰਾ ਨੂੰ ਆਟਾ ਗੁੰਨਣ ਤੇ ਲਾਇਆ, ਸਾਰਾ ਕੁਝ ਕਰਨ ਦਿਆ, ਮੇਰੀ ਰੋਟੀ ਪਕਾਉਣ ਲਈ। ਬਹੁਤ ਸ਼ੁਕਰੀਆ ਆਸਿਫ ਭਾਈ, ਲੇਕਿਨ ਉਹੀ ਗੱਲ ਹੈ ਨਾ, ਰਲ ਮਿਲ ਕੇ ਕੰਮ ਕਰਨੇ ਚਾਹੀਦੇ ਨੇ ਨਾ, ਮਤਲਬ ਆਟਾ ਮੈਂ ਤੇ ਕੁਝ ਵੀ ਨਹੀਂ ਕਰ ਰਹੀ। ਭਾਈ ਮਿਹਨਤੀ ਬੰਦਾ ਹੈ, ਫਰਮਾਇਸ਼ ਪੂਰੀ ਕਰਨ ਵਾਲਾ। ਤੁਹਾਡਾ ਬੜਾ ਹੀ ਸ਼ੁਕਰੀਆ, ਬੜੀ ਮਿਹਰਬਾਨੀ ਕਿ ਤੁਸੀਂ ਮੇਰੀ ਫਰਮਾਇਸ਼ ਪੂਰੀ ਖੁਸ਼ ਰਹੋ ਸਰ ਜੀ, ਖੁਸ਼ ਰਹੋ। ਸ਼ੁਕਰੀਆ ਤੇ ਜੀ, ਤੁਹਾਡਾ ਬੜਾ ਸ਼ੁਕਰੀਆ। ਸ਼ੁਕਰੀਆ, ਤੁਸੀਂ ਇਨੀ ਮੁਹੱਬਤ ਨਾਲ ਕਾਲ ਕੀਤੀ ਹੈ। ਹੁਣ ਤੁਸੀਂ ਨਾ ਅਗਲੇ ਹਫਤੇ ਮੇਰੇ ਲਈ ਨਾ ਚਿੱਟੇ ਛੋਲੇ ਬਣਾਣੇ ਨੇ। ਛੋਲੇ ਤੁਸੀਂ ਘਰੋਂ ਭਿਓ ਕੇ ਉਬਾਲ ਕੇ ਲੈ ਆਣਾ, ਬਾਕੀ ਮਸਾਲਾ ਇੱਥੇ ਤਿਆਰ ਕਰਨਾ ਤੇ ਕਿਸੇ ਫੂਡ ਕੰਪਨੀ ਨੂੰ ਫੜਨਾ, ਉਹਦਾ ਮਸਾਲਾ ਨਾਲ ਮਿਕਸ ਕਰਕੇ ਪਾਣਾ, ਜਿਹੜਾ ਛੋਲਿਆਂ ਦਾ ਹੁੰਦਾ। ਹੁਣ ਕਹਿਣਾ ਸਪਾਂਸਰ ਦਿਓ ਸਾਨੂੰ। ਚਿੱਟੇ ਛੋਲੇ ਬਣਾਣੇ ਨੇ ਤੇ ਨਾਲ ਮਤਲਬ ਵੀ ਮਤਲਬ ਜਿਹੜੇ ਨਾਸ਼ਤੇ ਤੇ ਖਾਂਦੇ ਨੇ ਉਹ ਵਾਲੇ ਜਿਹੜੇ ਲਾਹੌਰ ਵਾਲੇ ਲੋਰੀ ਚਿਕਨ ਛੋਲੇ ਤੇ ਨਹੀਂ, ਚਿਕਨ ਛੋਲੇ ਤੇ ਨਹੀਂ ਕਹਿ ਰਹੇ। ਬਿਲਕੁਲ ਬਿਲकुल ਠੀਕ ਹੋ ਅੱਛਾ, ਗਿਆ, ਸਹੀ ਹੋ ਬਿਲकुल ਗਿਆ, ਸਹੀ ਹੋ ਜਨਾਬ। ਗਿਆ। ਤੁਹਾਡੀ ਜਨਾਬ ਇਨਸ਼ਾਅੱਲਾ ਤੁਸੀਂ ਤੇ ਮੇਰਾ ਕੰਮ ਆਸਾਨ ਕਰ ਦਿੰਦੇ ਹੋ। ਹਾਂ ਹਾਂ ਇਨਸ਼ਾਅੱਲਾ ਅਗਲੀ ਜਨਾਬ। ਵਾਰੀ ਉਹ ਛੋਲੇ ਘਰੋਂ ਬਾਲ ਲਿਆਣਾ, ਬਾਕੀ ਮਸਾਲਾ ਇੱਥੇ ਤਿਆਰ ਕਰਨਾ ਤੇ ਕਿਸੇ ਫੂਡ ਕੰਪਨੀ ਮੇਰੇ ਭਰਾ ਨੂੰ ਸਾਰਾ ਕੁਛ recipe ਆਉਂਦੀ ਹੈ। ਉਹਨਾਂ ਨੂੰ ਕਹੋ ਨਾ ਅਸੀਂ ਇਹ ਰੈਸਪੀ ਬਣਾਉਣੀਆਂ ਨੇ, ਤੁਹਾਨੂੰ ਆਪਣੇ ਮਸਾਲੇ ਦਿਓ, ਅਸੀਂ ਉੱਥੇ ਡਿਸਪਲੇ ਕਰਕੇ ਲਾਣੇ ਨੇ। ਸਰ ਜੀ ਤੁਹਾਨੂੰ ਸਪਾਂਸਰ ਹੋਣਾ ਤੇ ਜ਼ਰੂਰੀ ਹੈ ਨਾ, ਸਪਾਂਸਰ ਨਾਲ ਹੀ ਤਾਂ ਸਾਡਾ ਪ੍ਰੋਗਰਾਮ ਨਹੀਂ ਬਹੁਤ ਚੰਗੀਆਂ ਤੁਸੀਂ ਸੁਜੈਸ਼ਨਸ ਦੇ ਰਹੇ ਹੋ, ਔਰ ਜਨਾਬ ਮੇਰੇ ਅਸੀਂ ਕੰਮ ਕਰ ਵੀ ਰਹੇ ਹਾਂ ਤੇ ਬਸ ਇਨਸ਼ਾਅੱਲਾ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹ ਕਹਿੰਦੇ ਨਾ ਕਿ ਮੰਜ਼ਿਲ ਕੇ ਕਰੀਬ ਹੈ ਹਮ। ਹਾਂ ਨਿਕਲ ਜਾਓ। ਦੇਖੋ ਨਾ, ਅਸੀਂ ਵੇਖਦੇ ਪ੍ਰੋਗਰਾਮ, ਤੁਹਾਨੂੰ ਕਾਲ ਕਰਨੇ ਨੇ ਤੇ ਕੰਪਨੀਆਂ ਨੂੰ ਪਤਾ ਲੱਗਦਾ ਜੀ ਲੋਕਾਂ ਦੀ ਵਿਊਇੰਗ ਜ਼ਿਆਦਾ ਹੈ, व्यूअरशिप ज्यादा वध रही, लोग फरमाइश कर रहे हैं, प्रोग्राम देख रहे हैं। यह प्रोग्राम मेरे तो अलावा कई वेखेंगे, कई मिस्सी रोटी नहीं बनानी आती वो बनाएंगे, कई जो छोले बनाओगे नहीं बनाने आते स्टाइल के वो बनाएंगे। तो उन्हों का ही मसला, मतलब कंपनियों का भी फायदा होंगे ना, तो उन्होंने चीज विकती। ਜੀ ਜੀ ਸਰ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਔਰ ਜਨਾਬ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ, ਸਿਰਫ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਨਾ, ਜਿੰਨੀ ਵੀ K2 ਦੀ ਪ੍ਰੋਗਰਾਮਿੰਗ ਹੈ ਔਰ ਕਾਲਰਸ ਜਿੰਨੇ ਵੀ ਨੇ ਉਹ ਸਾਡੇ ਵਾਸਤੇ ਬੜੀ ਮੁਤਬਰ ਔਰ ਮੁਹਤਰਮ, ਔਰ ਉਹ ਕਹਿੰਦੇ ਨੇ ਕਿ ਸਾਡਾ ਫੈਮਿਲੀ ਮੈਂਬਰ ਉਹ ਬਣ ਜਾਂਦੇ ਨੇ। ਔਰ ਫਿਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਨਾਬ ਜਿੰਨੀ ਵੀ ਅਸੀਂ ਉਹਨਾਂ ਦੀ ਫਰਮਾਇਸ਼ ਉਹਨੂੰ ਪੂਰਾ ਕਰੀਏ। ਔਰ ਬਹੁਤ ਸ਼ੁਕਰੀਆ ਆਸਿਫ ਭਾਈ, ਤੁਸੀਂ ਕਾਲ ਕਰਦੇ ਹੋ, ਬੜਾ ਤੁਹਾਨੂੰ ਚੰਗਾ ਲੱਗਿਆ। ਨਵੇਂ ਕਾਲਰ ਨੇ ਜਨਾਬ, ਔਰ ਦੂਜੀ ਵਾਰੀ ਮੇਰੇ ਖਿਆਲ ਰੈਗੂਲਰ ਕਾਲਰ ਨੇ ਹੁਣ ਤੇ। ਹਾਂ ਬਿਲਕੁਲ ਰੈਗੂਲਰ ਕਾਲਰ ਨੇ, ਦੂਜੀ ਵਾਰੀ ਕਾਲ ਕਰ ਰਹੇ ਸਨ। ਤੇ ਔਰ ਉਹੀ ਗੱਲ ਹੈ ਕਿ ਜਨਾਬ ਕਿਉਂ ਨਹੀਂ, ਕਿਉਂਕਿ ਇਹਦਾ ਜਿਹੜੀ K2 ਦੀ ਜਿੰਨੀ ਵੀ ਪ੍ਰੋਗਰਾਮਿੰਗ ਉਹਦਾ ਮਕਸਦ ਹੀ ਹੈ ਵੇ, ਮਤਲਬ ਅਸੀਂ ਵੀ ਕਰ ਸਕਦੇ ਹਾਂ ਕਿ ਜਨਾਬ ਡਰਾਮੇ ਬਣਾ ਕੇ ਤੇ ਚਲਾਉਂਦੇ ਰਹੀਏ, ਲੇਕਿਨ ਨਹੀਂ, ਉਹ ਜਿਹੜਾ ਤੁਹਾਡੇ ਨਾਲ ਸਾਡਾ ਤਾਲੁਕ ਹੈ ਨਾ, ਇਹ ਜਿਹੜੀ ਮਤਲਬ ਇੱਕ ਰਾਬਤਾ ਹੈ ਨਾ, ਉਹ ਮਤਲਬ ਟੁੱਟ ਜਾਏਗਾ। ਔਰ ਉਹ ਕਿਸੇ ਕੋਈ ਵੀ ਟੀਵੀ ਚੈਨਲ ਇਸ ਵੇਲੇ ਕੰਮ ਨਹੀਂ ਕਰ ਰਿਹਾ। ਬੇਤੁਕੀ ਚੀਜ਼ਾਂ ਬਣਾ ਕੇ, ਖਾਸ ਤੌਰ ਜਿਹੜੇ ਅੱਜਕੱਲ ਦੇ ਡਰਾਮੇ ਆ ਰਹੇ ਨੇ ਉਹ ਤਾਂ ਬਿਲਕੁਲ ਹੀ ਬੇਕਾਰ ਨੇ। ਸੌਰੀ ਟੂ ਸੇ, ਉਹ ਜਿਹੜੇ ਟਾਈਮ ਫਿਲ ਕਰ ਰਹੇ ਨੇ, ਦੈਟਸ ਇਟ। ਤੇ ਹੋਰ ਇਹਦੇ ਵਿੱਚ ਕੋਈ ਸਟੋਰੀ ਨਹੀਂ, ਕੋਈ ਕਹਾਣੀ ਨਹੀਂ। ਅੱਜ ਵੀ ਮੇਰਾ ਦਿਲ ਕਰਦਾ ਕਿ ਮੈਂ ਅੰਧੇਰਾ ਉਜਾਲਾ ਵੇਖਾਂ, ਸੋਨਾ ਚਾਂਦੀ ਵੇਖਾਂ। ਉਹਨਾਂ ਦਾ ਆਪਣਾ ਇੱਕ ਚਾਰਮ ਸੀ।
ਤੇ ਵਾਕਈ ਸੜਕਾਂ ਜਿਹੜੀਆਂ ਸਨ ਉਹ ਸੁਨਸਾਨ ਹੋ ਜਾਂਦੀਆਂ ਸਨ। ਹਾਂ ਬਿਲਕੁਲ ਇਸ ਤਰ੍ਹਾਂ ਹੀ ਸੀ। ਕੋ ਮਜ਼ਾ ਤੇ ਆਵੇ 10 ਵਜ ਗਏ ਨੇ, ਅਸੀਂ ਟਾਈਮ ਦਾ ਵੀ ਖਿਆਲ ਰੱਖਣਾ। ਜਨਾਬ ਅਸੀਂ ਕੋਈ ਗੱਲ ਨਹੀਂ, ਪਰੋਣੇ ਵੀ ਬੁਲਾ ਲਾਂਗੇ ਤੇ ਨਾਲ ਮੈਂ ਆਪਣਾ ਕੰਮ ਕਰਦਾ ਰਵਾਂਗਾ। ਅੱਛਾ ਜੀ, ਇਸੇ ਦੇ ਵਿੱਚ ਹੁਣ ਅਸੀਂ ਆਇਲ ਸ਼ਾਮਿਲ ਕੀਤਾ ਹੈ, ਠੀਕ ਹੈ? ਠੀਕ ਹੈ ਜੀ। ਜਲਦੀ ਮੈਂ ਚੀਜ਼ਾਂ ਹੁਣ ਬਾਕੀ ਦੀ ਸ਼ਾਮਿਲ ਕਰ ਰਿਹਾ। ਲਸਣ ਥੋੜਾ ਜਿਹਾ ਕੁੱਟ ਕੇ ਉਹ ਜ਼ਰੂਰ ਤੁਸੀਂ ਸ਼ਾਮਿਲ ਕਰੋ, ਉਹਦਾ ਬੜਾ ਮਜ਼ਾ ਆਉਂਦਾ। ਕੁੱਟਾ ਲਸਣ, ਠੀਕ ਹੈ, ਠੀਕ ਹੋ ਗਿਆ ਜੀ। ਚੌਪ हुआ ਬਾਰੀਕ ਪਿਆਜ਼ ਉਹ ਤੁਸੀਂ ਸ਼ਾਮਿਲ ਕਰਨਾ ਹੈ ਇਸੇ ਸਟੇਜ ਦੇ ਉੱਤੇ, ਠੀਕ ਹੈ? ਠੀਕ ਹੈ। ਮੈਂ ਸ਼ਾਮਿਲ ਕੀਤੀ ਸੀ ਲਾਲ ਮਿਰਚ ਪਾਊਡਰ ਵਿੱਚ ਥੋੜੀ ਜੀ, ਠੀਕ ਹੈ? ਧਨੀਆ ਜ਼ਬਰਦਸਤ ਜਨਾਬ ਸ਼ਾਮਿਲ ਕਰੋ, ਜਿੰਨਾ ਤੁਸੀਂ ਮਤਲਬ ਜ਼ਿਆਦਾ ਸ਼ਾਮਿਲ ਕਰ ਸਕਦੇ ਹੋ। ਖੁਸ਼ਬੂ ਆ ਰਹੀ ਹੈ ਇਸकी ना, ਮੈਨੂੰ ਬੜਾ ਚੰਗਾ ਲੱਗਦਾ। ਹਾਂ, ਇਸ ਤੋਂ ਇਲਾਵਾ ਜਨਾਬ ਹਰੀਆਂ ਮਿਰਚਾਂ ਬਿਲਕੁਲ ਬਾਰੀਕ ਚੌਪ कर लिया ने मैं, क्योंकि पहले ज़रा मोटियां कटी, ए देखें मोटी कटी हुई थी, तो अब इनको हमने बिल्कुल सी बारीक चॉप कर लिया ते ए जनाब ਇਹਦੇ ਵਿੱਚ ਅਸੀਂ ਸ਼ਾਮਿਲ ਕਰ ਦਿਆਂਗੇ। ਨਾਲੇ ਜੀ ਅਗਲੇ ਕਾਲਰ ਜਿਹੜੇ ਨੇ ਉਹ ਪ੍ਰੋਗਰਾਮ ਦੇ ਵਿੱਚ ਨੇ। अस्सलाम वालेकुम जी। हेलो अस्सलाम वालेकुम मैडम। वालेकुम सलाम जी, कौन बात कर रही, कहाँ से? जी मैं कोहाट से कशमाला बात कर रही हूँ। कशमाला, की हाल चाल है? ठीक हो जी, गुड मॉर्निंग, सुबह बखैर। गुड मॉर्निंग, शुक्र है। आप कैसी हो? सब ठीक है? फवाद भाई ठीक है? अल्लाह का शुक्र। तो दसो जी माद भाई, ठीक ठाक ਬਿਲਕੁਲ हो ਠੀਕ। तुसी? ਕਸ਼ਮਾਲਾ ਜੀ ਤੁਸੀਂ ਦੱਸੋ, ਠੀਕ ਹੋ ਤੁਸੀਂ? जी ਤੁਸੀਂ ਠੀਕ ਹੋ? हाँ, आपका प्रोग्राम हम देखते हैं, सब घर वाले बड़े शौक से। बहुत शुक्रिया जी। सब प्रोग्राम देखते हैं, बहुत अच्छे लगते हैं। बहुत शुक्रिया कशमाला जी। अफसोस ये है कि हमारी कॉल बहुत बड़ी मुश्किल से मिलती है। ओए होए ये मसला सारे आंदा है, ਤੁਸੀਂ इधर आ जाओ ना। अच्छा, आसानी हो जाएगी। बच्चों की कॉलें मिल रही होती है और हमारी कॉलें नहीं मिलती। बस देखिए आज तो मिल गई है ना, आपसे बात हो रही है और मैं आज मिल गई है। उस दिन मैंने पूरा प्रोग्राम शुरू हुए तो मैं कॉलें मिला के मुझे नहीं मिली। ओहो, चले कोई नहीं, आज बताएं अच्छी सी बात को, मजेदार जी गल दसो। आज की पकान लगे हो तुसी कशमाला जी, की पकाना है आज? आज ऐसा वो उसी से बनानी है हमने। क्या बनानी है? ठीक है, टिक्का बोटी। ओए होए होए, टिक्का बोटी बनाने लगे हो आज, जबरदस्त जी जबरदस्त। कोई खास दिन है आज? तो एवं मूड कर रहा है? नहीं, अपने घर वालों के लिए, बच्चों के लिए। क्या बात है जी, बच्चे तंग तो नहीं कर रहे छुट्टियों में कि आज ये नहीं खाना, आज वो नहीं खाना? नहीं तंग नहीं करते, बस खुशी से खाते हैं जो भी बना हो। चलें, अच्छी बात है जी। लेकिन आप 5 बजे पकौड़े बना रहे हैं? ये बना रहे हैं जी बेसन की रोटी। अच्छा, बेसन की रोटी, ठीक है। तो बहुत शुक्रिया कशमाला जी। कोई तुसी ਤੁਹਾਡੀ को फरमाइश है, कोई तुसी कुछ कहना चाहते हो तो जरूर कहो। इंशाल्लाह, बस सब कुछ बच जाते हैं, देख लेते हैं तो वो बताने की जरूरत ही नहीं होती, क्योंकि बहुत शुक्रिया जी, बहुत शुक्रिया कशमाला जी, बहुत शुक्रिया। तुसी पसंद करते हो प्रोग्राम। और सब तो बड़ी जिहड़ी गल है, सानू जिहड़ी गल चंगी लगदी है कि पंजाबी शो दे विच तुसी माशाअल्लाह कॉल कर रहे होंदे हो, सानू बड़ा चंगा लगदा है, क्योंकि वो जिहड़ी साडी मिठास है ना आपस दी, मतलब मुहब्बत जिहड़ी K2 दी प्रोग्रामिंग दे थ्रू असी पूरे मुल्क दे विच कोशिश कर रहे हैं कि लैके चलिए, वो तुसी इस साड़ी कोशिश नू पूरा कर देना, तो सानू बहुत चंगा लगता है। शुक्रिया जी, शुक्रिया। कोहाट में तो पश्तो बोलते रहता है ना, पश्तो है या हिनको बोलते हैं, लेकिन चले अच्छा जी। अच्छा जी, चंगा लगे मां तुसी जेड़े ना आटा गूंदते। अच्छा हुन तुसी चेक करो जनाब, क्योंकि माशाअल्लाह जेड़ा बंदियां दा हाथ हुंदा है, अल्लाह ताला दा शुक्र है तगड़ा, कि तगड़ा नहीं मतलब है कि वो काम जरा छेती हो जाता है। हुन इस वेले इस स्टेज दे विच माशाअल्लाह जनाब चेक करो, ए तुहाडा आटा बिल्कुल गुन गया। ब्रेक दा टाइम असी ब्रेक भी लेनी है, म्यूजिकल ब्रेक लेनी है या बिल्कुल प्लेन सिंपल ब्रेक? सिंपल वापस आना है। अच्छा ठीक। ए तक चेक करो जनाब, ए हुन इस वेले आटा बिल्कुल गुन चुका है, बिल्कुल सही ना, पतला हैगा ना जरा। ਅਸੀਂ ਆਇਲ ਵੀ ਪਾਇਆ ਸੀ, ਮਤਲਬ ਇੰਜ ਕਰਕੇ ਅਸੀਂ ਲਵਾਂਗੇ ਤੇ ਜਨਾਬ ਉਹ ਪੇੜਾ ਪ੍ਰੋਪਰ ਤੁਹਾਡਾ ਬੜੇ ਸੋਹਣੇ ਤਰੀਕੇ ਨਾਲ ਬਣ ਜਾਏਗਾ। ਥੋੜੀ ਦੇਰ ਵਾਸਤੇ ਨੂੰ ਅਸੀਂ ਰੈਸਟ ਦੇਾਂਗੇ, ਵਾਪਸ ਆਨੇ ਆ ਔਰ ਵਾਪਸ ਆ ਕੇ ਫਿਰ ਤੁਹਾਨੂੰ ਦੱਸਾਂਗਾ ਨੈਕਸਟ ਸਟੈਪ ਕੀ ਹੈ। ਤੁਸੀਂ ਵੇਖ ਰਹੇ ਹੋ K2 ਸ਼ਹਿਰ ਪੰਜਾਬ ਦੇ ਰੰਗ। हाँ जी जनाब, वेलकम बैक जी। आए ਨੂੰ ਤੁਸੀਂ ਵੇਖ ਰਹੇ ਹੋ ਬੇਸਨੀ ਰੋਟੀਆਂ ਦੇ ਨਾਲ ਪੰਜਾਬ ਦੇ ਰੰਗ। ਤੇ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਗੁਲਦਾਦ ਭਾਈ ਹੈਗੇ ਨੇ ਉਹ ਕੁੰਦਨ ਬਣ ਗਏ ਨੇ। बिल्कुल भट्टी में पक के, एक भट्टी में माशाल्लाह पके हैं वो इतना इतने साल के माशाल्लाह होना। मतलब होया किसी में ਤੁਹਾਨੂੰ ਦੱਸਣਾ, मैं ਜਿਹੜੀ ਚਵਲ ਮਾਰੀ ਸੀ, ਚਵਲ ਮੈਂ ਮਾਰੀ ਸੀ ਕਿ ਸਾਰਾ ਜਿਹੜਾ ਆਟਾ ਸੀ ਮੈਂ ਸ਼ਾਮਿਲ ਕਰ ਦਿੱਤਾ, ਖੁਸ਼ਕਾ ਰੱਖਿਆ ਹੀ ਨਹੀਂ। ਹੁਣ ਖੁਸ਼ਕਾ ਕੀ ਹੁੰਦਾ, मतलब जिससे रोटी बेलनी होती है। तो गुलदाद भी थोड़ी देर बाद आए, उन्होंने आके मुझे वो दिया, कहते मुझे पता था आप ये करेंगे। 3 तरह के आटे दिए जी। कॉलर अस्सलाम वालेकुम। हेलो हेलो जी, अस्सलाम वालेकुम। मिसेस सहबा, क्या हाल है आपका? ठीक है क्या जी? अल्लाह का शुक्र सर, बिल्कुल ठीक ठाक। आप सुनाएं। अल्लाह का करम है। मैं मिसेस जावेद बोल रहा हूँ, ये खन्ना इस्लामाबाद से।
इस्लामाबाद में रह के आप नहीं जानते कि किससे आप बात कर रहे हैं? किसके था? आप बात करें। ਕੀ ਹਾਲ ਹੈ ਭਾਈ, ਠੀਕ ਹੋ ਤੁਸੀਂ? ਨਾ ਜ਼ਰਾ ਦੁਬਾਰਾ ਦੱਸ ਦਿਓ। मसील जावेद, मिसल जावेद, ਵਸੀਮ मसील जावेद वसीम जावेद। ਵਸੀਮ ਜਾਵੇਦ हाँ, ਸਾਹਿਬ, ਸਰ ਖੁਸ਼ ਆਮਦੀਦ। ਕੀ ਹਾਲ ਹੈ ਤੁਹਾਡਾ, ਠੀਕ ਹੋ ਤੁਸੀਂ? जी अल्लाह करो की गल काल थोड़ी देर तो बाद उठाते हो तुसी। ਸਰ ਜੀ ਮਾਸ਼ਾਅੱਲਾ ਬਹੁਤ ਸਾਰੀ ਕਾਲਸ ਆ ਰਹੀਆਂ ਹੁੰਦੀਆਂ ਨੇ ਤੇ ਉਹ ਮਤਲਬ ਦੇਰ ਤੋਂ ਨਹੀਂ ਚੁੱਕਦੇ, ਉਹ ਬਾਕੀ ਜ਼ਰਾ Hold ਲਾਈਨਾਂ ਤੇ ਦੇ ਵਿੱਚ ਹੁੰਦੀਆਂ ਨੇ busy ਹੁੰਦੇ ਨੇ, calls, ਹੋਲਡ ਜੀ। ਤੇ ਹੁੰਦੀ ਹੈ ਉਹ। अच्छा, ये हमारी बेटी मिशी साहबा जो है ना बहुत अच्छा प्रोग्राम करती हैं और बड़े अच्छे खाने पकाती हैं। जी जी बिल्कुल बिल्कुल, ਇਹਦੇ 'ਚ ਕੋਈ तो ਸ਼ੱक मेरी नहीं। रिक्वेस्ट है, मैं हलवा खाने का बड़ा शौकीन हूँ, मुझे हलवा पका कर दिखाएं कि कैसे हलवा पकाती है, अच्छा सा हलवा। कौन सा हलवा शौक से खाते हैं आप? सूजी का, बेसन का, कौन सा शौक से खाएंगे? वो मैं जो होता है मखंडी जिसको कहते हैं मखंडी, मखंडी हलवा। ਖੱਡੀ ਹਲਵਾ। अच्छा अच्छा, सही सही सही। ਹਾਂ ਤੇ ਤੁਸੀਂ ਤੁਹਾਡੀ ਜਿਹੜੀ ਫਰਮਾਇਸ਼ ਹੈ ਨਾ ਉਹ ਸਾਡੀ ਟੀਮ ਨੇ ਨੋਟ ਕਰ ਲਈ ਹੈ ਤੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਪਹੁੰਚਾ ਦੇਵਾਂਗੇ ਤੁਹਾਡੀ ਫਰਮਾਇਸ਼, ਠੀਕ ਹੈ ਨਾ? ਅਗਲੇ ਜਿਹੜੇ 3 ਦਿਹਾੜੇ ਹੁੰਦੇ ਨੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਇਨਸ਼ਾਅੱਲਾ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਨਗੇ, ਠੀਕ ਹੈ? हाँ, दो यार दिखा दे, मखंडी भी और दूसरा सादा भी जरा ना और दिखा दे मेरे को, ਜ਼ਰੂਰ ताकि मैं बड़ा शौक रखता हलवा खाने का। ਜ਼ਰੂਰ 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 मैं वो देख के ना मैं खुद पकाऊंगा इसको फिर। ਜ਼ਰੂਰ ਸਰ ਜੀ, ਤੁਹਾਡੀ ਫਰਮਾਇਸ਼ ਜਿਹੜੀ ਹੈ ਅਸੀਂ ਨੋਟ ਡਾਊਨ ਕਰ ਲਈਏ। ਹੁਣ ਅਸੀਂ ਜਨਾਬ ਉਹ ਬਣਾ ਕੇ ਤੁਹਾਨੂੰ ਮਤਲਬ ਅਸੀਂ ਮੈਮ ਨੂੰ ਕਹਿ ਦਿਆਂਗੇ, ਜਨਾਬ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਨਗੇ, ਠੀਕ ਹੈ? बहुत शुक्रिया जी, सोनी जी ਤੁਹਾਡੀ ਕਾਲ ਦਾ और ਇਸੇ ਤਰ੍ਹਾਂ जींदे अच्छा, रहो। मैंने सूजी का हलवा बड़ा मजेदार लगता है। मुझे भी वो पराठे किसको अच्छा नाल नहीं लगता। पराठे दे नाल। हम एक चीज और भूल गए ख्वातीनो हजरात, बेलना। ओए होए, गुलदाद भाई बेलना। गुलदाद भाई बेलना नहीं, मतलब बेलना लिया दो सानू। हाँ ते वो सी ओ वाओ ओ नाइस। चेक कीता तुसी क्रिएटिविटी दा, तुसी माशाल्लाह चेक करो इस टाइम लेवल। I'm sharing space, screen space, and which is good, and माशाल्लाह जनाब ਤੁਹਾਡੀ ਜਿਹੜੀ ਜ਼ਰੂਰ ਰਿਕੁਐਸਟ ਹੈ ਅਸੀਂ ਪੂਰੀ ਕਰਾਂਗੇ। ਬਹੁਤ ਸ਼ੁਕਰੀਆ ਔਰ ਸਪੈਸ਼ਲੀ ਟੀਮ ਦਾ ਬਹੁਤ ਸ਼ੁਕਰੀਆ। ਮਾਸ਼ਾਅੱਲਾ ਵੈਰੀ ਮਲਟੀ ਟੈਲੈਂਟਡ, ਜਿਹੜੀ ਮੈਂ ਤੁਹਾਨੂੰ ਗੱਲ ਨਹੀਂ ਦੱਸੀ ਸੀ ਥੋੜੀ ਦੇਰ ਪਹਿਲੇ, ਮਲਟੀ ਟੈਲੈਂਟਡ ਸਾਡੀ ਟੀਮ ਹੈ। ਔਰ बेलना ਲਿਆ ਦਿਓ ਮੈਨੂੰ ਰੋਟੀਆਂ ਵਾਸਤੇ, ठीक है? कॉल है चंगी करेगी जी, इस तरह एक दूसरे को सपोर्ट करना चाहिए। आई होप कि जब मेरा जो सेगमेंट इस तरह किसी और शो में चलेगा तो उसको ऐसे इनकरेज किया जाएगा, बिकॉज बेसिकली वी आर वन टीम। अस्सलाम वालेकुम, अहमद खसीसी से बोल रही हूँ सर। कौन बात कर रही है? अस्सलाम वालेकुम मैडम। वालेकुम अस्सलाम, की हाल चाल है जी? सुबह बखैर। जी जी अल्लाह का शुक्र है, मैं बिल्कुल ठीक ठाक। आप कैसी हैं मैम? मैं बिल्कुल ठीक ठाक जी, खैरियत से। आप सुनाएं? जी जी अल्लाह का शुक्र है, बिल्कुल ठीक ठाक। जी दसो जी, की कहना चाहोगे? की तुसी आज बनान लगे हो? की मजेदार जी गल लग रही है? बेसली रोटी दी कुछ ख्वाहिश हैगी? हलवा पकान दा दिल कर रहा है? की दिल कर रहा है आज? नहीं मैम, और आपकी जो सारी रोटी बना रही है माशाल्लाह बहुत अच्छी बना रही है, ट्राई करूंगी। अमाद, हाँ जी हाँ जी। जी जी, और मैम आप माशाल्लाह बहुत प्यारी लग रही है, शो आपका माशाल्लाह बहुत अच्छा है। थैंक यू सो मच जी, बहुत बहुत शुक्रिया, आपकी तारीफ का शुक्रिया। और माशाल्लाह भी बहुत प्यारे लग रहे हैं, और आप भी। अच्छा अमाद बहुत भाई, शुक्रिया तो जी, थैंक यू, बहुत wonderful शुक्रिया, जी। खुश रहो। ते तुसी की करदे हो? जी जी मैं घर में रहती हूँ सर। कमाल करती हैं, फिर तो छुट्टी कोई नहीं होती आपकी, है ना? 24 घंटे काम। नहीं मैम, हमारी क्लास में रखी हुई है काम के लिए। चले अच्छा, अच्छी गुड बात है, है गुड जी, है। अच्छी बात ते है। कोई मतलब कोई तुसी आज की पका रहे हो? अब सर आज हम सोबत बनाएंगे। क्या बनाएंगे? सोबत सोबत गोश्त। सोबत। ओह, ओए, ओए, अच्छा, ओए, वाह। जबरदस्त जबरदस्त। अच्छा मैं ना मेरा 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 जाना हुआ मुल्तान, तो उत्थे जाके मैं खाई सी सोबत, बट चिकन चावल ते नाल उन्होंने फ्रूट्स जड़े ने ऐड कर दिते सन। फ्रूट्स नाले सोबत फ्रूट्स दे भी, विच। हाँ हाँ, Okay. डिफरेंट डिफरेंट जैसे फोर्ट मनरो होते जाके मैं खादे सन। जी, ते जी, सोबत माशाल्लाह सोबत बहुत अच्छी लगती है। हाँ जी हाँ जी, बड़े मजेदार की डिश हैगी जी ये, बिल्कुल बिल्कुल। तो आज मेरा दिल कर रहा है कि मैं जी जी बोले। जी जी माशाल्लाह, बच्चे भी शौक से खाते हैं, बड़े भी शौक से खा लेते हैं। हाँ हाँ, आजकल तो छुट्टियां है ना, बच्चियां नाल ते बड़ा डिफिकल्ट होता है उन्हां दे नाल की खाइए। हाँ जी जी, बच्चों के बस फरमाइश से सारी चीजें बनाती हूँ। जबरदस्त जी, जबरदस्त, बिल्कुल सही है जी। ते थोड़ी कोई फरमाइश है कि तुसी कुछ अगले हफ्ते तुसी चाहते हो कि जी, हम आज जड़े ने जी? जी जी, वो मैम सर को वो कहते हैं वो बेसन का हलवा वो बनाना सिखा दी। बेसन का हलवा जी। बेसन का हलवा, ठीक हो गया जी, जरूर जरूर इंशाल्लाह। क्योंकि
बेसन हमारे अपने घर पे है, तो फिर मैं कहती हूँ कि थोड़े से बेसन का हलवा सीख लूँ, तो फिर मैं खुद बनाऊँ। ਜ਼ਰੂਰ ਜ਼ਰੂਰ ਜਨਾਬ, ਇਨਸ਼ਾਅੱਲਾ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਤੇ ਤੁਸੀਂ ਜ਼ਰੂਰ ਉਹਨੂੰ ਬਣਾਈਓ। ਤੇ ਅੱਜ ਦੀ ਜਿਹੜੀ ਰੈਸਪੀ ਹੈ ਉਹ ਵੀ ਬਸ ਮੇਰੀ ਭੈਣ ਦੁਆ ਕਰੋ ਮੈਂ ਚੰਗੇ ਤਰੀਕੇ ਨਾਲ ਬਣਾ ਲਾਂ ਤੇ ਜਨਾਬ ਤੁਸੀਂ ਵੀ ਟਰਾਈ ਕਰਨੀ ਹੈ ਤੇ ਫਿਰ ਜ਼ਰੂਰ ਦੱਸਣੀ ਹੈ, ਠੀਕ ਹੈ? ਚਲੇ ਗਏ ਨੇ। ਬਹੁਤ ਸ਼ੁਕਰੀਆ ਜੀ ਤੁਹਾਡੀ ਸੋਹਣੀ ਜੀ ਕਾਲ ਦਾ। ਅੱਛਾ ਜੀ ਬਿਲਕੁਲ ਦਿਨ ਚੈੱਕ ਕਰੋ ਜਨਾਬ, ਇਸ ਤਰ੍ਹਾਂ ਤੁਸੀਂ ਰੋਟੀਆਂ ਜਿਸ ਤਰ੍ਹਾਂ ਰੋਟੀਆਂ ਦੇ ਤੁਸੀਂ ਪੇੜੇ ਬਣਾਉਂਦੇ ਹੋ ਨਾ, ਇਸ ਤਰ੍ਹਾਂ ਤੁਸੀਂ ਕਰਕੇ ਅਮਾਦ ਖੁਸ਼ਕ ਆਟਾ ਕਿਹੜਾ ਲਿਆ? ਬੇਸਨ ਨੋਰਮਲ ਆਟਾ ਠੀਕ ਹੈ, ਔਰ ਮੈਦਾ ਲੈ ਲਓ, ਆਟਾ ਲੈ ਲਓ, ਜੋ ਵੀ ਤੁਸੀਂ ਲੈਣਾ, ਠੀਕ ਹੈ? ਔਰ ਉਹਨੂੰ ਜਨਾਬ ਇਸ ਤਰ੍ਹਾਂ ਰੋਟੀ ਦੀ ਸ਼ਕਲ ਦੇ ਵਿੱਚ, ਔਰ ਉਹੀ ਗੱਲ ਹੈ ਕਿ ਅਸੀਂ ਬਹੁਤ ਜਿਹੜੇ ਮਾਸ਼ਾਅੱਲਾ ਐਕਸਪਰਟ ਜਿਹੜੇ ਲੋਕੀ ਹੁੰਦੇ ਨੇ ਉਹ ਫਿਰ ਕੀ ਕਰਦੇ ਨੇ, ਹੱਥਾਂ ਦੀ ਮਦਦ ਨਾਲ ਪੋਲਾ ਤੇਲ ਲਾ ਕੇ ਨਾ ਹੱਥਾਂ 'ਚ ਜਾਂ ਘਿਓ ਲਾ ਕੇ ਉਹਦੇ ਨਾਲ ਹੀ ਉਹਨੂੰ ਫੈਂਟ ਕੇ ਜਨਾਬ ਬਣਾਉਂਦੇ ਨੇ, ਔਰ ਉਹ ਵੀ ਬਹੁਤ ਚੰਗੇ ਤਰੀਕੇ ਨਾਲ ਮਤਲਬ ਮਾਸ਼ਾਅੱਲਾ ਐਕਸਪੀਰੀਅੰਸ ਹੈ ਜੀ। ਲੇਕਿਨ ਜੇ ਤੁਸੀਂ ਮੇਰੇ ਬਿਗਨਰ ਹੋ ਜਾਂ ਕਦੀ ਇਹ ਕੰਮ ਕਰਦੇ ਹੋ ਫਿਰ ਤੁਹਾਨੂੰ ਖੁਸ਼ਕੀ ਦੀ ਬਹੁਤ ਲੋੜ ਹੈ, ਠੀਕ ਹੈ ਨਾ? ਤਾਂ ਕਿ ਜਿਹੜੀ ਤੁਹਾਡੀ ਕਿਉਂਕਿ ਬੇਸਨੀ ਰੋਟੀ ਹੈ ਇਹ ਟੁੱਟੇਗਾ ਤੇ ਨਹੀਂ? ਟੁੱਟੇਗਾ ਨਹੀਂ ਇਨਸ਼ਾਅੱਲਾ ਨਹੀਂ ਟੁੱਟੇਗਾ। ਔਰ ਤੁਸੀਂ ਮਤਲਬ ਹੈ ਕਿ ਬਹੁਤ ਵੱਡੇ ਪੇੜੇ ਵੀ ਨਹੀਂ ਲੈਣੇ ਔਰ ਤੁਸੀਂ ਉਹਨੂੰ ਬਹੁਤ ਜ਼ਿਆਦਾ ਬੇਲਣਾ ਵੀ ਨਹੀਂ, ਠੀਕ ਹੈ? ਜਿੰਨੀ ਮਤਲਬ ਹੈ ਕਿ ਤੁਹਾਡੀ ਇਹ ਮਤਲਬ ਨਾਰਮਲ ਜਿਹੜੀ ਅਸੀਂ ਰੋਟੀ ਬੇਲਨੇ ਆ ਨਾ ਰੇਦਾ, ਥੋੜੀ ਜਿਹੀ ਪਤਲੀ ਬੇਲਨੇ ਆ ਕਿਉਂਕਿ ਲੇਕਿਨ ਇਹਦੇ 'ਚ ਮਾਸ਼ਾਅੱਲਾ ਲਵਾਜ਼ਮਾਤ ਨੇ। और लवाजमात की जनाब चॉप्ड ऑनियन यानी प्याज है, ठीक है ना? उसके अलावा जनाब धनिया है, हरियाँ मिर्चां ने, ठीक है? तो फिर कोशिश करो कि बड़े पोले हत्थां नाल जिन्ना तुसीं ओनू ईजीली बेल सकते हो ओनू तुसीं बेल लवो जनाब। ठीक हो गया, ए हुण चेक करो, वाह जी वाह, गोल रोटी बिल्कुल गोल प्यारी सी जनाब, ऐसी आपकी ये बेसनी खूबसूरत सी बन गई है रोटी। और थोड़ा जा मतलब है कि बिल्कुल ड्राई हाली जिहड़ा साडा तवा है या जिहड़ा पैन है ओनू ओहदे च असीं इंज करके इहनू नो ऑयल नो फिलहाल नो ऑयल। ਜਦੋਂ ਇੱਕ ਮਤਲਬ ਬੇਸਿਕ ਬੜੀ ਸੋਹਣੀ ਜਿਹੀ ਟ੍ਰਿਕ ਹੈ ਪਰਾਠੇ ਦੀ ਵੀ ਜਾਂ ਇਹੋ ਜਿਹੀ ਕੋਈ ਰੋਟੀ ਤੁਸੀਂ ਬਣਾ ਰਹੇ ਹੋ ਕਿ ਤੁਸੀਂ ਬੇਸ ਤੇ ਆਇਲ ਨਾ ਲਾਓ, ਠੀਕ ਹੈ? ਜਦੋਂ ਇੱਕ ਸਾਈਡ ਉਹਦੀ ਪੱਕ ਜਾਏ ਨਾ, ਜਦੋਂ ਫਿਰ ਫਲਿਪ ਯਾਨੀ ਉਹਨੂੰ ਪਲਟਾਓਗੇ ਤੁਸੀਂ, ਫਿਰ ਉਹਦੇ ਵਿੱਚ ਤੁਸੀਂ ਘਿਓ ਜਾਂ ਆਇਲ ਜੋ ਵੀ ਤੁਸੀਂ ਲਾਣਾ ਉਹ ਲਾਓ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਪ੍ਰੋਪਰਲੀ ਉਹ ਅੰਦਰ तक पक जाती है, नंबर 1। नंबर 2 ये कि वो फिर जो स्टीम उसके अंदर इकट्ठी होती है ना, जो तुम ऑयल या फिर जो जो भी पाते हो वो फिर उन्होंने प्रॉपर जज्ब कर दिया, एब्जॉर्ब कर दिया एंड इट टेस्ट्स सो गुड। सेहत तक को प्राप्त रिसर्च है ना, चेक करो। तो जनाब ਅਸੀਂ ਹੁਣ ਕੀ ਕਰੀਏ, टाइम हो गया 10:13। साढ़े ਜਿਹੜੇ ਪਰੌਣੇ ਨੇ ਉਹ ਆ ਗਏ ਨੇ, ਉਸ ਤੋਂ ਪਹਿਲੇ कॉलर। अस्सलाम वालेकुम। वालेकुम अस्सलाम। रिजा जी माशाल्लाह आज ब्लैक सूट में बहुत खूबसूरत लग रही हैं। बहुत शुक्रिया सीमा जी, आपकी मोहब्बत है। वैसे मैंने एक बात आपसे कहनी थी, माइंड नहीं करेंगी ना? बात पे डिपेंड करता है, मैं कैसे कह सकती हूँ। आप ज्यादा भी कमजोर हो रहे हैं, अपने वेट को ज्यादा नहीं मेरा उतना ही वेट है, कपड़ों में लग रहा होगा आपको। अच्छा, मुझे थोड़ी कमजोर लग रही है। मैं क्या थी ज्यादा कमजोर ना हो, बस पहले जब आती थी माशाल्लाह खूबसूरत थी, अब भी बहुत प्यारी लगती है, लेकिन थोड़ी सी कमजोर लगती है। ना ऐसी बल्कि शक्ल पे आ गया मेरे, लेकिन नहीं है उतना ही वेट है मेरा। मैंने आपसे ये पूछना था, अमाद भाई से पूछे, ये सारे प्रोग्राम K2 चैनल के चेंज हो गए, कहाँ गई मुबीना, कहाँ गई हमजा, कहाँ गए? बताएं जी। मुबीना तो जी वही है, असी हुन जुम्मे वाले दिन प्रोग्राम कर रहे हैं, ठीक है? अच्छा, आपका वो अमाद भाई वो जो पुरानी टच प्रोग्राम था वो भी नहीं कहीं आ रहा? जी पुरानी टच असी उन्होंने थोड़ा ब्रेक दिता है ते जे माशाल्लाह तुहाडी सारियां दी फरमाइश फेर हुई ते असी जरूर दोबारा उन्होंने शुरू करांगे, ठीक है ना? आपका जो पंजाबी लाइकाई टच था वो भी आ रहा, मुबीना आपके साथ होती थी। मुबीना तो यही है, आप शुमाइला की शायद बात शुमाइला दी गल कर रहे हैं। तो हमजा आते हैं ना, वो भी नहीं हाँ जी शुमाइला ते हमजा भी जनाब ब्रेक ते ने, और इंशाल्लाह तुहानू बहुत जल्दी कुछ नए प्रोग्राम से विच नजर आएंगे, तुसी टेंशन नहीं लेनी, ठीक है ना? सीमा जी एनसाइक्लोपीडिया ने K2 नहीं माशाल्लाह जनाब, बड़ा वही गल है कि K2 बड़ा तवज्जो नाल देखते ने और सानू खुशी होंदी है कि लोग इस तरह जो साडा पूछ रहे ने किसी दा बिल्कुल वो सानू मतलब कि मुझे लगता है अमाद तवज्जो मिलनी ते लोकां दा मतलब अटेंशन होना कि तुसी ऐ पाया है, ऐ मतलब चंगा लग रहा है, ऐ नहीं करना चाहिए, ए बड़ा मतलब अटेंशन मिलना, लोगों दी नज़रां दा होना है बड़ा इंपॉर्टेंट है। ते मैनू ते बड़ा इनकरेजिंग लगता है। सीमा जी हैं, आसिफ भाई ने, अमजद भाई ने, तो याया पता नहीं कितने चले गए ने, ते ओ मतलब जरूरी है जी, कॉल करो, कोई गिले शिकवे तुसी वो भी कर सकते हो, तुसी इंप्रूवमेंट चाहते हो तुसी वो भी कर सकते हो, तुसी कोई सॉन्ग सुनना चाहते हो, कोई रेसिपी शेयर, असि जेडे साडे प्रोग्राम जेडे ने वो फोकस साडे ऑडियंस ते, साडे व्यूअर्स जेडे ने ते, ठीक है जी? चोई साहब सॉन्ग मैं प्यार नाल अपने अपने भरा नूं चोई साहब कहना, ठीक है ना? मेरे भरा भी होंदे ने जनाब। चोई साहब तुसी इत्थे आओ ना, जरा चेक करो।
सॉन्ग सुनना है सॉन्ग ਅਸੀਂ ਸੁਣਨ ਜਾ ਰਹੇ ਹਾਂ ਜਨਾਬ, ਲੇਕਿਨ ਮੈਂ ਚਾਹਨਾ ਇੱਕ ਜਿਹੜਾ ਦਿਖਾਓ। ਪਰੌਠਾ ਹੈ, ਪਰੌਂਠਾ ਔਰ ਇੱਕ ਬੇਸਨੀ ਕੌਫੀ ਜਾਂ ਜਿਹੜੀ- ਬੇਸਨੀ ਰੋਟੀ ਹੈ, ਉਹ ਜਿਹੜੀ ਜਨਾਬ ਮੈਂ ਤੁਹਾਨੂੰ ਦੱਸ ओए ਦਿਆਂ। होए इतनी को गोल ठीक है? रोटी तो मैं नहीं बना सकती ਅੱਛਾ, हाँ ਇੱਕ ਸਾਈਡ ਜਿਹੜੀ ਉਹਦੀ ਪੱਕ ਗਈ ਹੈ, ਦੂਜੀ ਸਾਈਡ ਤੇ ਅਸੀਂ ਨਾਮ ਲਿਆ ਉਹਦਾ ਮਤਲਬ ਘਿਓ ਜਾਂ ਆਇਲ ਜਿਹੜਾ ਵੀ ਜੋ ਵੀ ਤੁਸੀਂ ਯੂਜ਼ ਠੀਕ ਹੈ, ਕਰੋ। ਠੀਕ ਹੈ। ਮੈਂ ਆਇਲ ਯੂਜ਼ ਕਰ ਰਿਹਾ, ਵੈਸੇ ਅਮੂਮਨ ਇਹ ਘਿਓ 'ਚ ਪੱਕਦਾ ਹੈ, ਬੜਾ ਮਜ਼ੇਦਾਰ ਪੱਕਦਾ ਹੈ ਜਨਾਬ। ਔਰ ਜਦੋਂ ਜਨਾਬ ਉਸ ਤਰ੍ਹਾਂ ਬਿਲਕੁਲ ਪਰਾਠੇ ਦੀ ਤਰ੍ਹਾਂ ਰੋਸਟ ਹੋ ਜਾਏਗਾ ਜਨਾਬ, ਤੁਹਾਨੂੰ ਇਹਨੂੰ ਤੁਸੀਂ ਸਰਵ ਕਰਨਾ ਹੈ। ਔਰ ਸਰਵ ਕਰਕੇ ਜਨਾਬ 2 ਤਰ੍ਹਾਂ ਦੀ ਚਟਣੀਆਂ ਮੇਰੇ ਕੋਲ ਪਈਆਂ ਨੇ ਇੱਥੇ। और एक है जनाब इमली की चटनी, ओए होए जबरदस्त जी, होए। मेरी होममेड चटनी है, मेरी खाला ने बनाई है जी। और दही दी चटनी ਇਹ ਤੁਸੀਂ ਜਨਾਬ ਨਾਲ ਪੁਦੀਨੇ ਵਾਲੀ। ਪੁਦੀਨੇ ਵਾਲੀ, ਪੁਦੀਨੇ ਠੀਕ ਹੈ ਨਾ, ਵਾਲੀ, ਠੀਕ ਉਹ ਹੋ ਤੁਸੀਂ ਗਈ। ਜਨਾਬ ਨਾਲ ਸ਼ਾਮਿਲ ਕਰ ਸਕਦੇ ਹੋ। ਤੇ ਹੁਣ ਬਗੈਰ ਦੇਰ ਕੀਤੇ ਜਨਾਬ ਚੱਲਨੇ ਆ ਇੱਕ ਜ਼ਬਰदस्त जी म्यूजिकल ब्रेक दी जाने। गोल्डन रंग गोल्डन रंग आ गया हाँ, ना। हाँ। और फिर हम इंशाल्लाह इसको ब्रेक के बाद खा के भी आपको मेरी बहन जो है दिखाएंगी। चौधरी साहब। हाँ, तो ਤੁਸੀਂ ਜਨਾਬ ਨਾਲ म्यूजिकल ब्रेक ਦੀ ਜਾਣੇ, ਫਿਰ ਉਹਦੇ ਬਾਅਦ ਆ ਜਾਣਗੇ ਪਰੋਣੇ। ਤੁਸੀਂ ਵੇਖ ਰਹੇ ਹੋ K2 ਸੈਰ ਪੰਜਾਬ पंजाब दे रंग। ਜੀ ਜਨਾਬ, ਖੁਸ਼ ਆਮਦੀਦ। ਤੁਸੀਂ ਵੇਖ ਰਹੇ ਹੋ K2 ਸੈਰ ਪੰਜਾਬ ਦੇ ਰੰਗ। ਮੈਨੂੰ ਕਹਿੰਦੇ ਨੇ ਅਮਾਦ ਗੁਲ। ਉੱਥੇ ਬੈਠੇ ਨੇ ਸੋਹਣੇ ਜੀ ਰਿਦਾ ਇਮਰਾਨ ਤੇ ਆ ਚੁੱਕੇ ਨੇ ਜਨਾਬ ਜ਼ਬਰਦਸਤ ਜਿਹੇ ਪਰੋਣੇ। ਲੇਕਿਨ ਉਸ ਤੋਂ ਪਹਿਲੇ ਮੈਂ ਕਿਹਾ ਜਨਾਬ ਕਿਉਂ ਨਾ ਤੁਹਾਨੂੰ ਜ਼ਰਾ ਨਜ਼ਾਰਾ ਕਰਾਈਏ ਬੇਸਨੀ ਰੋਟੀਆਂ ਦਾ। ਔਰ ਬੇਸਨੀ ਰੋਟੀਆਂ ਜਨਾਬ ਬਣ ਗਈਆਂ ਨੇ, ਤਿਆਰ ਹੋ ਗਈਆਂ ਨੇ। ਜ਼ਰੂਰ ਜਨਾਬ ਤੁਸੀਂ ਫੋਲੋ ਕਰਨਾ ਰੈਸਿਪੀ ਨੂੰ, ਦੱਸਣਾ ਸਾਨੂੰ ਇਹ ਇਹਨਾਂ ਦਾ ਲੁੱਕ ਹੈ। ਔਰ ਜਨਾਬ ਬਿਲਕੁਲ ਸਿੰਪਲ ਤਰੀਕਾ ਹੈ, ਉਹੀ ਗੱਲ ਹੈ। ਲੇਕਿਨ ਆਟਾ ਚੁੱਕੇ ਮੈਂ ਤੁਹਾਡੇ ਸਾਹਮਣੇ ਹੀ मतलब लाइव ਉਹਨੂੰ ਗੁੰਨਿਆ ਹੈ। ਲੇਕਿਨ ਜੇ ਤੁਸੀਂ ਆਟਾ ਗੁੰਨੋ ਤੇ ਥੋੜੀ ਦੇਰ ਫਿਰ ਉਹਨੂੰ ਰੱਖੋ, ਕਮ ਸੇ ਕਮ 2 ਘੰਟੇ ਰੱਖੋ। ਤੇ ਫਿਰ ਉਹਦੇ ਬਾਅਦ ਮਾਸ਼ਾਅੱਲਾ ਜਿਹਦਾ ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਤੁਸੀਂ ਐਡ ਕਰੋਗੇ ਨਾ, ਉਹਦਾ ਇੱਕ ਆਪਣਾ ਜ਼ਬਰਦਸਤ ਦਾ ਮੈਜਿਕ ਹੋਏਗਾ। ਪਲੱਸ ਮੈਦਾ ਹੈ। ਔਰ ਲੇਕਿਨ ਇਸ ਵੇਲੇ ਵੀ ਮਾਸ਼ਾਅੱਲਾ ਤੁਸੀਂ ਇਹ ਚੈੱਕ ਕਰੋ ਤਾਂ ਬਿਲਕੁਲ ਨਰਮ ਖਸਤਾ ਜ਼ਬਰਦਸਤ ਕਿਸਮ ਦੀ ਜਨਾਬ ਸਾਡੀ ਜਿਹੜੀ ਬੇਸਨੀ ਰੋਟੀ ਹੈ ਉਹ ਬਣੀ ਹੈ। ਤੇ ਜ਼ਰੂਰ ਜਨਾਬ ਟਰਾਈ ਕਰੋ, ਦੱਸੋ। ਔਰ ਇਹੋ ਜਿਹੀ ਰੈਸਪੀਜ਼ ਨੂੰ ਜ਼ਰੂਰ ਫੋਲੋ ਕਰੋ। ਲੱਸੀ ਨਾਲ ਬਣਾਉਣੀ ਸੀ, ਲੇਕਿਨ ਚੂੰਕਿ ਹੁਣ ਸ਼ੁਰੂ ਹੋ ਗਈਆਂ ਨੇ ਬਾਰਿਸ਼ਾਂ, ਔਰ ਬਾਰਿਸ਼ਾਂ ਦੇ ਬਾਅਦ ਲੱਸੀ ਨਹੀਂ ਪੀਣੀ ਚਾਹੀਦੀ। ਇਹਦੇ ਤੇ ਮਜ਼ੀਦ ਜਿਹੜੀ ਰੋਸ਼ਨੀ ਪਾ ਸਕਦੇ ਨੇ, ਸਾਡੇ ਕੋਲ ਐਕਸਪਰਟ ਇੱਕ ਮੌਜੂਦ ਨੇ। ਲੇਕਿਨ ਮੈਂ ਚਾਹਾਂਗਾ ਕਿ ਰਿਦਾ ਜੀ ਉਹਨਾਂ ਦੇ ਨਾਲ ਪ੍ਰੋਪਰ ਤਾਰੁਫ ਕਰਵਾਉਣ, ਕਿਉਂਕਿ ਸਾਡਾ ਵਾਸਤੇ ਅੱਜ ਦਾ ਸੈਸ਼ਨ ਬੜਾ ਹੀ ਜ਼ਬਰਦਸਤ ਹੋਣ ਵਾਲਾ ਤੇ ਯਕੀਨਨ ਤੁਹਾਡੇ ਵਾਸਤੇ ਵੀ ਚੰਗਾ ਹੋਏਗਾ। ਜੀ ਰਿਦਾ। ਬਿਲਕੁਲ ਜੀ। ਡਾਕਟਰ ਮੁਹੰਮਦ ਸਜਾਦ ਖਾਨ ਸਾਹਿਬ, ਉਹਨਾਂ ਨੂੰ ਕੌਣ ਨਹੀਂ ਜਾਣਦਾ ਜੀ, ਸਾਡੀ K2 ਟੀਮ ਦਾ ਉਹ ਹਿੱਸਾ ਨੇ, ਸਾਡੀ ਫੈਮਿਲੀ ਦਾ ਹਿੱਸਾ ਨੇ। ਤੇ ਅੱਜ ਕੱਲ੍ਹ ਜਿਹੜਾ ਗਲਾ ਖਰਾਬ, ਜ਼ੁਕਾਮ, ਬੁਖਾਰ ਤੇ ਬਾਰਿਸ਼ਾਂ, ਅਸੀਂ ਪਕੌੜੇ ਖਾ ਕੇ ਬਾਰਿਸ਼ ਇੰਜੋਏ ਕਰਦੇ ਤੇ ਉਦੋਂ ਬਾਅਦ ਖੰਘ ਕੇ ਸਾਡਾ ਬੇੜਾ ਗਰਕ ਹੋ ਜਾਂਦਾ ਹੈ। पहले जी उन्होंने वेलकम करने। अस्सलाम वालेकुम जी। वालेकुम सलाम। गुड मॉर्निंग एंड वेलकम। बहुत शुक्रिया ਤੁਹਾਡਾ। कैसे खैरियत से? ਜ਼ਬਰਦਸਤ ਜੀ। ਤੇ ਉਹਨਾਂ ਦਾ ਨਾਲ ਬੈਠੇ ਨੇ ਜੀ ਆਕਾਸ਼ ਅਲੀ ਸਾਹਿਬ, ਲੈਕਚਰਰ ਵੀ ਨੇ ਤੇ ਰਾਈਟਰ ਵੀ ਨੇ ਤੇ ਉਰਦੂ ਦੇ ਵਿੱਚ ਲਿਖਾਰੀ ਨੇ ਜੀ। ਕੀ ਲਿਖ ਕੇ ਲੈ ਕੇ ਆਏ ਨੇ, ਕੀ ਗੱਲ ਕਰਨਾ ਚਾਹ ਰਹੇ ਦੱਸਣਗੇ ਜੀ ਆਕਾਸ਼ ਸਾਹਿਬ। अस्सलाम वालेकुम। वालेकुम सलाम। कैसे मैम? ठीक ठाक जी, खुश आमदेद जी आए ਨੂੰ जी। ਕੀ ਹਾਲ ਚਾਲ ਹੈਗੇ ਜੀ? जी बिल्कुल ठीक। गला शला ठीक है? हाँ अल्हम्दुलिल्लाह ठीक ठाक है। अच्छा डॉक्टर साहब, की ਅਸੀਂ ਮਤਲਬ ਬਰਸਾਤ ਦੇ ਵਿੱਚ ਵੀ ਕੀ ਪ੍ਰੀਕਾਸ਼ਨ ਕਰੀਏ? ਬਿਕਾਜ਼ ਗਲਾ ਖਰਾਬ, ਜ਼ੁਕਾਮ ਹੈ, ਵਾਇਰਲ ਜਿਹੜੇ ਫੈਲੇ ਨੇ ਤੋਹਫੇ ਬਰਸਾਤ ਦੇ, ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਤੇ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਕਿ ਉਨਾ ਹੀ ਖਾਣਾ ਪਕਾਓ ਜਿੰਨਾ ਤੁਸੀਂ ਕੰਜ਼ਿਊਮ ਰਾਤ ਤੱਕ ਕਰ ਸਕਦੇ ਹੋ। ਫ੍ਰਿਜ 'ਚ ਨਹੀਂ ਰੱਖਣਾ। ਅੱਛਾ। ਫ੍ਰਿਜ 'ਚ ਰੱਖੋਗੇ, ਖਾਸ ਤੌਰ ਤੇ ਚਾਵਲਾਂ ਦੇ ਬਾਰੇ ਜ਼ਿਕਰ ਕਰਦੀ ਹੈ ਕਿ ਚਾਵਲ ਬਹੁਤ ਖਤਰਨਾਕ ਹੋ ਜਾਂਦੇ ਨੇ, ਉਹਦੇ 'ਚ ਬੜੀ ਜਲਦੀ ਬੈਕਟੀਰੀਆ ਆ ਜਾਂਦੇ ਨੇ। ਔਰ ਇੱਕ ਦਿਨ ਤੋਂ ਜ਼ਿਆਦਾ ਫ੍ਰਿਜ ਦੇ ਚਾਵਲ ਨਹੀਂ ਖਾਣੇ ਚਾਹੀਦੇ। ਅਗਰ ਤੁਸੀਂ ਉਹਨੂੰ ਖਾਓ ਵੀ ਤੇ 100 ਡਿਗਰੀ ਤੋਂ ਜ਼ਿਆਦਾ ਗਰਮ ਕਰੋ, ਬਹੁਤ ਜ਼ਿਆਦਾ, ਕਿਉਂਕਿ ਉਹਦੇ 'ਚ ਬੈਕਟੀਰੀਆ ਬਹੁਤ ਜਲਦੀ ਆ ਜਾਂਦੇ ਨੇ। ਉਹ ਫਿਰ ਗੈਸਟਰੋ ਦਾ ਫ੍ਰਿਜ ਦੇ ਵਿੱਚ ਵੀ। ਕਿਉਂਕਿ ਦੇਖੋ ਬਾਜ਼ ਦਫਾ ਹੁੰਦਾ ਕਿ ਮੀਆਂ ਬੀਵੀ ਦੋਨੋਂ ਜਿਹੜੇ ਕੰਮ ਤੇ ਜਾਂਦੇ ਨੇ ਤੇ ਬੱਚੇ ਬਾਉਲ ਕੱਢਿਆ, ਉਹ ਪੂਰਾ ਹੀ ਗਰਮ ਕਰ ਲਿਆ, ਥੋੜੇ ਜਿਹੇ ਖਾ ਲਏ, ਫਿਰ ਫ੍ਰਿਜ 'ਚ ਰੱਖ ਦਿੱਤੇ। ਅੱਛਾ। ਇਹ ਵੀ ਥੈਰੇਪੀ ਬੜੀ ਖਤਰਨਾਕ ਹੈ। ਤੇ ਉਨਾ ਹੀ ਰੱਖੋ ਜਿੰਨੇ ਬਾਲ ਤੁਹਾਡੇ ਜਿਹੜੇ ਨਾ ਗਰਮ ਕਰਕੇ ਖਾ ਲੈ ਤੇ ਉਹਨਾਂ ਅੱਛਾ। ਖਾਸ ਤੌਰ ਤੇ ਜਿਹੜਾ ਖਾਣਾ ਅਸੀਂ ਬਰਸਾਤ ਦੇ ਮੌਸਮ ਵਿੱਚ ਖਾਣਾ, ਇਹ ਤਾਜ਼ਾ ਹੋਣਾ ਚਾਹੀਦਾ। ਇਹਦੇ ਵਿੱਚ ਤੁਸੀਂ ਕੋਈ ਐਸੀ ਚੀਜ਼ ਨਾ ਰੱਖੋ ਕਿ ਫ੍ਰਿਜ 'ਚ ਸਟਾਕ ਕਰ ਲਓ ਜਾਂ ਹਫਤੇ ਵਾਸਤੇ ਸਟਾਕ ਕਰ ਲਓ ਤੇ ਉਹਨੂੰ ਤੁਸੀਂ ਫਿਰ ਬਣਾ ਕੇ ਖਾਓਗੇ ਤੇ ਫਿਰ ਜਿਹੜੀਆਂ ਬਿਮਾਰੀਆਂ ਨੇ, ਉਲਟੀ, ਮੋਸ਼ਨ, ਗੈਸਟਰੋ, ਇਹ ਜਿਹੜੀਆਂ ਨੇ, ਹੈਜ਼ਾ, ਕਾਲਰਾ ਜਿਹੜਾ ਇਹ ਚੱਲਦਾ ਹੈ ਬਰਸਾਤ ਦੇ ਮੌਸਮ ਵਿੱਚ, ਇਹਦੇ ਵਿੱਚ ਬਹੁਤ ਕੰਪਲਿਕੇਸ਼ਨ ਆਉਂਦੀਆਂ। ਤੇ ਫਿਰ ਇਹਦੇ ਨਾਲ ਪਾਣੀ ਉਬਾਲ ਕੇ ਪੀਓ। ਠੀਕ ਹੈ। ਜਿਹੜਾ ਤੁਸੀਂ ਮਿਨਰਲ ਵਾਟਰ ਇੰਨੇ ਪੈਸੇ ਦੇ ਕੇ ਗਰਮੀਆਂ 'ਚ 15-20 ਹਜ਼ਾਰ ਰੁਪਏ ਦਾ ਬਿੱਲ ਦਿੰਦੇ ਹੋ, ਉਹ ਉਲਟਾ ਤੁਹਾਡੀ ਬਿਮਾਰੀ ਆ ਰਹੀ ਹੈ। ਮੈਦੇ ਦਾ ਕੈਂਸਰ ਤੇ ਸਕਿਨ ਦਾ ਕੈਂਸਰ ਇੰਨਾ ਪਾਣੀਆਂ ਦੀ ਵਜ੍ਹਾ ਤੋਂ ਹੋ ਰਿਹਾ। ਉਹਦੀ ਵਜ੍ਹਾ ਇਹ ਵੇ ਕਿ ਇਹ ਪਲਾਸਟਿਕ ਦੇ ਵਿੱਚ ਹੈ। ਪਲਾਸਟਿਕ ਦੇ ਵਿੱਚ ਤੁਸੀਂ ਸਵੇਰ ਜਦੋਂ ਚੰਗੀ ਜੀ ਦੁਕਾਨ ਵੱਡੀ ਜੀ ਖੁੱਲਦੀ ਹੈ ਏਸੀ ਵਾਲੀ, ਤੇ ਪਾਣੀ ਕੱਢ ਕੇ ਬਾਹਰ ਰੱਖ ਦਿੰਦੇ ਤੇ UV ਅਲਟਰਾਵਾਇਲਟ ਛੁਆਵਾਂ ਸਾਰਾ ਦਿਨ ਉਹਦੇ 'ਚ ਪੈਂਦੀਆਂ ਨੇ ਤੇ ਅਸੀਂ ਅਸਲੀ ਪੈਸੇ ਦੇ ਕੇ ਉਹਦੇ ਕੋਲੋਂ ਬਿਮਾਰੀ ਖਰੀਦ ਰਹੇ ਹੁੰਦੇ। ਤਾਂ ਕੋਸ਼ਿਸ਼ ਕਰੋ ਕਿ ਪਾਣੀ ਸਟੀਲ ਦੇ ਦੇਚਕੇ 'ਚ ਉਬਾਲ ਕੇ 2-3 ਉਬਾਲ ਆ ਜਾਣ, ਭੁੱਲ ਨਾ ਜਾਣਾ, ਰੱਖ ਕੇ ਉਬਾਲ ਆਣ, ਉਹਨੂੰ ਮਲਮਲ ਦੇ ਕੱਪੜੇ ਤੇ ਛਾਣ ਲਓ, ਓਵਰਨਾਈਟ ਪਿਆ ਰਵੇ ਤੇ ਸਵੇਰ ਜਿਹੜਾ ਤੁਸੀਂ ਉਹਨੂੰ ਪੀਓ। ਇਹ ਪੈਸੇ ਵੀ ਬਚਾਏਗਾ, ਤੁਹਾਡੀ ਸਿਹਤ ਵੀ ਬਚਾਏਗਾ।
ਠੀਕ ਇਹ ਦੋਨੇ ਚੀਜ਼ਾਂ ਜਿਹੜੀਆਂ ਨੇ ਨਾ ਇਹ ਇਸ ਬਰਸਾਤ ਦੇ ਮੌਸਮ ਵਿੱਚ ਸਾਨੂੰ ਲਾਜ਼ਮੀ करनी चाहिए। अच्छा, पहले किसी मतलब पहले कोई डिफरेंट किस्म की चीज़ आती है कि मिनरल वाटर पीना है, फिर क्या कहते हैं जी वो कैंसरस हो जाता है, ऐसे करिए तो की करिए। ਦੇਖਿਆ ਰਹਿਦਾ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੈਸਿਆਂ ਦਾ ਪਾਣੀ ਲੈ ਕੇ ਪੀਵਾਂਗੇ। ਹੁਣ ਇੱਕ ਇੰਜ ਦਾ ਟ੍ਰੈਂਡ ਬਣ ਗਿਆ ਕਿ ਤੁਸੀਂ ਉਹ ਮਾਸ਼ਰੇ ਦੇ ਵਿੱਚ ਤਰੱਕੀ ਨਹੀਂ ਕੀਤੀ ਅਗਰ ਤੁਹਾਡੇ ਘਰ ਮਿਨਰਲ ਵਾਟਰ ਨਹੀਂ ਪਹੁੰਚੇਗਾ। ਤਾਂ ਉਹਦੇ ਵਿੱਚ ਇਹ ਵੇ ਕਿ ਇੱਕ ਤੇ ਦੇਖੋ ਕਿ UV ਜਿਹੜੀਆਂ ਮੈਂ ਅਲਟਰਾਵਾਇਲਟ ਛਵਾਈਆਂ ਤੁਸੀਂ ਖੁਦ ਆਪਣੇ ਇਰਦ ਗਿਰਦ ਦੇਖ ਲਓ, ਮਿਹਦੇ ਦਾ ਕੈਂਸਰ ਤੇ ਸਕਿਨ ਕੈਂਸਰ ਆਮ ਹੁੰਦਾ ਜਾ ਰਿਹਾ। सही। ਮਤਲਬ ਕਦੀ ਅਸੀਂ ਪਹਿਲੇ ਸੁਣਦੇ ਹੁੰਦੇ ਸਾਂ ਕਿ ਕਿਸੇ ਨੂੰ ਮਿਹਦੇ ਦਾ ਕੈਂਸਰ ਹੈਗਾ, ਹੁਣ ਤੁਸੀਂ ਆਮ ਸੁਣਦੇ ਹੋ ਯਾਰ ਉਹਨੂੰ ਮਿਹਦੇ ਦਾ ਕੈਂਸਰ ਹੋ ਗਿਆ, ਉਹਨੂੰ ਜਿਗਰ ਦਾ ਕੈਂਸਰ ਹੋ ਗਿਆ। ਜਦੋਂ ਦੀ ਸਾਡੀ ਜ਼ਿੰਦਗੀਆਂ ਦੇ ਵਿੱਚ ਪਲਾਸਟਿਕ ਨੇ ਕਦਮ ਰੱਖਿਆ ਸਾਨੂੰ ਬਿਮਾਰੀਆਂ ਵੱਧ ਗਈਆਂ। ਅਸੀਂ ਦਹੀਂ ਲੈਣ ਜਾ ਰਹੇ ਹਾਂ ਪਲਾਸਟਿਕ ਦਾ ਲਿਫਾਫਾ, ਦੁੱਧ ਲੈਣ ਜਾ ਰਹੇ ਹਾਂ ਪਲਾਸਟਿਕ ਦਾ ਲਿਫਾਫਾ, ਰੋਟੀ ਲਈ ਗਰਮ ਗਰਮ ਉਹ ਵੀ ਪਲਾਸਟਿਕ ਦੇ ਵਿੱਚ। ਤੇ ਉਹ ਫਿਰ ਐਵੇਂ ਕਿ ਕੈਂਸਰ ਕਾਜ਼ ਕਰਦਾ ਉਹ ਚੀਜ਼ਾਂ। ਤੁਸੀਂ ਕਿੰਨੀ ਖੂਬਸੂਰਤ ਗੱਲ ਕੀਤੀ ਹੈ। ਮਤਲਬ ਇੱਕ ਦੌਰ ਬੜਾ ਮਜ਼ੇਦਾਰ ਸੀ ਜਦੋਂ ਮੈਂ ਛੋਟੇ ਹੁੰਦੇ ਆਪਣੀ ਵੀ ਵੇਖਿਆ ਹੈ ਕਿ ਜੋ ਤੁਸੀਂ ਦਹੀਂ ਲੈ ਕੇ ਲੈਣ ਜਾਣਾ ਤੇ ਡੋਲ ਲੈ ਕੇ ਜਾਣਾ ਨਾਲ, ਜਾਂ ਦੁੱਧ ਲੈ ਕੇ ਆਣਾ ਤੇ ਡੋਲ 'ਚ ਲੈ ਕੇ ਆਣਾ, ਰੋਟੀਆਂ ਤੁਸੀਂ ਦਸਤਰਖਾਨਾ ਘਰ ਤੋਂ ਲੈ ਕੇ ਜਾਂਦੇ ਸੋ। ਔਰ ਅਨਫੋਰਚੂਨੇਟਲੀ ਉਹੀ ਗੱਲ ਹੈ ਕਿ ਅਸੀਂ ਸਹੂਲਤ ਤੇ ਵੇਖੀ ਲੇਕਿਨ ਅਸੀਂ ਉਹਦੇ ਜਿਹੜੇ ਆਫਟਰ ਇਫੈਕਟਸ ਹਨ ਉਹ ਨਹੀਂ ਚੈੱਕ ਕੀਤੇ। ਤੇ ਅਵੋਇਡ ਪਲਾਸਟਿਕ ਐਵੇਂ ਨਹੀਂ ਕਹਿੰਦੇ, ਉਹ ਬੜਾ ਜ਼ਰੂਰੀ ਹੈ ਤੁਹਾਡੀ ਐਸੈਂਸ਼ੀਅਲ ਇੱਕ ਜਿਹੜੀ ਹੈਲਥ ਹੈ ਉਹਦੇ ਵਾਸਤੇ। ਅੱਛਾ ਜਨਾਬ, ਡਾਕਟਰ ਸਾਹਿਬ ਨਾਲ ਤੇ ਮਜ਼ੇਦਾਰ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ। ਨਹੀਂ ਇਹ ਮਜ਼ੇਦਾਰ ਹੀ ਨੇ, ਮਤਲਬ ਜੇ ਤੁਹਾਡੀ ਹੈਲਥ ਚੰਗੀ ਰਹੇਗੀ ਤਾਂ ਤੁਸੀਂ ਮਜ਼ੇ 'ਚ ਹੀ ਰਹੋਗੇ, ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਰਿਹਾ। ਬਹੁਤ ਵੱਡੀ ਨੇਮਤ ਹੈ ਜੀ ਹੈਲਥ ਜੀ। ਤਾਂ ਔਰ ਜਨਾਬ ਆਕਾਸ਼ ਭਾਈ ਸਾਡੇ ਨਾਲ ਮੌਜੂਦ ਨੇ। ਆਕਾਸ਼ ਭਾਈ ਦੇ ਨਾਲ ਮੇਰਾ ਜਿਹੜਾ ਤਾਰੁਫ ਹੈ ਉਹ ਬੜਾ ਮਜ਼ੇਦਾਰ ਇਸ ਤਰੀਕੇ ਨਾਲ ਹੈ ਕਿ ਬਾਕੀ ਮਲਟੀ ਟੈਲੈਂਟਡ ਪਰਸਨੈਲਿਟੀ ਨੇ। ਔਰ ਸਾਡੇ ਯਾਰ ਇਸ ਤਰ੍ਹਾਂ ਨੇ ਕਿ ਉਹ ਵੀ ਕਹਿੰਦੇ ਸਨ ਕਿ ਪੰਜਾਬੀ ਘਰ 'ਚ ਤੇ ਬੋਲੀ ਦੀ ਹੈ ਲੇਕਿਨ ਪਤਾ ਨਹੀਂ ਕਿਸੇ ਦੇ ਸਾਹਮਣੇ ਬੋਲਣ ਨੂੰ ਪਤਾ ਨਹੀਂ ਸੀ ਕਿਉਂ ਝਿਜਕਦੇ, ਲੇਕਿਨ ਇਸ 'ਤੇ ਉਹ ਜ਼ਬਰਦਸਤ ਹੁਣ ਕੰਮ ਕਰ ਰਹੇ ਨੇ। ਔਰ ਸਪੈਸ਼ਲੀ ਮਾਸ਼ਾਅੱਲਾ ਚੁੱਕਿ ਲੈਕਚਰਰ ਨੇ ਐਂਡ ਬੱਚਿਆਂ ਦੇ ਨਾਲ ਉਹਨਾਂ ਦਾ ਡੇਲੀ ਬੇਸਿਸ ਤੇ ਇੱਕ ਵਾਬਸਤਗੀ ਹੈ ਬੱਚਿਆਂ ਵਾਸਤੇ। ਮਤਲਬ ਮੈਂ ਹੁਣ ਤੁਹਾਡੇ ਕੋਲ ਕੁਐਸਚਨ ਬੇਸਿਕਲੀ ਜਿਹੜਾ ਕਰਨਾ ਚਾਹ ਰਿਹਾ, ਅੱਜ ਕੱਲ੍ਹ ਜਿਹੜਾ ਹੁਣ ਟ੍ਰੈਂਡ ਅਸੀਂ ਇੱਕ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਲਹਮਦੁਲਿਲਾ ਅਸੀਂ ਉਹਦੇ 'ਚ ਸਕਸੈਸਫੁਲ ਵੀ ਹਾਂ ਕਿ ਆਪਣੀਆਂ ਜ਼ਬਾਨਾਂ ਨਾਲ ਆਪਣੇ ਕਲਚਰ ਨਾਲ ਇੱਕ ਮੁਹੱਬਤ। ਔਰ ਮੈਂ ਸੁਣਿਆ ਕਿ ਜਿਹੜੀ ਹੁਣ ਦੀ ਜੈਨਜ਼ੀ ਹੈ ਉਹ ਇਸ ਚੀਜ਼ ਨੂੰ ਲੈ ਕੇ ਬੜਾ ਪ੍ਰੈਕਟੀਕਲੀ ਐਂਡ ਪੋਜ਼ੈਸਿਵਲੀ ਕੰਮ ਕਰ ਰਹੇ ਨੇ, ਓਨ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਜਿਹੜੀ ਸਾਡੀ ਆਈਡੈਂਟੀਟੀ ਮਤਲਬ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਸ ਦੀ ਵਜ੍ਹਾ ਨਾਲ ਬਣ ਰਹੀ ਹੈ, ਉਹ ਉਹਨਾਂ ਨੂੰ ਬੜਾ ਚੰਗਾ ਲੱਗ ਰਿਹਾ। ਤੁਸੀਂ ਕੁਝ ਆਬਜ਼ਰਵ ਕਰ ਰਹੇ ਹੋ? ਜੀ ਅਮਾਲ ਭਾਈ, ਸਭ ਤੋਂ ਪਹਿਲ ਤੁਸਾਂ ਦਾ ਸਭ ਦਾ ਜਿਹੜਾ ਹੈ ਉਹ ਸ਼ੁਕਰੀਆ ਕਿ ਮੈਨੂੰ ਤੁਸੀਂ ਮੌਕਾ ਦਿੱਤਾ ਹੈ। पंजाबी ज़ुबान जी मेरी माँ बोली ज़ुबान, और यकीन करो कि मैं इतनी ज़्यादा खुशी हुई है कि 19 साल तो बाद मैं किसी ऐसे सैटेलाइट जड़ा चैनल है उस ते गया मादरी ज़ुबान दे विच गुफ्तगू करन दा जड़ा मैनूं मौका मिले। और K2 TV इस हवाले दे नाल खराज तहसीन दा जड़ा है मुस्तहिक है कि वो अपनी माँ बोली ज़ुबान सब तो ज़्यादा जड़ा है प्रमोट पे करता है। जितों तक थोड़े सवाल का ताल्लुक है कि मेरे स्टूडेंट्स यकीन करें सब तो ज़्यादा वो मुहब्बत करते हैं कि असें अपनी इलाकाई ज़ुबान दे विच असें तरक्की करिए बोलिए। ठीक है। दरअसल मेरा जड़ा मजमून है उर्दू भी है, पाकिस्तान स्टडीज़ भी है, और पाकिस्तान स्टडीज़ के अंदर बेशुमार मौज़ूआत ऐसे हैं कि जिदे भी पंजाबी ज़ुबान भी है, हिंदको भी है, सराइकी भी है, पश्तो भी है, तमाम ज़ुबान। और यकीन करो अगर असें इन्हां ज़ुबानां भुल जाइए तो साडा जिहड़ा कीमती सरमाया है उस तो असें महरूम जिहड़े है हो वसां। और वेखो कि साडा जिहड़ा इब्तदाई जिहड़ा अदब आया इब्तदाई वो साडा सारा सीना बा सीना जिहड़ा चलिया है। असें दादी कोलों नानी कोलों वो कहानियां सुनदे आ असें ते वो हिक मैनूं अजे भी याद है कि उठ जाग फकीरा वेला सरगे दई दरबार खुलई सोने पीर मुहम्मद अरबी दे। यानी कि पंजाबी ज़ुबान विच असें सिक्खिया है कि सुबह जिस टाइम असें कम अपना शुरू करते हैं कोई स्टार्ट करते हैं तो उस तो पहल सान ना इबादत करनी चाहिए, कोई नेक अमाल जड़े हैं वो करने चाहिए। ऐसे कितों सीखे अपनी उस पुरानी जी ज़ुबान है अपनी जी मादरी ज़ुबान है उत्तों असें सीखे। तो अज की जी नस्ल है ਜਿਹੜੀ ਅੱਜ ਦੀ ਜਿਹੜੀ ਸਾਡੀ ਨਸਲ ਹੈ ਉਹਨਾਂ ਦੇ ਅੰਦਰ ਵੀ ਇਹ ਖਾਹਿਸ਼ ਹੈ ਕਿ ਜਿਹੜੀ ਸਾਡੀ ਮਾਂ ਬੋਲੀ ਜ਼ੁਬਾਨ ਹੈ ਅਸੀਂ ਉਸ ਨੂੰ ਪ੍ਰਮੋਟ ਕਰੀਏ, ਲੇਕਿਨ ਇਦਾਰੇ ਨਹੀਂ ਹਨ। ਔਰ ਇਸ ਤੋਂ ਇਲਾਵਾ ਜਿਹੜੀ ਅਦਬੀ ਤਨਜ਼ੀਮਾਂ ਹਨ ਉਹ ਜ਼ਿਆਦਾਤਰ ਬਾਕੀ ਜਿਹੜੀ ਜ਼ੁਬਾਨ ਹੈ ਉਹਨਾਂ ਨੂੰ ਪ੍ਰਮੋਟ ਕਰ। ਬਹੁਤ ਬੜਾ ਇਦਾਰਾ ਹੈਗਾ, ਤੁਸੀਂ ਰੀਲਸ ਬਣਾ ਕੇ ਤੁਸੀਂ ਕੰਟੈਂਟ ਕ੍ਰੀਏਟ ਕਰਕੇ ਪੰਜਾਬੀ ਜ਼ੁਬਾਨ ਦੇ ਵਿੱਚ ਕਿਸੇ ਵੀ ਇਲਾਕੀ ਜ਼ੁਬਾਨ ਦੇ ਵਿੱਚ ਤੁਸੀਂ ਪ੍ਰਮੋਟ ਕਰ ਸਕਦੇ ਹੋ। ਜੀ ਇੰਜ ਅਸਦੀ ਜਿਹੜੀ ਤਨਜ਼ੀਮ ਹੈ ਉਹ ਅਦਬਿਸਤਾਨ ਹੈ
और अदबिस्तान ऐसी तंजीम है कि जी उर्दू ज़ुबान ने प्रमोट कर दी और पंजाबी ज़ुबान ने भी प्रमोट पे कर दी है, पश्तून कर रही है, हिंदकुन कर रही है। इस तो इलावा और भी जी साड़ी ज़ुबाना हैं उन्होंने भी असे प्रमोट पे करते हैं। साढ़े एक बहुत अच्छे दोस्त हैं अमाद भाई दे भी वो दोस्त हैं अकदस अली हाशमी। हाँ जी हाँ जी। ओहो वो कहते हैं कि यार असल जी पंजाबी ज़ुबान है यार ये इतना सरमाया है। बाबा बुल्ले शाह, पीर बहु सुल्तान शाह साहब और बेशुमार ऐसे लोग मौजूद हैं सूफिया कराम कि जिन्हों का ये ग्रिप भी है। और मज़े की गल साड़ी उर्दू ज़ुबान के हवाले नाल एक नज़रिया पाया जाता है कि इसकी जी बुनियाद है वो पंजाबी ज़ुबान वाली बनी है। मसलन एक है नज़रिया है हाफिज़ महमूद शिरानी रहमतुल्लाह अलैह का कि जो उर्दू ज़ुबान है उसका जो आगाज़ होया वो पंजाबी ज़ुबान में होया क्योंकि जी तज़कीर तानीस है जोड़े कायदे हैं वो सारे बिल्कुल जोड़े हैं वो पंजाबी ज़ुबान जैसे हैं। तो इस वास्ते जी असल की पंजाबी ज़ुबान है उसदे साड़ा तहजीब है, साड़ी सकाफत है, साड़ी ज़ुबान है, साड़ा मज़हब है, हर चीज़ वो मौजूद है। और यकीन करो कि आज तो तकरीबन 19 साल बाद जिस टाइम मैंने हुण मौका मिला तो मेरे जहन में पूरी कहानी आ गई। वो गिरान की जी सारी स्टोरी है वो सारी आ गई है। सिर्फ क्या है कि पंजाबी ज़ुबान दे विच असे गए हैं और उत्ते जाके असे गुफ्तगू जी है मतलब माशाअल्लाह जी बहुत शुक्रिया ਤੁਹਾਡੀ ਤੁਸੀਂ ਇੰਨੀ ਮਾਸ਼ਾਅੱਲਾ ਖੂਬਸੂਰਤੀ ਦੇ ਨਾਲ ਐਕਸਪਲੇਨ ਕੀਤਾ ਹੈ। ਔਰ ਫਿਰ ਉਹੀ ਗੱਲ ਹੈ ਕਿ ਅਪਨਾਈਅਤ ਦਾ ਵੀ ਇੱਕ ਐਲੀਮੈਂਟ ਹੈ ਅਹਿਸਾਸ ਹੈ। ਡਾਕਟਰ ਸਾਹਿਬ ਤੁਹਾਡੇ ਨਾਲ ਵੀ ਕਦੀ ਹੁੰਦਾ ਹੋਏਗਾ ਕਿ ਮਤਲਬ ਅਸੀਂ ਅਮੂਮਨ ਮਤਲਬ ਜਾਣਦੇ ਹਾਂ ਕਿਸੇ ਵੀ ਡਾਕਟਰ ਕੋਲ ਤੇ अंग्रेजी से आपको ये प्रिस्क्रिप्शन मैं दे रहा हूँ यू हैव टू बस फॉलो। अच्छा फिर उसके बाद आहिस्ता आहिस्ता उर्दू से आने आप बहुत ख्याल रखिएगा नाल ही फिर असी आने पंजाबी से अम्मा जी गल सुनो और वो लगता है एकदम अम्मा जी फिर अटेंटिव होंगे ने कि यार ये हुण लगता है कोई मैनू गल समझ आ रही है और मैं तुहानू लगता है कि किधरे ना किधरे बड़ा इंपैक्ट क्रिएट कर रही है। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅੱਛਾ ਇਹਦੇ ਵਿੱਚ ਇਹ ਵੇ ਕਿ ਜਿਹੜਾ ਮਰੀਜ਼ ਤੁਹਾਨੂੰ ਅਗਰ ਜ਼ੁਬਾਨ ਆਂਦੀ ਨਾ ਤੁਸੀਂ ਈਜ਼ੀ ਫੀਲ ਕਰੇਗਾ ਮਰੀਜ਼ ਅਗਰ ਤੁਸੀਂ ਉਹ ਜ਼ੁਬਾਨ ਵਿੱਚ ਉਹਨੂੰ ਪੁੱਛੋਗੇ। ਬਿਲਕੁਲ ਮੈਂ ਉਰਦੂ ਬੋਲਾਂ ਅੰਮਾ ਜੀ ਨੂੰ ਆ ਰਹੀ ਨਹੀਂ ਉਹ ਪਟੋਹਾਰੀ ਬੋਲ ਰਹੇ ਨੇ ਤੇ ਤੁਸੀਂ ਉਹ ਜ਼ੁਬਾਨ ਵਿੱਚ ਕੰਫਰਟੇਬਲ ਫੀਲ ਕਰੋਗੇ ਤੇ ਪੇਸ਼ੈਂਟ ਤੁਹਾਡੇ ਨੂੰ ਸਾਰਾ ਕੁਝ ਖੁੱਲ ਕੇ ਦੱਸੇਗਾ। ਬਿਲਕੁਲ ਇਸ ਤਰ੍ਹਾਂ ਫਿਰ ਕੁਝ ਚੀਜ਼ਾਂ ਛੁਪਾ ਲੇਗਾ ਕੁਝ ਦੱਸ ਦੇਗਾ ਉਹਨੂੰ ਸਮਝ ਹੀ ਨਹੀਂ ਆਏਗੀ। ਤੇ ਜਿਹੜੇ ਵੀ ਡਾਕਟਰ ਸਾਨੂੰ ਵੇਖ ਰਹੇ ਨੇ ਪ੍ਰੋਗਰਾਮ ਉਹ ਜ਼ਰੂਰ ਉਹਨਾਂ ਦੀ ਜ਼ੁਬਾਨ ਵਿੱਚ ਹੀ ਗੱਲ ਕਰਨ ਤੇ ਉਹ ਅੱਛੀ ਦਵਾਈ ਜਿਹੜੀ ਨਾ ਪ੍ਰਿਸਕ੍ਰਾਈਬ ਕਰ ਸਕਣ। ਫਿਰ ਦੂਸਰਾ ਇੱਕ ਰਿਲੇਟੇਬਿਲਿਟੀ ਬਣ ਜਾਂਦੀ ਹੈ। ਹਾਂ ਜਦੋਂ ਤੁਸੀਂ ਕਿਸੇ ਨੂੰ ਮਾਂ ਜੀ ਜਾਂ ਅੰਮਾ ਜੀ ਕਹਿ ਕੇ ਮੁਖਾਤਬ ਕਰਦੇ ਹੋ ਆਪਣੇ ਆਪ ਉਹ ਤੁਹਾਡੀ ਗੱਲ ਨੂੰ ਓਨ ਕਰਨਾ ਅਮੂਮਨ ਅਨਫੋਰਚੂਨੇਟਲੀ ਇਹ ਬੜਾ ਇੱਕ ਸਾਡਾ ਅਲਮੀਆ ਹੈ ਕਿ ਜਿਹੜੇ ਘਰ ਦੇ ਕੁਝ ਹੁੰਦੇ ਨੇ ਨਾ ਆਪਣੇ ਵੱਲੋਂ ਡਾਕਟਰ ਉਹ ਮਤਲਬ ਹੈ ਕਿ ਜਿਹੜੇ ਪ੍ਰੋਫੈਸ਼ਨਲਸ ਪਤਾ ਨਹੀਂ ਉਹਨਾਂ ਨੂੰ ਲਤੀਫਾ ਵੀ ਹੈਗਾ ਨਾ ਅਮਾਦ ਭਾਈ ਲਤੀਫਾ ਵੀ ਹੈਗਾ ਨਾ ਕਿ ਉਹ ਮਰੀਜ਼ ਗਿਆ ਡਾਕਟਰ ਕੋਲ ਉਹਨੂੰ ਕਹਿੰਦਾ ਦੱਸੋ ਕੀ ਹੋਇਆ ਕਹਿੰਦਾ ਫੀਸ ਤੂੰ ਲੈਣੀ ਤੂੰ ਦੱਸ ਮੈਂ ਕਿਉਂ ਦੱਸਾਂ ਤੇ ਫੀਸ ਕਾਦੀ ਤੂੰ ਲੈਣੀ ਤੂੰ ਦੱਸ ਮੈਨੂੰ ਕੀ ਹੋਇਆ। ਇਹ ਕਰਦੇ ਡਾਕਟਰ ਜਿਹੜੇ ਸੋਸ਼ਲ ਮੀਡੀਆ ਦੇ ਡਾਕਟਰਸ ਨੇ ਉਹ ਹੋਏ ਤੇ ਬਾਈ ਛੋੜ ਦਿੱਤੀ ਉਹਨਾਂ ਨੇ। ਉਹ ਬੰਦਾ ਹੁਣ ਇੰਨਾ ਡਬਲ ਮਾਈਂਡ ਹੋ ਗਿਆ ਕਿ ਸਾਰੇ ਜਹਾਨ ਦੀਆਂ ਚੀਜ਼ਾਂ ਲਿਆ ਕੇ ਡੱਬਿਆਂ 'ਚ ਰੱਖ ਦਿੰਦੇ ਖਾਣ ਦਾ ਟਾਈਮ ਕੋਈ ਨਹੀਂ ਮਿਲਦਾ ਉਹਨੂੰ ਫਿਰ ਉਰਲੀ ਲੱਗ ਜਾਂਦੀ ਉਹ ਫਿਰ ਛੋੜ ਦਿੰਦੇ। ਤੇ ਭਾਈ ਤੁਸੀਂ ਦੇਖ ਕੇ ਚੈੱਕ ਕਰਕੇ ਆਪਣੇ ਜਿਹੜੇ ਡਾਕਟਰ ਤੁਹਾਡੇ ਮਸਲਸਲ ਜਿਨ੍ਹਾਂ ਕੋਲ ਤੁਸੀਂ ਜਾਂਦੇ ਹੋ ਉਹਨਾਂ ਕੋਲ ਨੌ ਹਾਉ ਲੈ ਕੇ ਤੁਸੀਂ ਚੀਜ਼ ਇਸਤੇਮਾਲ ਕਰੋ ਕਿਉਂਕਿ ਇੱਕ ਆਮ ਆਦਮੀ ਜਿਹਨੇ ਪੜ੍ਹਿਆ ਵੀ ਨਹੀਂ ਹੈ ਕੁਝ ਵੀ ਨਹੀਂ ਪੜ੍ਹਿਆ ਉਹ ਵੀ ਤੁਹਾਨੂੰ ਦਵਾਈ ਦੱਸ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਵਾਸਟ ਹੋ ਜਾਂਦਾ ਹੈ ਕਿ ਜਦੋਂ ਅਗਰ ਉਹਦੀ ਉਹ ਰੀਲ ਕਿਤੇ ਫੈਲ ਜਾਵੇ ਉਹ ਫਿਰ ਨਵੀਆਂ ਤੋਂ ਨਵੀਆਂ ਚੀਜ਼ਾਂ ਬਣਾਉਂਦਾ। ਬਿਲਕੁਲ ਇਤਨੇ ਕੌਨਫੀਡੈਂਸ ਸੇ ਬਾਤ ਕਰਤੇ ਨਾ ਜ਼ਿਆਦਾਤਰ ਤੁਸੀਂ ਦੇਖੋ ਮਾਤ ਭਾਈ ਤੇਲ ਬਣਾਉਣ ਵਾਲੇ ਬੜੇ ਅੱਜ ਕੱਲ ਸੋਸ਼ਲ ਮੀਡੀਆ ਉਸ ਤੋਂ ਬਾਅਦ ਉਹਨਾਂ ਨੇ ਜਨਾਬ ਉਹ ਫਕੀਆਂ ਦਸੀਆਂ ਨੇ ਲੋਕਾਂ ਨੂੰ ਉਹ ਸਾਰੀਆਂ ਫਕੀਆਂ ਦੱਸ ਕੇ ਟੀਵੀ ਤੇ ਆ ਕੇ ਉਹਨਾਂ ਨੇ ਕਰੋੜਾਂ ਰੁਪਏ ਬਣਾ ਲਿਆ। मतलब ये भी चीज़ जड़ी अनफॉर्चुनेटली एक तो वही गल है कि एक जड़ी रील वायरल होगी फिर मतलब पता नहीं मैंने उन्हें गल कहनी चाहिए नहीं कहनी चाहिए फिर ਉਹਦੇ ਵਿੱਚ ਕਿਸੇ ਨਾ ਕਿਸੇ ਤੁਸੀਂ ਕੋਈ ਮਜ਼ਹਬੀ ਚੀਜ਼ ਨੂੰ ਕੋਟ ਕਰ ਦਿੰਦੇ ਹੋ ਕੋਈ ਰਵਾਇਤੀ ਚੀਜ਼ ਆਪਣੀ ਟ੍ਰੈਡੀਸ਼ਨਲ ਵਾਲੀ ਚੀਜ਼ ਕੋਟ ਕਰ ਦਿੰਦੇ ਹੋ ਤਾਂ ਕਿ ਤੁਹਾਡੀ ਗੱਲ ਦਾ ਇੰਪੈਕਟ ਜ਼ਿਆਦਾ ਲੱਗੇ और अनफॉर्चुनेटली वो बेसलेस होंदी है। अनफॉर्चुनेटली हुण तुसी त्रै गलतियां कर रहे हो एक तो बंदे दी हेल्थ दे नाल खेड रहे हो अपनी जिहड़ी रिवायात ने या जिहड़ा ओ लोकां नूं एक दूजे दे नाल भरोसा सी ओ तुसी तोड़ रहे हो ते जिहड़ा तुहाडी तालीमात ने ओ मजहबी ने या जो भी ने मतलब इल्म दी या जो भी है ओनू भी तुसी कंप्रोमाइज़ कर रहे हो। ਇਹ ਸਾਰੀਆਂ ਚੰਗੀਆਂ ਗੱਲਾਂ ਤੁਸੀਂ ਕੀਤੀਆਂ ਨੇ ਮੱਕਾ ਮਦੀਨਾ 'ਚ ਬਹਿ ਕੇ ਤੇ ਉਹ ਗੱਲਾਂ ਕਰ ਦਿੰਦੇ ਨੇ ਕਿ ਲੋਕਾਂ ਦੇ ਉਹ ਜਜ਼ਬਾਤ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਨੇ ਇਦਾਂ ਦੀਆਂ ਰੀਲਾਂ ਜਿਹੜੀਆਂ ਨੇ
ਇਹ ਬੈਨ ਹੋਣੀਆਂ ਚਾਹੀਦੀਆਂ ਕਿ ਮਜ਼ਬੀ ਜਗ੍ਹਾ ਤੇ ਜਾ ਕੇ ਤੁਸੀਂ ਲੋਕਾਂ ਨੂੰ ਕਸਮਾਂ ਖਾ ਕੇ ਆਪਣੀਆਂ ਚੀਜ਼ਾਂ ਵੇਚੋ। ਤੇ ਤੁਸੀਂ ਬੜੀ ਅੱਛੀ ਗੱਲ ਜਿਸ ਕੀਤੀ। ਤਰ੍ਹਾਂ ਡਾਕਟਰਾਂ ਤੇ ਚੈੱਕ ਹੁੰਦਾ ਜੀ, ਇੱਕ ਬਕਾਇਦਾ ਇੱਕ ਆਰਗੇਨਾਈਜੇਸ਼ਨ, ਇੱਕ ਬੋਡੀ ਹੈ ਜਿਹੜੀ ਕੰਮ ਕਰਦੀ ਹੈ। ਸੋਸ਼ਲ ਮੀਡੀਆ ਦੇ ਡਾਕਟਰਾਂ ਦੇ ਵਿੱਚ ਲਈ ਕੋਈ ਨਹੀਂ ਹੈ, ਬਹੁਤ ਜ਼ਰੂਰੀ ਹੋਣਾ ਚਾਹੀਦਾ। ਜਿਸ ਤਰ੍ਹਾਂ ਮੈਂ ਰੀਤਾ ਜੀ ਮੈਂ ਕਹਿ ਰਿਹਾ ਕਿ ਜਿਸ ਤਰ੍ਹਾਂ 9 ਵਜੇ ਦੁਕਾਨਾਂ ਬੰਦ ਕਰਦੇ ਨੇ, 11 ਵਜੇ ਰੈਸਟੋਰੈਂਟ ਬੰਦ ਕਰਦੇ ਨੇ, 12 ਵਜੇ ਸਾਰਾ WhatsApp ਬੰਦ ਕਰ ਦਿੰਦੇ ਤੇ ਫਾਲ ਖੁੱਲੀ ਰਵੇ, ਫਾਲ ਆਂਦੀ ਰਵੇ, ਠੀਕ ਐਮਰਜੈਂਸੀ ਲਈ, ਐਮਰਜੈਂਸੀ ਆਂਦੀ ਰਵੇ, ਇਹ ਇੰਟਰਨੈਟ ਬੰਦ ਹੋ ਜਾਏ ਤਾਂ ਕਿ ਤੁਸੀਂ ਸੋ ਜਾਓ, ਤੁਹਾਡਾ ਕੱਲ ਆਉਣ ਵਾਲਾ ਸੇਫ ਹੋ ਜਾਏ। ਨਾ ਅੱਬਾ ਸੌਂਦਾ, ਨਾ ਅੰਮਾ, ਨਾ ਬੱਚੇ ਸੌਂਦੇ। ਠੀਕ ਹੈ, ਛੁੱਟੀਆਂ ਉਤੋਂ ਹੋਈਆਂ ਨੇ ਤੇ ਲੋਕੀ ਉਹਦਾ ਹੀ ਕਹੀ ਜਾਂਦੇ ਨੇ ਕਿ ਛੁੱਟੀਆਂ ਨੇ ਬੱਚਿਆਂ ਦੀਆਂ, ਤੇ ਉਹਨਾਂ ਦੀ ਆਦਤਾਂ ਕਿਉਂ ਖਰਾਬ ਕਰ ਰਹੇ ਹੋ? ਜਦੋਂ ਤੁਸੀਂ ਨਹੀਂ ਸੋਓਗੇ ਨਾ, ਤੁਹਾਡਾ ਕਾਰਟੀਸੋਲ ਲੈਵਲ ਵੱਧ ਜਾਏਗਾ, ਤੁਹਾਡਾ ਮੋਟਾਪਾ ਆਏਗਾ, ਬੱਚਿਆਂ ਦੇ ਵਿੱਚ ਹੈਵੀ ਹੋ ਜਾਣਗੇ ਬੱਚੇ। ਫਿਰ ਉਹਨੇ ਫਾਸਟ ਫੂਡ ਹੀ ਗੱਲ ਚੇਂਜ ਕਰੋ, ਕੀ ਗੱਲ ਕਰ ਰਹੇ ਹੋ ਤੁਸੀਂ ਸਮਾਰਟ ਹੋ ਬਾਬੇ ਜੀ। ਸਾਡੇ ਕੋਲ ਇੱਕ ਕਾਲਰ ਹੈ ਜੀ। अस्सलाम वालेकुम। हेलो अस्सलाम वालेकुम। हेलो अस्सलाम वालेकुम। वालेकुम अस्सलाम जी, कौन साढ़े नाल ते कित्थों? हेलो मैं बोलूंगी फिर जवाब आएगा, देखना जी। अस्सलाम वालेकुम। वालेकुम सलाम जी, मैं अनीस बोल रहा हूँ साहिवाल से। साहिवाल से अनीस अनीस जी। अनीस भाई दसो की गल हैगी, की का हाल चाल हैगा, क्या है? ये ठीक है डॉक्टर साहब से एक सवाल है। जरूर 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 गल करो डॉक्टर साहब नाल। ਹੈਗੇ ओ जबरदस्त ਸਾਈਵਾਲ ਦੇ ਤੇ ਤੁਸੀਂ 2 ਸਵਾਲ ਪੁੱਛ ਲਓ। ओ हेलो तो आगे बढ़नगे जी, कोई का सवाल होए। अनीस भाई डॉक्टर साहब नाल गल करो। डॉक्टर साहब के मेरा सवाल है आपसे कि सुबह जागने के बाद तो 10 मिनट के लिए सर दर्द रहता है, दूसरे दिन सर में दर्द मुसलसल हो रहा है। अच्छा, आपका ब्लड प्रेशर कैसा रहता है? वो नॉर्मल ही है सर। नहीं, चेक भी करवाया है कभी, हाई या लो, कोई साथ शुगर वगैरह तो नहीं है? शुगर नहीं है तो ब्लड प्रेशर की कभी शिकायत तो नहीं आई। अच्छा, आप ब्लड प्रेशर ज़रा 2-3 दिन मॉनिटर करें और इस मौसम में आप नींबू पानी का इस्तेमाल ज़्यादा करें। तो आप काला नमक जो है, सोडियम नहीं डालेंगे, ठीक है, जो घर में वाइट नमक होता है। काले नमक की शिकंजी 1-2 ग्लास दिन में लाजमी रखें और जब सोएं आप तो थोड़ा सा पाँव के नीचे जो है वो तकिया रखें, सर के नीचे ऊंचा तकिया ना रखें। अपनी मॉनिटर करें ब्लड प्रेशर को। वो तो सर मैं डेली इस्तेमाल कर रहा हूँ नींबू। कुछ दवाई दसते उन्होंने तसल्ली नहीं हो लगी। हाँ। देखें, इस तरह मेडिसिन बताने से और लोग भी खा लेंगे। आपका वेट मुझे चाहिए, आपकी एज चाहिए, तो इस हवाले से आप मुझे बताएं कि आपका वेट कितना है और एज कितनी है आपकी। चले गए काम की बात हो तो ਜਦੋਂ ਵੀ weight ਦੀ ਗੱਲ ਹੁੰਦੀ ਹੈ ਲੋਕੀ ਪਤਾ ਨਹੀਂ ਕਿਉਂ ਟੌਪਿਕ ਚੇਂਜ ਕਰ ਦਿੰਦੇ ਨੇ, ਕਾਲ ਕੱਟ ਦਿੰਦੇ ਨੇ। ਮੈਨੂੰ ਬੜੇ ਭੜੇ ਲੱਗਦੇ ਨੇ ਉਹ ਲੋਕ। ਅੱਛਾ, ਆਕਾਸ਼ ਭਾਈ ਜਨਾਬ ਬੈਠੇ ਨੇ ਸਾਡੇ ਨਾਲ ਔਰ ਇਹ ਗੱਲ ਹੈ ਜਨਾਬ ਯੂਥ ਤੇ ਹਵਾਲੇ ਨਾਲ ਵੀ ਗੱਲ ਕਰ ਰਹੇ ਸਾਂ। ਤੁਸੀਂ ਕਿਹਾ ਕਿ ਹੁਣ ਬੱਚੇ ਮਾਸ਼ਾਅੱਲਾ ਬੜਾ ਪ੍ਰਾਊਡਲੀ ਆਪਣੇ ਕਲਚਰ ਨੂੰ, ਅੱਛਾ ਜਿਹੜਾ ਹੁਣ ਚੈਲੰਜਸ ਆ ਰਹੇ ਨੇ ਬੱਚਿਆਂ ਨੂੰ, ਉਹੀ ਗੱਲ ਜੇ ਸੋਸ਼ਲ ਮੀਡੀਆ ਜਿਹੜੀ ਅਸੀਂ ਗੱਲ ਕਰ ਰਹੇ ਸਾਂ, ਇਨਫਲੂਐਂਸ ਲੈ ਰਹੇ ਨੇ ਹਰ ਚੀਜ਼ ਤੋਂ। और थोड़ी जी जी को रील वायरल हो जाए और अनफॉर्चुनेटली फिर ਇਹੋ ਜਿਹਾ मतलब मैं एक क्रॉस द बॉर्डर एक ਵੇਖਿਆ ਉਹ मतलब ਯੰਗ ਜਾ ਉਹ ਮੁੰਡਾ ਹੈ ਤੇ ਉਹਦੀ ਇੱਕ ਰੀਲ ਗਲਤੀ ਨਾਲ ਵਾਇਰਲ ਹੋ ਗਈ, ਗਲਤੀ ਨਾਲ ਹੀ ਵਾਕਈ ਜੈਨੂਇਨਲੀ। ਹੁਣ ਉਹ ਟੁੱਟ ਕੇ ਜਿਹੜੇ ਦੱਸ ਰਿਹਾ ਹੈ मतलब ਤੁਹਾਨੂੰ ਕੀ ਲੱਗਦਾ ਹੈ मतलब ਵੀ ਕਿ ਜਿਹੜਾ ਪੜ੍ਹਾਈ ਔਰ ਫਿਰ ਸਭ ਸੋਸ਼ਲ ਮੀਡੀਆ ਬੈਲੈਂਸ ਕਰ ਰਹੇ ਨੇ ਬੱਚੇ? ਅਮਰ ਭਾਈ ਬੜਾ ਅੱਛਾ ਸਵਾਲ ਕੀਤਾ ਹੈ ਤੁਸੀਂ ਕਿ ਵੇਖੋ ਨਾ ਕਿ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿਰਦਾਰ ਹੈ ਉਹ ਸਾਡੇ ਵਾਲਿदैन ਦਾ ਵੀ ਹੈ, ਠੀਕ ਹੈ ਨਾ, ਕਿ ਸੋਸ਼ਲ ਮੀਡੀਆ ਹੁਣ ਯਾਨੀ ਕਿ ਜਿਹੜੀ ਅਸਲ ਦੀ ਪੜ੍ਹਾਈ ਸਾਰੀ ਉਹ ਸਾਰੀ ਆ ਗਈ ਹੈ ਸੋਸ਼ਲ ਮੀਡੀਆ ਤੇ ਵੀ ਆ ਗਈ। ਸਮਝੋ ਹਰ ਬੱਚੇ ਕੋਲ ਮੋਬਾਈਲ ਫੋਨ ਹੈ, ਠੀਕ ਹੈ, ਉਹ ਉੱਤੋਂ ਨਜ਼ਰਿਆਤ ਜਿਹੜੇ ਇਹ ਨਵੇਂ ਉਹ ਪਿਆ ਕਰਦਾ ਹੁੰਦਾ। ਤੇ ਸਭ ਤੋਂ ਅਹਿਮ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਵੇਖੋ ਕਿ ਇੱਕ ਟ੍ਰੈਂਡ ਆਇਆ ਹੈ ਮਿਸਾਲ ਦੇ ਤੌਰ ਤੇ, ਠੀਕ ਹੈ, ਉਸ ਟ੍ਰੈਂਡ ਨੇ ਸਾਡੀ ਜਿਹੜੀ ਹੁਣ ਵਾਲੀ ਜਿਹੜੀ ਨਸਲ ਉਹ ਸਭ ਤੋਂ ਜ਼ਿਆਦਾ ਫਾਲੋ ਕਰਦੀ ਹੈ ਔਰ ਉਹ ਲੋਕ ਉਹਨਾਂ ਦੇ ਫਾਲੋਅਰਸ ਆਏ ਨੇ ਕਿ ਜਿਨ੍ਹਾਂ ਦੀ ਕੋਈ ਖਿਦਮਾਤ ਹੈ ਨਹੀਂ, ਕੋਈ ਨਹੀਂ। ਸਮਝੋ ਕਿ ਜਿਨ੍ਹਾਂ ਦੀ ਕੋਈ ਐਜੂਕੇਸ਼ਨ ਨਹੀਂ ਹੈ, ਕੋਈ ਹੋਰ ਚੀਜ਼ ਕੋਈ ਨਹੀਂ ਹੈ, ਕੋਈ ਉਹ ਕੋਈ ਤਖਲੀਕਾਰ ਨਹੀਂ ਹੈ, ਲਿਖਾਰੀ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਉਹ ਮੈਂ ਦੱਸੋ ਕਿ ਉਹ ਜਿਹੜੇ ਟੋਟਕੇ ਦੱਸਦੇ ਆ ਉਹਨਾਂ ਵਿੱਚ ਕਿੰਨੀ ਸੱਚਾਈ ਹੁੰਦੀ है। इनकरेज कर रहे, अवार्ड्स दे रहे हैं। हाँ, और मज़े की बात ये जो अवार्ड इधर इस मुल्क के अंदर ਜਿਹੜੀ ਵੀ तंजीमें हैं वो ਜਿਹੜੀ तकसीम पे करेंदी हैं, कोई चेक एंड बैलेंस ही कोई नहीं एवें। वो एक वो है निशे पो में वो सबसे ज़्यादा जो है वो ट्रेंड वो हाँ वायरल हुआ है, पता नहीं वायरल हुआ है, सब तो ज़्यादा होया है। ਹੁਣ ਗੱਲ ਸੋਚਣ ਦੀ ਹੈ ਕਿ ਵੇਖੋ ਅਸਰ ਦੀ ਨੌਜਵਾਨ ਨਸਲ ਕਿ ਜਿਹੜੇ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਉਹ ਗਏ
ਉਹਦੇ ਨਾਲ ਖਲੋਤੇ ਹਨ ਔਰ ਜਾ ਕੇ ਸੈਲਫੀਆਂ ਬਣਾ ਰਹੇ ਸੈਲਫੀਆਂ ਨੇ, ਬਣਾਓ। ਯਾਨੀ ਕਿ ਅਸਲ ਜਿਹੜੀ ਨਸਲ ਹੈ ਉਹਨਾਂ ਦਾ ਜ਼ਿਹਨ ਇਹ ਬਣ ਚੁੱਕਿਆ ਹੈ ਕਿ ਇੱਕ ਸਾਡੀ ਅਗਰ ਰੀਲ ਜਿਹੜੀ ਹੈ ਉਹ ਵਾਇਰਲ ਹੋ ਗਈ ਹੈ ਤੇ ਬਸ ਠੀਕ ਇਨਫ ਹੈ, ਉਹ ਸਟਾਰ ਸੈਲੀਬ੍ਰਿਟੀ ਬਣ ਗਏ ਨੇ। ਲੇਕਿਨ ਉਹ ਜਿਹੜੀ ਚੀਜ਼ ਹੈ ਉਹ ਮੁਸਤਕਿਲ ਨਹੀਂ ਹੈ, ਸਮਝੋ ਨਾ, ਉਹਦਾ ਕੋਈ ਫਾਇਦਾ ਨਹੀਂ। ਹੀਰੋਜ਼ ਨੂੰ ਲੋਕ ਸਮਹਾਉ ਕੰਪਰੋਮਾਈਜ਼ ਫਾਇਦਾ ਕਰ ਨਹੀਂ। ਗਏ ਨੇ। ਜੀ अस्सलाम वालेकुम। वालेकुम सलाम। जी अस्सलाम वालेकुम, थोड़ा जिहा ਉੱਚਾ ਬੋਲੋ। वालेकुम सलाम। जी कौन है ਸਾਡੇ ਨਾਲ ਤੇ ਕਿੱਥੋਂ ਕਾਲ ਕਰ ਰਹੇ ਹੋ? जी सर, जी खुर्शीद अनवर बात कर रहा हूँ, आजाद कश्मीर वादिया नीलम से। माशाल्लाह जी, खुश आजाद आमदीद जी कश्मीर वादिया आया नीलम ਨੂੰ। से खुर्शीद अनवर बात कर रहा हूँ। खुश आमदीद जी आया ਨੂੰ। टीवी ਦਾ ਵੋਲਿਊਮ ਬੰਦ ਕਰ ਦਿਓ ਮੇਰਾ ਭਰਾ। बोले जा रहे हैं, उनको आवाज नहीं आ रही। ਚਲੇ ਗਏ ਚਲੇ ਸਰ ਜੀ। ਗਏ। ਸਰ ਜੀ ਟੀਵੀ ਦਾ ਵੋਲਿਊਮ, ਜਿਹੜੇ ਵੀ ਸਾਡੇ ਕਾਲਰ ਨੇ ਟੀਵੀ ਦਾ ਵੋਲਿਊਮ ਬੰਦ ਕਰ ਦਿਆ ਕਰੋ। ਰਿਪੀਟ ਜੇ ਤੁਸੀਂ 2-3 ਵਾਰੀ ਇਹ ਪ੍ਰੋਗਰਾਮ ਵੇਖ ਸਕਦੇ ਹੋ ਤੇ K2 TV ਮਾਰਨਿੰਗਸ ਦਾ ਜਿਹੜਾ ਪੇਜ ਹੈ ਉਹਦੇ ਤੇ ਵੀ ਅਪਲੋਡ ਹੁੰਦਾ ਹੈ ਜਨਾਬ। ਤੇ ਡਾਕਟਰ ਸਾਹਿਬ ਆਨਲਾਈਨ ਸ਼ਾਪਿੰਗ ਕਰਨ ਦਾ ਕੋਈ ਇਲਾਜ ਹੈਗਾ? ਉਹ ਤੇ ਕੋਈ ਉਹਦਾ ਇਲਾਜ ਇਲਾਜ ਬੜਾ ਨਹੀਂ। ਮੁਸ਼ਕਲ ਹੈ। ਉਹਦਾ ਇਲਾਜ ਇਹ ਲਾਇਲਾਜ। ਹੈ ਉਹਦਾ ਇਲਾਜ ਇਹ ਹੈ ਕਿ ATM ਦੇ ਕਾਰਡ ਜਿਹੜੇ ਉਹ ਛੁਪਾ ਦਿੱਤੇ ਜਾਣ। ਪਾ ਦੇ ਓਕੇ, ਅੱਲਾਹ करे मेरे मियां ना ਵੇਖ। ਲਾ ਇਲਾਜ ਹੋ ਗਈ ਹੂੰ ਮੈਂ। ਲਾ ਇਲਾਜ ਹੋ ਗਿਆ ਤੇ ਉਹਦੀ ਵਜ੍ਹਾ ਤੋਂ ਨਾ ਹਿਰਸ ਵੱਧ ਗਈ ਕਿ ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ। ਠੀਕ ਹੈ, ਕਨਾਤ ਪਸੰਦੀ ਜਿਹੜੀ ਹੈ ਨਾ ਉਹ ਰਿਦਾ ਜੀ ਖਤਮ ਹੁੰਦੀ ਜਾ ਰਹੀ, ਹਾਂਜੀ। ਜਿਹਦੀ ਵਜ੍ਹਾ ਤੋਂ ਸਾਡੇ ਵਿੱਚ ਗੁੱਸਾ ਚਿੜਚਿੜਾਪਨ ਜਿਹੜਾ ਜ਼ਿਆਦਾ ਆ ਰਿਹਾ। ਅਸੀਂ ਸੁਣਨਾ ਨਹੀਂ ਚਾਹੁੰਦੇ, ਜਵਾਬ ਦੇਣਾ ਚਾਹੁੰਦੇ। ਤੁਸੀਂ ਸਵਾਲ ਨਹੀਂ ਕੀਤਾ ਤੇ ਅਗਲਾ ਕਹਿੰਦਾ ਜਵਾਬ ਲੈ ਲਓ। ਤੇ ਉਹ ਸਾਰਾ ਦਿਨ ਤੁਹਾਡੀ ਜਿਹੜੀ ਨਾ WhatsApp ਦੀ ਮੈਮਰੀ ਜਿਹੜੀ ਹੈ ਨਾ ਉਹ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਹੈ ਤੇ ਮੈਮਰੀ ਲਾਸ ਵੀ ਯੰਗਸਟਰਸ ਦੀ ਵੀ ਬਹੁਤ ਜ਼ਿਆਦਾ ਖਤਮ ਹੋ ਰਹੀ ਹੈ। ਹਾਈਪੋਕੈਂਪਸ ਇੱਕ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਸਾਡੀ ਇਹ ਮੈਮਰੀ ਜਿਹੜੀ ਨਾ ਸਟਾਕ ਹੋ ਰਹੀ ਹੁੰਦੀ ਹੈ। 1 TB ਤਾਂ ਤੁਸੀਂ ਅਗਰ ਮੋਬਾਈਲ ਲੈ ਲੈਂਦੇ ਹੋ ਤੇ ਬੜੇ ਖੁਸ਼ ਹੁੰਦੇ ਯਾਰ ਇੰਨੀ ਜ਼ਿਆਦਾ ਇਹਦੇ ਵਿੱਚ ਮੈਮਰੀ ਆ ਗਈ, ਤੇ ਸਾਡੇ ਵਿੱਚ ਤੇ ਲੱਖਾਂ TB ਪਈ ਹੋਈ ਹੈ ਤੇ ਉਹ ਹਰ ਚੀਜ਼ ਦੀ ਅਲੱਗ-ਅਲੱਗ ਕੁਝ ਅਸੀਂ ਜਿਹੜੀ ਹੈ ਨਾ ਅੱਖਾਂ ਨਾਲ ਮੈਮਰੀ ਸੇਵ ਕਰਨੇ, ਕੁਝ ਗੱਲਾਂ ਦੇ ਨਾਲ, ਕੁਝ ਦੇਖਣ ਦੇ ਨਾਲ, ਤੇ ਉਹਦੀ ਵਜ੍ਹਾ ਤੋਂ ਵੀ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਮੈਮਰੀ ਜਿਹੜੀ ਹੈ ਨਾ ਖਰਾਬ ਹੁੰਦੀ ਜਾ ਰਹੀ ਹੈ ਕਿ 1 ਮਿੰਟ ਦੇ ਵਿੱਚ ਕਈ ਦਫਾ ਇੱਕ ਇਸ਼ਤਿਹਾਰ 4 ਵਾਰੀ ਚੱਲ ਜਾਂਦਾ ਹੈ। ਉਹ ਤੁਹਾਨੂੰ ਰਿਪੀਟ ਕਰ ਰਹੇ ਹੁੰਦੇ ਨੇ ਕਿ ਤੁਸੀਂ ਉਹ ਚੀਜ਼ਾਂ ਜਾ ਕੇ ਖਰੀਦੋ ਜਿਹੜਾ ਤੁਸੀਂ ਸ਼ਾਪਿੰਗ ਤੱਕ ਕਿਹਾ ਹੈ। ਉਹ ਬਾਰ-ਬਾਰ ਤੁਸੀਂ ਜੋ ਸੋਚੋ ਰੀਲਾਂ ਉਹੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਫਿਰ ਤੁਹਾਡੀ ਮੈਮਰੀ ਜਿਹੜੀ ਨਾ ਲਾਸ ਹੁੰਦੀ ਹੈ ਜਦੋਂ ਤੁਸੀਂ ਬਾਰ-ਬਾਰ ਇੱਕੋ ਹੀ ਚੀਜ਼ ਨੂੰ ਅਬਜ਼ਰਵ ਕਰ ਰਹੇ ਹੁੰਦੇ ਹੋ ਤੇ ਇਰੀਟੇਟ ਹੋ ਜਾਂਦੇ ਯਾਰ ਇਹਨੂੰ ਮੈਂ ਜਾ ਕੇ ਲੈ ਹੀ ਲਵਾਂ, ਇਹ ਕੀ ਹੈ ਬਾਰ-ਬਾਰ ਕਿਉਂ ਆ ਰਿਹਾ। ਗੱਲ ਮੁਕਾਓ ਤੇ ਜਾ ਕੇ ਮੈਂ ਲੈ ਆਵਾਂ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਨਾ ਯੰਗਸਟਰ ਬੱਚਿਆਂ ਦੇ ਵਿੱਚ ਵੀ ਮੈਮਰੀ ਦਾ ਲਾਸ ਬਹੁਤ ਜ਼ਿਆਦਾ ਹੋ ਰਿਹਾ। ਇਹਨੂੰ ਵੀ ਅਸੀਂ ਦੇਖਣਾ ਮੈਮਰੀ ਲਾਸ ਤਦੇ ਠੀਕ ਹੋਏਗਾ ਅਗਰ 6 ਤੋਂ 8 ਘੰਟੇ ਡੀਪ ਸਲੀਪ ਕੀਤਾ ਜਾਵੇ। ਇਟ ਇਜ਼ ਇਟ ਲਿੰਕਡ ਵਿਦ ਅਟੈਂਸ਼ਨ ਸਪੈਨ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਰੀਲਸ ਜਿਹੜੇ ਸਕਰੋਲ ਅਸੀਂ ਜੀ, ਕਰ ਰਹੇ ਜੀ, ਹਾਂ ਜੀ। ਔਰ ਇੱਕ 10 सेकंड ਦੇ ਵਿੱਚ ਅਸੀਂ ਕੋਈ 15 इमोशंस ਨੂੰ जी अमाद भाई 16 घंटे आपकी उंगली जो है ना वो रील पे चल रही होती है तो आपके पीछे क्या रह जाता है। मेरा तो मसल बन गया, देखो जरा थोड़ा सा उंगली के ऊपर। माशाल्लाह माशाल्लाह। क्या बात है। कॉल है जी साइड। अस्सलाम वालेकुम। वालेकुम सलाम। जी कौन साड़ा भरा ते कितों कॉल कर रहे हो? सर मैं साजिद बात कर रहा हूँ बकर से। साजिद भाई खुश आमदीद, की कहना चाहोगे? सर मुझे आज डॉक्टर साहब से बात करनी है। जरूर सर, जरूर गल करो। जी हाँ सर। जी सर गल करो। अस्सलाम वालेकुम। जी वालेकुम डॉक्टर सलाम। साहब। जी 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 डॉक्टर साहब, मैं ये पूछना चाहता हूँ आपसे कि मैं जो ना एलर्जी की इतनी होती है ना, मुझे एलर्जी है इतनी जो बहुत ज्यादा, और मैं जहाँ भी दवा लेने जाता हूँ तो डॉक्टर साहब मुझे कहते हैं कि आप ना चावल छोड़ दें, और ये मेरी मजबूरी बन चुकी है, मैं छोड़ नहीं सकता। मुझे कुछ ऐसा इलाज बताएं कि मैं ना एलर्जी भी खत्म हो जाए और कभी कभी मैं ये चावल भी खाता रहूं। किस चीज़ से एलर्जी है आपको, मेडिसिन से या चावल से? जी जब भी चावल गोश्त कुछ भी खाएं। खाने से जी हाँ, एलर्जी? चावल जी। खाता चावल हूं, खाने या से आपको गोश्त एलर्जी खाता है? हूं। मैं दस देना चलो मैं दस सुनो जी ਤੁਸੀਂ ਇਹ ਬੇਸਿਕਲੀ ਨਾ ਇਹਨੂੰ ਆਰਟੀਕੇਰੀਆ ਕਹਿੰਦੇ ਨੇ ਇਸ ਬਿਮਾਰੀ ਨੂੰ। ਧੜੱਪੜ ਪੈ ਜਾਂਦੇ ਨੇ, ਸੁਰਖ ਜੇ ਨਾ ਧੜੱਪੜ ਜੀ, ਪੈ ਜੀ, ਜਾਂਦੇ ਜੀ, ਨੇ। ਜੀ, ਜੀ। ਚਾਵਲ ਖਾਓ ਜਾਂ ਵੱਡਾ ਗੋਸ਼ਤ ਖਾਓ ਉਸੇ ਟਾਈਮ ਹੀ ਨਾ ਪੂਰਾ ਜਿਸਮ ਸੁੱਜ ਜਾਂਦਾ ਹੈ। ਹਾਂਜੀ, ਤੇ ਇੱਕ ਐਲਰਜੀ ਟੈਸਟ ਜਿਹੜਾ ਨਾ ਉਹ ਕਿਸੇ ਵੀ ਲੈਬੋਰਟਰੀ ਤੋਂ ਜਾ ਕੇ ਕਰਾ ਲੈਣ, ਨਹੀਂ ਤੇ ਇਸਲਾਮਾਬਾਦ ਚੱਕ ਸ਼ਹਜ਼ਾਦ ਦੇ 4 ਕਿਸਮ ਦਾ ਲੈਬੋਰਟਰੀ ਦੇ ਵਿੱਚ ਟੈਸਟ ਹੁੰਦਾ ਹੈ, ਉਹ ਕਰਨ ਤੇ ਕੋਸ਼ਿਸ਼ ਕਰਨ ਕਿ ਜਦੋਂ ਇਹਨਾਂ ਨੂੰ ਇਹ ਮਸਲਾ ਹੋਵੇ ਠੰਡਾ ਯਖ ਪਾਣੀ ਲੈ ਲੈਣਾ ਤੇ ਉਹਦੇ ਵਿੱਚ ਆਮ ਨਮਕ ਜਿਹੜਾ ਘਰ ਦੇ ਵਿੱਚ ਅਸੀਂ ਆਇਓਡੀਨ ਵਾਲਾ ਨਾ ਹੋਵੇ ਉਹ ਮਿਕਸ ਕਰਕੇ ਨਾ ਰੂਈ ਦੇ ਨਾਲ ਸਭ ਜਗ੍ਹਾ ਤੇ ਲਾ ਲੈਣ। ਠੀਕ ਹੈ, ਉਸੇ ਟਾਈਮ ਹੀ ਸੂਦਿੰਗ ਇਫੈਕਟ ਆ ਜਾਣਗੇ ਤੇ ਐਂਟੀ ਐਲਰਜੀ ਆਪਣੇ ਡਾਕਟਰ ਕੋਲ ਪੁੱਛ ਕੇ ਦਵਾਈ ਲੈ ਸਕਦੇ ਨੇ। ਮਗਰ ਸਭ ਤੋਂ ਪਹਿਲੇ ਆਪਣੇ ਐਲਰਜੀ ਟੈਸਟ ਕਰਾਉਣ ਕਿ ਇਹਨਾਂ ਨੂੰ ਦਵਾਈ ਨਾਲ ਹੈ
ਜਾਂ ਨੈਲੋਨ ਦੇ ਕੱਪੜਿਆਂ ਦੇ ਨਾਲ, ਜੁੱਤੀ ਦੇ ਨਾਲ, ਇਨਸਾਨਾਂ ਦੇ ਨਾਲ ਕਿਹੜੀ ਐਲਰਜੀ ਹੈ ਉਹ ਸਾਨੂੰ ਦੱਸੋ ਤੇ ਫਿਰ ਅਸੀਂ ਸਹੀ ਇਨਸਾਨਾਂ ਦੇ ਨਾਲ ਤਾਂ ਕੁਝ ਨਹੀਂ ਹੋ ਹਾਂ, ਇਨਸਾਨਾਂ ਦੀ ਐਲਰਜੀ ਬੜੀ ਸਖਤ ਹੈ, ਇਸ ਤਰ੍ਹਾਂ ਹੀ। ਇਹ ਬੜਾ ਇਹਦਾ ਮੁਸ਼ਕਿਲ ਕੋਈ ਹੈ, ਇਲਾਜ ਕੋਈ ਨਹੀਂ ਨਾ। ਇਹਦਾ ਤੇ ਕੋਈ ਇਲਾਜ ਹਾਂ, ਤੁਸੀਂ ਉਮਰ ਬਰਦਾਸ਼ਤ ਕਰੋ ਫਿਰ। ਪਾਸ ਕਰ ਜਾਂ ਬਰਦਾਸ਼ਤ ਕਰ ਲੈ। ਬਰਦਾਸ਼ਤ ਕਿਤੇ ਬਾਪੂ ਯਾਰ ਤੰਗ ਨਾ ਕਰੇ। ਤੁਹਾਨੂੰ ਅਕਲਮੰਦ ਭੈਂਸਾ ਬਣਨਾ ਪਏਗਾ ਉਹਦੇ ਵਾਸਤੇ। ਅਸੀਂ ਕੱਲ ਬੱਚਿਆਂ ਨੂੰ ਸਟੋਰੀ ਸੁਣਾਈ, ਉਹ ਬੜੀ ਮਜ਼ੇਦਾਰ ਸਟੋਰੀ ਸੀ ਕਿ ਮਤਲਬ ਹੈ ਕਿ ਜੋ ਵੀ ਤੁਹਾਡੇ ਤੇ ਮੁਸ਼ਕਿਲ ਜਾਂ ਜੋ ਵੀ ਕੋਈ ਤੁਹਾਡੇ ਤੇ ਕ੍ਰਿਟਿਸਿਜ਼ਮ ਆ ਰਿਹਾ ਹੈ, ਸਬਰ ਦੇ ਨਾਲ ਪੁਰਸਕੂਨ ਰਹਿ ਕੇ ਜੋ ਤੁਹਾਨੂੰ ਤੁਸੀਂ ਉਹਨੂੰ ਪਾਸ ਕਰ ਲੋਗੇ ਤੇ ਤੁਸੀਂ ਇਹਦਾ ਮਤਲਬ ਤੁਸੀਂ ਵੀ ਵਾਇਰਲ ਹੋਣ ਵਾਲੇ ਹੋ। ਬਿਲਕੁਲ। ਪਹਿਲੇ ਵੀ ਬਹੁਤ ਵਾਇਰਲ माशाल्लाह जी, मतलब एनीवे जनाब, आकाश भाई से कोई कलाम होना चाहिए ना, आकाश भाई वो कलाम कुछ। आकाश जी भाई जी, कुछ मैं बस सुनाओगे वही तुसी? आपको जी सुनाने लगा। जरूर जरूर। चढ़दे सूरज ढलदे वेखे, बुझे दीवे बलदे वेखे, हीरे दा कोई मुल ना तारे, खोटे सिक्के चलदे वेखे, जिन्ना दाना जगते नहीं, जिन्ना दाना जगते नहीं, ओ भी पुत्र पलदे वेखे, ओ भी रहमत दे नाल बंदे पानी उत्ते चलदे वेखे, लोकी कहंदे दाल नहीं गलदी, मैंने पत्थर गलदे वेखे। एक होर कलाम है, मेरे इश्क दे विच माशूक ना हो, नहीं अज तक गलत निगाह कीती, तेरी हर मुलाकात मैं इंज कीती जिवें मूसा नाल खुदा कीती, नहीं फर्क कीता तेरी पूजा विच, नहीं खतरा दी परवाह कीती, एक तैनू रब नहीं कह सकदा, बाकी सारी रस्म अदा कीती। बस कोशिश कीती है पंजाबी जुबान विच। नहीं जी, कोई गल है, बहुत चंगी कोशिश है। अच्छा यही गल है, मतलब सानू भी बैरियर आ रहा होंदा है। मैं तेरे दा हाले भी जो ਅਸੀਂ ਪੰਜਾਬੀ ਚ ਕੁਝ ਪੜ੍ਹਨਾ ਚਾਹ ਰਹੇ ਹੁੰਦੇ ਨਾ ਤੇ ਅਸੀਂ ਝਿਜਕ ਜਾਂਦੇ ਆ, ਪਤਾ ਨਹੀਂ ਸਹੀ ਤਰੀਕੇ ਨਾਲ ਪੜ੍ਹ ਸਕਾਂਗੇ ਨਹੀਂ ਪੜ੍ਹ ਸਕਾਂਗੇ। ਐਨੀਵੇ ਉਹੀ ਗੱਲ ਹੈ ਕਿ ਜਨਾਬ ਅਸੀਂ ਇਸੇ ਤਰ੍ਹਾਂ ਹੀ ਮਾਸ਼ਾਅੱਲਾ ਕਹਿੰਦੇ ਨਾ ਕਿ ਲਰਨਿੰਗ ਦਾ ਪ੍ਰੋਸੈਸ ਬੜਾ ਖੂਬਸੂਰਤ ਹੈ। ਫਿਰ ਹੁਣ ਤੁਸੀਂ ਉਹਨੂੰ ਕਰਦੇ ਰਹੋ, ट्रायल एंड एरर, कोशिश करते रहो तो कोई गल नहीं, गलतियां होने तो की होया। बिल्कुल मैं कह रही हां गल नहीं ऐसी दोवें कह रहे हैं जी, कोई गल नहीं। लो जी, टाइम खवातीनों हज़रात हो के ने 10:52 ਤੇ ਜਨਾਬ ਪੰਜਾਬੀ ਚ ਕੀ ਕਹਾਂਗੇ 52 ਮਿੰਟ ਹੋ ਗਏ ਨੇ, 10:52 ਹੋ ਗਏ ਨੇ ਜਨਾਬ। ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਸਨ। ਸੈਸ਼ਨ ਉਹੀ ਗੱਲ ਹੈ, ਹਰ ਵਾਰੀ ਥੋੜਾ ਜਿਹਾ ਅਧੂਰਾ ਰਹਿ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਔਰ ਉਹ ਇਸ਼ਾਰਾ ਕਰ ਰਹੇ ਨੇ 6 ਮਿੰਟ ਦਾ ਮਤਲਬ ਹੁੰਦਾ ਹੈ ਖਵਾਤੀਨੋ ਹਜ਼ਰਾਤ ਜਨਾਬ 6 ਮਿੰਟਾਂ 'ਚ। ਮੈਂ ਚਾਹ ਰਹੀ ਸਾਂ ਕਿ ਜਿਹੜੇ ਬਰਸਾਤ ਦੇ ਵਿੱਚ ਨਹੀਂ, ਮੈਂ ਉਹਨਾਂ ਦੇ ਨਾਲ ਗੱਲ ਕਰਨ ਚਾਹ ਰਹੀ ਸਾਂ ਕਿ ਬਰਸਾਤ ਦੇ ਵਿੱਚ ਜਿਹੜਾ ਅੱਜਕੱਲ ਵਾਇਰਲ ਫੈਲਾ ਹੋਇਆ ਹੈ, ਗਲਾ ਖਰਾਬ ਜ਼ੁਕਾਮ ਖਾ, ਮੇਰੇ ਘਰ में तो आम हुआ है, कुछ है इसका डॉक्टर साहब? ਜੀ ਇਸਦੇ ਵਿੱਚ ਤੁਹਾਡੇ ਘਰ ਜਿਹੜੀਆਂ ਕਿਚਨ ਦੀ ਚੀਜ਼ਾਂ ਪਈਆਂ ਨੇ ਬੋਰਚੀ ਖਾਨੇ 'ਚ, ਉਹੀ ਤੁਸੀਂ ਇਹਦੇ ਯੂਜ਼ ਕਰੋ। ਸੋਡੀਅਮ ਇਫੈਕਟ ਇਹਦਾ ਹੈ ਕਿ ਅਦਰਕ ਦਾ ਪਾਣੀ ਕੱਢ ਲਓ, ਉਹਨੂੰ ਨਾ ਪਲਾਸਟਿਕ ਦੀ ਬੋਟਲ ਵਿੱਚ ਨਾ ਰੱਖਣਾ, ਸ਼ੀਸ਼ੇ ਦੀ ਬੋਟਲ ਵਿੱਚ ਰੱਖ ਲਓ। ਇੱਕ ਪਾ ਅਦਰਕ ਲੈ ਕੇ ਛਿੱਲ ਕੇ ਨਾ ਗ੍ਰਾਈਂਡਰ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਦਿਓ, ਫਿਰ ਮਲਮਲ ਦੇ ਕਮੜੇ ਵਿੱਚ ਉਹਨੂੰ ਕੱਢ ਲਓ। ਸ਼ਹਿਦ ਦਾ 1 ਚਮਚ ਲੈਣਾ ਤੇ ਉਹਦੇ ਵਿੱਚ 10 ਕਤਰੇ ਇਹ ਅਦਰਕ ਦੇ ਪਾਣੀ ਦੇ ਸਵੇਰ ਸ਼ਾਮ ਦਿਓ, ਖੁਦ ਵੀ ਪੀਓ, ਬੱਚਿਆਂ ਨੂੰ ਵੀ ਦਿਓ। ਇਹ ਐਂਟੀ ਇਨਫਲੇਮੇਟਰੀ ਐਂਟੀਬਾਇਓਟਿਕ ਹੈ ਬਹੁਤ ਜ਼ਿਆਦਾ। ਅਦਰਕ ਤੇ ਦਾਰਚੀਨੀ ਤੇ ਲੌਂਗ ਦਾ ਕਾਵਾ ਵੀ ਸਵੇਰ ਸ਼ਾਮ ਲੀਮੂ ਪਾ ਕੇ, ਜਿਹੜੀ ਵੀ ਚੀਜ਼ ਖਾਓ ਉਹਦੇ ਤੇ ਲੀਮੂ ਜ਼ਰੂਰ ਪਾਓ। ਉਹ ਬਰਸਾਤ ਦੇ ਮੌਸਮ ਵਿੱਚ ਲੀਮੂ ਪਾਣੀ ਸਕੰਜਵੀ ਸਾਡਾ ਨੈਸ਼ਨਲ ਸ਼ਰਬਤ ਵੀ ਹੈਗਾ ਤੇ ਇਹਨੂੰ ਜ਼ਿਆਦਾ ਪ੍ਰਮੋਟ ਕਰੋ। ਤੇ ਅੱਜ ਕੱਲ ਸਸਤੇ ਵੀ ਬਹੁਤ ਨੇ ਲੀਮੂ, 1000 ਰੁਪਏ ਤੋਂ 100 ਰੁਪਏ ਤੇ ਆ ਗਏ ਨੇ। ਤੁਸੀਂ ਹਕੀਮ ਵੀ ਹੋ, ਤੁਸੀਂ ਸੌਦਾ ਵੀ ਲੈ ਕੇ ਆਉਂਦੇ ਹੋ, ਕੀ ਸਾਰੀਆਂ ਚੀਜ਼ਾਂ ਕਰਦੇ ਤੇ ਕੋਸ਼ਿਸ਼ ਕਰੋ ਕਿ ਕਿਉਂਕਿ ਬਾਜ਼ਾਰੋਂ ਗੁਜ਼ਰੋ ਨਾ ਤੇ ਉਹ ਲਿਖਿਆ ਹੁੰਦਾ ਮੋਟਾ ਰੇਟ ਉਹਦਾ ਲਿਖਿਆ ਹੁੰਦਾ ਤੇ ਉਹ ਪੜਦਾ ਜਾਂਦਾ ਬੰਦਾ। ਹੁੰਦਾ ਤੇ ਵੈਸੇ ਮੈਮਰੀ ਲਾਸ ਹੀ ਹੈ ਕਿਉਂਕਿ ਅਸੀਂ ਸਾਰੇ ਬਿਲਬੋਰਡ ਪੜ੍ਹਨਾ ਆਪਣੀ ਹਕਮਤ ਸਮਝਨੇ ਕਿ ਵੀ ਪੜ੍ਹਨਾ ਤੇ ਕਬਰਸਤਾਨ ਹੀ ਜਾ ਕੇ ਕਤਬੇ ਵੀ ਸਾਰੇ ਪੜ੍ਹਨੇ, ਉਹਦੇ ਸ਼ੇਰ ਵੀ ਪੜ੍ਹਨੇ, ਇੰਟਰਸਟਿੰਗ ਕਤਬੇ ਹੁੰਦੇ ਨੇ, ਪਦਾਇਸ਼ ਵੀ ਪੜ੍ਹ ਰਹੇ ਤੇ ਮੌਤ ਵੀ ਪੜ੍ਹ ਰਹੇ, ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਪੜੀ ਜਾ ਰਹੀ। ਤੇ ਇਹ ਇਸ ਤਰ੍ਹਾਂ ਆਪਣੀ ਸੇਫਟੀ ਤੁਸੀਂ ਕਰੋ। ਜ਼ਿਆਦਾ ਚੀਜ਼ਾਂ ਰੋਡ ਤੇ ਜਾਂਦੇ ਹੋਏ ਨਾ ਪੜੋ, ਦਰੂਦ ਸ਼ਰੀਫ ਪੜੋ, ਆਪਣੇ ਆਪ ਨੂੰ ਬਿਜ਼ੀ ਰੱਖੋ, ਦਰੂਦ ਸ਼ਰੀਫ ਪੜ੍ਹਦੇ ਅੱਲਾ ਦੇ ਨਾਂ ਲੈਂਦੇ ਜਾਓ ਤੇ ਉਹਦੇ ਵਿੱਚ ਬਿਹਤਰੀ। ਮੇਰਾ ਮਾਈਂਡ ਜਿਹੜਾ ਉਹ 24 ਘੰਟੇ ਚੱਲਦਾ ਹੀ ਰਹਿੰਦਾ ਹੈ, ਟਰਨ ਆਫ ਨਹੀਂ ਕਰ ਸਕਦੇ ਅਸੀਂ? ਨਹੀਂ, ਕਿਉਂ ਨਹੀਂ ਕਰ ਸਕਦੇ। ਉਹਦੇ ਵਿੱਚ ਇਹ ਹੈ ਕਿ ਹਮੇਸ਼ਾ ਕੋਸ਼ਿਸ਼ ਕਰੋ ਕਿ ਅੱਧੇ ਘੰਟੇ ਬਾਅਦ 30 ਦੀ ਗਿਣਤੀ ਗਿਣਿਆ ਕਰੋ ਅੱਖਾਂ ਬੰਦ ਕਰਕੇ, ਹਰ ਅੱਧੇ ਘੰਟੇ ਬਾਅਦ 30 ਸੈਕਿੰਡ ਵਾਸਤੇ ਗਿਣਤੀ ਗਿਣੀ, ਉਹ ਰਿਵਰਸ ਗਿਣਤੀ ਗਿਣੋ। 30 29 28 27 26 25 ਇਸ ਤਰ੍ਹਾਂ ਤੁਹਾਡੀ ਜਿਹੜਾ ਸਿੰਧੀ ਚ ਕਰ ਲਓ। ਪੰਜਾਬੀ ਚ ਉਹ ਬਲਕਿ 28 ਤੋਂ ਪਿੱਛੇ ਨਹੀਂ ਜਾ ਸਕਦੇ। ਤੁਹਾਡੀ ਮੈਮਰੀ ਵੀ ਜਿਹੜੀ ਹੈ ਨਾ ਰਿਦਾ ਜੀ, ਤੁਹਾਡੀ ਮੈਮਰੀ ਵੀ ਅੱਛੀ ਰਹੇਗੀ ਔਰ ਦਿਮਾਗ ਵੀ ਜਿਹੜਾ ਹੈ ਨਾ ਉਹ ਬਿਹਤਰ ਤਰੀਕੇ ਨਾਲ ਕੰਮ ਕਰੇਗਾ। ਠੀਕ ਹੋ ਗਿਆ ਜੀ, ਇਹ ਬਹੁਤ ਜ਼ਰੂਰੀ ਸੀ, बहुत ज़रूरी सी, लेकिन ਅਸੀਂ करना कोई नहीं करूंगी भाई। ठीक है, लेकिन जनाब ਤੁਸੀਂ ਜ਼ਰੂਰ ਕਰੋ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਚੰਗਾ ਜਿਹਾ ਕੋਈ ਪੈਗਾਮ ਕਿ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ, ਕੀ ਤਰੀਕਾ ਕਾਰ ਹੈ ਜੀ? ਇੱਕ ਤੇ ਡਾਕਟਰ ਸਜਾਦ ਖਾਨ ਆਫੀਸ਼ੀਅਲ ਮੇਰਾ ਫੇਸਬੁੱਕ ਦਾ ਪੇਜ ਹੈਗਾ, ਬਾਕੀ 0300 5100 559 ਮੇਰਾ
ਨੰਬਰ ਹੈ ਇਹ ਪੂਰੀ ਦੁਨੀਆ 'ਚ ਹੀ ਮਸ਼ਹੂਰ ਹੋ ਗਿਆ ਕਿਉਂਕਿ ਕੇਟੂ ਵੀ 18-20 ਸਾਲ ਤੋਂ ਕਰ ਰਹੇ ਉੱਤੇ ਵੀ ਬੜਾ ਨੰਬਰ ਚੱਲਿਆ ਤੇ ਸਾਰੇ ਟੈਲੀਵਿਜ਼ਨ ਮਾਰਨਿੰਗ ਸ਼ੋਜ਼ ਮੈਂ ਕਰਨਾ 10 FM ਰੇਡੀਓ ਵੀ ਮੈਂ ਕਰਨਾ ਤੇ ਉਹ ਸਾਰਾ ਸਿਲਸਿਲਾ ਇਸ ਤਰ੍ਹਾਂ ਹੀ ਹੁੰਦਾ ਕਿ ਸਦਕਾ ਜਾਰੀਆ ਦੇ ਤੌਰ ਤੇ ਉੱਤੇ ਮੈਂ ਲੋਕਾਂ ਨੂੰ ਜਿਹੜਾ ਨਾ ਉਹ ਦੱਸਦਾ ਰਹਿਣਾ ਕਿਉਂਕਿ ਮੇਰੀ ਆਪਣੀ ਇੱਕ ਰੀਲ ਜਿਹੜੀ ਹੈ 2.7 ਮਿਲੀਅਨ ਤੇ ਉਹ ਗੈਸਟਰੋ ਦੇ ਬਤਾ ਰਹੇ हैं ਜਾ ਕੇ ਆਖਰ ਬਤਾ ਰਹੇ ਉਹ ਗੈਸਟਰੋ ਦੇ ਉੱਤੇ ਹੀ ਮੈਂ ਬਣਾਈ ਹੋਈ ਹੈ ਤੇ 4 ਚੀਜ਼ਾਂ ਉਹਦੇ 'ਚ ਪਾਣੀਆਂ ਨੇ ਅਗਰ ਕੋ ਤੇ ਜਲਦੀ ਨਾਲ ਦੱਸਦਾ ਜੀ ਬਤਾਈਏ ਅਦਰਕ ਲਸਣ ਤੇ ਪੁਦੀਨਾ ਠੀਕ ਹੈ ਲਸਣ ਦੀ ਇੱਕ ਪੋਥੀ ਪਾਣੀ ਹੈ ਜ਼ਿਆਦਾ ਨਹੀਂ ਪਾਣਾ ਦੇਸੀ ਹੋਣ ਸਾਰੀ ਗ੍ਰਾਈਂਡ ਕਰ ਲਓ ਪਾਣੀ ਨਹੀਂ ਪਾਣਾ ਨਮਕ ਮਿਰਚ ਮਸਾਲਾ ਨਹੀਂ ਪਾਣਾ ਇਹ 50 ਬਿਮਾਰੀਆਂ ਦਾ ਕੱਲਾ ਹੱਲ ਹੈ ਠੀਕ ਹੈ ਤੇ ਇਹ ਸਵੇਰ ਦੁਪਹਿਰ ਸ਼ਾਮ ਇੱਕ ਚਮਚ ਵੈਸੇ ਖਾ ਲਓ ਜਾਂ ਰੋਟੀ ਨਾਲ ਖਾ ਲਓ ਤੇ ਜਿਨ੍ਹਾਂ ਲੋਕਾਂ ਨੂੰ ਬੁਖਾਰ ਰਹਿੰਦਾ ਹੈ ਨਜ਼ਲਾ ਜ਼ੁਕਾਮ ਰਹਿੰਦਾ ਹੈ ਖਾਂਸੀ ਰਹਿੰਦੀ ਹੈ ਦਰਦ ਰਹਿੰਦਾ ਹੈ ਜੋੜਾਂ 'ਚ ਦਰਦ ਰਹਿੰਦਾ ਹੈ ਜਾਂ ਮੋਟਾਪੇ ਦਾ ਮਸਲਾ ਤੇ ਬਹੁਤ ਹੀ ਜ਼ਿਆਦਾ ਉਹਨੂੰ ਅਸੀਂ ਗੱਲ ਨਹੀਂ ਕਰਾਂਗੇ ਤੇ ਤੁਸੀਂ ਇਹ 4 ਚੀਜ਼ਾਂ ਅਗਰ ਬਣਾ ਕੇ ਤੁਸੀਂ ਖਾਂਦੇ ਰਹੋ ਇਹਨੂੰ ਕਦੀ ਨਾ ਖਤਮ ਕਰੋ ਫ੍ਰਿਜ 'ਚ ਰੱਖਣਾ ਬਾਹਰ ਉਰਲੀ ਲੱਗ ਜਾਂਦੀ ਹੈ ਠੀਕ ਹੈ ਜਦੋਂ ਖਤਮ ਹੋਏ ਘਰ ਦਾ ਹਰ ਫਰਦ ਖਾਏ ਕਿਉਂਕਿ ਮਾਜੀ ਹਰ ਬੰਦੇ ਨੂੰ ਮੈਦੇ ਦਾ ਮਸਲਾ ਬਿਲਕੁਲ ਹਰ ਉਹ ਅਸੀਂ ਕਹਿ ਦਿੰਦੇ ਆ ਸਾਈਕੋ ਹੈ ਸਾਈਕੋ ਦਾ ਮਤਲਬ ਹੁੰਦਾ ਪਾਗਲ ਹਰ ਉਹ ਬੰਦਾ ਸਾਈਕੋ ਹੈ ਜਿਹਨੂੰ ਕੋਈ ਡਰ ਹੈਗਾ ਇਹ ਬੜੀ ਵੱਡੀ ਗੱਲ ਹੈ ਸਾਰੇ ਬੰਦਿਆਂ ਨੂੰ ਡਰ ਹੈਗਾ ਹਰ ਉਹ ਬੰਦਾ ਸਾਈਕੋ ਮੈਂ ਵੀ ਹੋ ਸਕਦਾ ਤੁਸੀਂ ਵੀ ਇਹ ਵੀ ਭਾਈਜਾਨ ਮੈਂ ਕੈਮਰੇ ਤਾਂ ਕਨਫਰਮ ਸਾਈਕੋ ਹਰ ਉਹ ਬੰਦਾ ਸਾਈਕੋ ਅਸੀਂ ਦੂਸਰੇ ਨੂੰ ਨਹੀਂ ਕਹਿ ਸਕਦੇ ਹਰ ਉਹ ਬੰਦਾ ਸਾਈਕੋ ਜਿਹਨੂੰ ਕੋਈ ਖੌਫ ਹੈਗਾ ਤੇ ਆਪਣੇ ਖੌਫ ਨੂੰ ਡਰ ਨੂੰ ਖਤਮ ਕਰੋਗੇ ਇਹ ਜਿਹੜੀ ਮੈਂ ਪੇਸਟ ਦੱਸੀ ਹੈ ਇਹ ਤੁਹਾਡੀਆਂ ਇਹ ਚੀਜ਼ਾਂ ਨੂੰ ਬਿਹਤਰ ਕਰੇਗਾ इंशाल्लाह जी बाला जी अल्लाह करे ये वाली रील भी इसी कड़ी ते भी मिलियंस च जाए और जनाब जरूर फॉलो करो आकाश भाई की कहना चाहोगे ਜਿਹੜੇ ਸਾਡੇ ਮਾਸ਼ਾਅल्लाह ਸਟੂਡੈਂਟਸ ਵੇਖ ਰਹੇ ਨੇ ਯੰਗਸਟਰਸ ਵੇਖ ਰਹੇ ਨੇ ਕੀ ਮੈਸੇਜ ਦੇਣਾ ਮਾਰ ਭਾਈ ਇਹ ਸਭ ਤੋਂ ਪਹਿਲ ਜਿਹੜੀ ਚੀਜ਼ ਉਹ ਹੈ ਕਿ ਆਪਣੀ ਜਿਹੜੀ ਜ਼ੁਬਾਨ ਹੈ ਮਾਦਰੀ ਜ਼ੁਬਾਨ ਇਸ ਤੋਂ ਨਹੀਂ ਛੋੜਨਾ ਬਿਲਕੁਲ ਮਰ ਜਾਓ ਇਸ ਨੂੰ ਛੋੜਨਾ ਨਹੀਂ ਹੈ ਔਰ ਇਸ ਸਾਡੀ ਜਿਹੜੀ ਬਕਾ ਹੈ ਉਸ ਸਾਡੀ ਜ਼ਿੰਦਾ ਉਹ ਜਾਵੇਦ ਰੱਖਣੀ ਹੈ ਬਾਕੀ ਇੰਗਲਿਸ਼ ਸਿੱਖੋ ਉਰਦੂ ਸਿੱਖੋ ਕੋਈ ਵੀ ਜ਼ੁਬਾਨ ਹੈ ਸਿੱਖਦੇ ਰਹੋ ਉਹ ਤੁਹਾਨੂੰ ਫਾਇਦਾ ਦੇ ਸਕਦੀ ਹੈ ਲੇਕਿਨ ਆਪਣੀ ਜਿਹੜੀ ਮਾਦਰੀ ਜ਼ੁਬਾਨ ਹੈ ਉਹ ਨਹੀਂ ਅਸੀਂ ਭੁੱਲਣੀ ਹੈ ਕਿਉਂਕਿ ਅਸਾਂ ਦੀ ਮਾਂ ਅਸਾਂ ਦੀ ਦਾਦੀ ਅਸਾਂ ਦੀ ਨਾਨੀ ਔਰ ਪਿੱਛੇ ਜਿਹੜੀ ਸਾਰੀ ਇੱਕ ਪੀੜ੍ਹੀ ਹੈ ਤੇ ਉਹਨਾਂ ਦੀ ਇੱਕ ਰਵਾਇਤ ਅਸੀਂ ਉਹਨਾਂ ਦੀ ਰਵਾਇਤ ਨੂੰ ਜ਼ਿੰਦਾ ਰੱਖਣਾ ਹੈ ਔਰ ਇਨਸ਼ਾਅੱਲਾ ਰੱਖਾਂ ਔਰ K2 TV ਦਾ ਜਿਹੜਾ ਦੁਬਾਰਾ ਉਹ ਸ਼ੁਕਰੀਆ ਔਰ ਮੈਂ ਬਜ਼ਾਤੇ ਖੁਦ ਜਿਹੜਾ ਹੈ ਅਦਬਿਸਤਾਨ ਦੇ ਜ਼ਰੀਏ ਇਹਨਾਂ ਨੇ ਖਰਾਜ ਤਹਿਸੀਨ ਪੇਸ਼ ਕਰਦਾ ਕਿ ਜਿੰਨਾ ਪੰਜਾਬੀ ਜ਼ੁਬਾਨ ਵੀ ਪ੍ਰਮੋਟ ਪੇ ਕਰਦੇ ਹਿੰਦਕੋਨ ਵੀ ਕਰਦੇ ਪਸ਼ਤਨ ਵੀ ਪੇ ਕਰਦੇ मतलब कि सारी ज़ुबानों को प्रमोट पे कर दे तो इंशाल्लाह ताला से बतौर उस्ताद मैं अपनी ज़ुबान भी इंशाल्लाह जिंदा रखसा इंशाल्लाह बेशक जी बहुत शुक्रिया आंदा जी बहुत शुक्रिया तो बड़ा इन्फॉर्मेटिव साडा शो रहा जी बिल्कुल जी ते बेसनी रोटी तो स्टार्ट किया सी ते हुन असी गैस्ट्रोएंटाइटिस ते खत्म किया मैनू लगदा है देखो बेसनी रोटी खा के ਤੁਹਾਨੂੰ ਗੈਸ ਹੋ ਗਈ ਸ਼ੂਗਰ ਦੇ ਮਰੀਜ਼ਾਂ ਵਾਸਤੇ ਬੇਸਨੀ ਰੋਟੀ ਬਹੁਤ ਮਜ਼ੇਦਾਰ ਹੈ ਇਹਨੂੰ ਰੋਜ਼ਾਨਾ ਖਾਓ ਸ਼ੂਗਰ ਵਾਲੇ ਜਿਹੜੇ ਨੇ ਨਾ ਆਮ ਰੋਟੀ ਨਾ ਖਾਣ ਬੇਸਨ ਵਾਲੀ ਰੋਟੀ ਖਾਣ ਤੇ ਮਤਲਬ ਹੈ ਕਿ ਉਹਦੇ 'ਚ ਬਹੁਤ ਜ਼ਿਆਦਾ ਆਇਲ ਨਾ ਲੈਣ ਸਿੰਪਲ ਤਰੀਕੇ ਨਾਲ ਪਕਾਣ ਲੇਕਿਨ ਜੇ ਤੁਸੀਂ ਥੋੜੀ ਚਸਕੋਰੇ ਹੋ ਮੇਰੇ ਹੱਥ ਤੇ ਤੁਸੀਂ ਕੋਈ ਗੱਲ ਨਹੀਂ ਮਸਾ ਘਿਓ ਅੰਦਰ ਲਾ ਲਈਓ ਬਾਹਰ ਨਹੀਂ ਮਸਾ ਘਿਓ ਅੰਦਰ ਲਾ ਲਈਓ ਜਨਾਬ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਰਿਪੀਟ 'ਚ ਪ੍ਰੋਗਰਾਮ ਜ਼ਰੂਰ ਵੇਖਿਓ ਜਨਾਬ ਸ਼ਾਮੀ ਤੇ ਰਾਤੀ ਵੀ 10:30 ਵਜੇ ਤੇ ਸਵੇਰੇ 5 ਵਜੇ ਵੀ ਚੱਲੇਗਾ ਫॉर द ओवरसीज पाकिस्तानीज ਐਂਡ ਇਸ ਤੋਂ ਇਲਾਵਾ ਜਨਾਬ K2 TV ਮਾਰਨਿੰਗਸ ਤੇ ਸਾਡਾ ਪ੍ਰੋਗਰਾਮ ਅਪਲੋਡ ਹੋਏਗਾ ਜ਼ਰੂਰ ਵੇਖਿਓ ਰੀਲਸ ਆਣਗੀਆਂ ਔਨ K2 TV ਆਫੀਸ਼ੀਅਲ ਇੰਸਟਾਗ੍ਰਾਮ ਦੇ ਉੱਤੇ ਔਰ ਫੇਸਬੁੱਕ ਜਿਹੜਾ K2 ਐਂਡ ਟਿਕਟੌਕ ਆਲਸੋ ਜਨਾਬ ਤੇ ਦੁਆਵਾਂ 'ਚ ਰੱਖਿਓ ਯਾਦ ਸਾਡੇ ਸਾਰਿਆਂ ਵੱਲੋਂ ਅੱਲਾਹ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ